सकने। मैं हुण की कीता जा सकदा? फिर पुरजा मैं कथा करनी हुंदी है तो पुरजा है जिथे लगदा ना चैक लगदा हैडफोन दा ते ओहदा 3000 रुपया। चलो मैं परमात्मा दे खाते च लिख दांगा मैं। बहुत ठीक है जी। ते कबीर जी दे आपां लै रहे गौड़ी राग दे विच शब्द आपां ने 328 अंग दे उत्ते जिहड़ा हैगा शब्द लैना है। कबीर जी दा 23वां शब्द लैना है। ਇਹਦੇ ਵਿੱਚ ਮਹਾਰਾਜ ਨੇ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਆਪਾਂ ਕਿਸ ਤਰੀਕੇ ਦੇ ਨਾਲ ਉਹ ਮਾਲਕ ਜਿਹੜਾ ਹੈਗਾ ਆਪਣੇ ਅੰਦਰ ਹਿਰਦੇ ਦੇ ਵਿੱਚ ਪ੍ਰਗਟ ਹੋਏਗਾ, ਜਿਹੜਾ ਕਿ ਸਾਰੇ ਸੰਸਾਰ ਦੇ ਵਿੱਚ ਸਾਰੇ ਆਕਾਰ ਦੇ ਵਿੱਚ ਹੁੰਦੇ ਹੋਏ ਵੀ ਔਰ ਸਾਰਿਆਂ ਦੇ ਅੰਦਰ ਜਿਹੜਾ ਹੈਗਾ ਉਹ ਮਾਲਕ ਹੁੰਦੇ ਹੋਏ ਵੀ ਜਿਹੜਾ ਪ੍ਰਗਟ ਨਹੀਂ ਹੈਗਾ। ਤੇ ਜਦ ਤੱਕ ਜਿਹੜਾ ਹੈਗਾ ਦੇਖੋ ਹੁਣ ਕਬੀਰ ਜੀ ਜੋ ਸੇਧ ਦੇ ਰਹੇ ਆ ਭਾਈ, ਪਹਿਲਾਂ ਕਿਹਾ ਸੀ ਕਬੀਰ ਜੀ ਨੇ ਕਿ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜੋ ਵਿਖਦੇ ਮਹਤਾਰੀ। ਤੇ ਵੀ ਮਾਲਕਾ ਹੁਣ ਤਾਂ ਤੇਰੇ ਬਸ ਦੇ ਵਿੱਚ ਆ ਸਾਰਾ ਕੁਝ, ਤੇਰੇ ਭਰੋਸੇ ਤੇ ਹੈ, ਮੈਂ ਸਾਰਾ ਕੁਝ ਤੇਰੇ ਉੱਤੇ ਛੱਡ ਦਿੱਤਾ। ਤੇ ਤਦ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਬੋੜਦਾ। ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ 23ਵੇਂ ਸ਼ਬਦ ਦੇ ਵਿੱਚ ਇਸੇ ਚੀਜ਼ ਨੂੰ ਜਿਹੜੇ ਹੈਗੇ ਵਿਸਤਾਰ ਦੇ ਨਾਲ ਦੱਸਣਗੇ। ਗੌੜੀ ਕਬੀਰ ਜੀ ਬਿਨ ਸਤੀ ਹੋਏ ਕੈਸੇ ਨਾਰ। ਹੁਣ ਸਤੀ ਜਿਹੜਾ ਹੈਗਾ ਐਗਜ਼ਾਮਪਲ ਲਿਆ ਆ, ਪਹਿਲਾਂ ਜਿਹੜੀਆਂ ਹੈਗੀਆਂ ਸਤੀ ਹੋ ਜਾਂਦੀਆਂ ਸੀਗੀਆਂ ਪਤੀ ਦੇ ਨਾਲ ਹੀ, ਜਿਨ੍ਹਾਂ ਨੂੰ ਆਪਣੇ ਪਤੀ ਦੇ ਨਾਲ ਪਿਆਰ ਹੁੰਦਾ ਸੀਗਾ। ਬਿਨ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੇ ਵਿਚਾਰ। ਹੁਣ ਗਿਆਨੀ ਦੇ ਵਾਸਤੇ, ਗਿਆਨਵਾਨ ਦੇ ਵਾਸਤੇ ਆਪਾਂ ਕੀ ਕਰ ਰਹੇ ਹਾਂ? ਆਪਾਂ ਗਿਆਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਵਿਚਾਰ ਕਰ ਰਹੇ ਹਾਂ ਬਈ ਸੱਚਾਈ ਕੀ ਹੈ ਦੁਨੀਆ ਦੇ ਵਿੱਚ। ਇਹ ਜੋ ਮਾਇਆ ਚੋਗਾ ਖਿਲ ਰਿਹਾ ਹੋਇਆ ਆ ਇਹ ਕੀ ਹੈਗਾ ਤੇ ਅਸਲੀਅਤ ਕੀ ਹੈਗੀ ਹੈ? ਸਰੀਰ ਹੈਗਾ, ਮੈਂ ਸਰੀਰ ਹੈਗਾ, ਮੈਂ ਕੀ ਹੈਗਾ ਆ? ਇਹਦੇ ਬਾਰੇ ਮਹਾਰਾਜ ਆਪਾਂ ਨੂੰ ਗਿਆਨ ਦੇ ਰਹੇ। ਭਾਈ ਦੇਖ, ਦੋ ਚੀਜ਼ਾਂ ਹੈਗੀਆਂ ਦੁਨੀਆ ਦੇ ਵਿੱਚ, ਇੱਕੋ ਮਾਲਕ ਪਰਮਾਤਮਾ ਹੈਗਾ ਔਰ ਦੂਸਰਾ ਜਿਹੜਾ ਹੈਗਾ ਉਹਦੀ ਮਾਇਆ ਹੈਗੀ ਆ। ਇੱਕ ਸ਼ਾਹ ਹੈਗਾ, ਇੱਕ ਸ਼ਾਹਨ ਹੈਗੀ ਆ। ਸ਼ਾਹਨ ਉਹਦੀ ਮਾਇਆ, ਮਾਲਕ ਪਰਮਾਤਮਾ ਦੀ ਸ਼ਾਹ ਦੀ। ਦੋ ਹੀ ਜਗ੍ਹਾ ਤੇ ਤੂੰ ਪ੍ਰੀਤ ਲੈ ਸਕਦਾ ਹੈ, ਆਪਣੀ ਦੋ ਪਾਸੇ ਪ੍ਰੀਤ ਪਾ ਸਕਦਾ ਹੈ। ਜਾਂ ਸ਼ਾਹ ਦੇ ਨਾਲ ਪਾ ਲਾ ਜਾਂ ਸ਼ਾਹਨ ਦੇ ਨਾਲ ਪਾ ਲਾ। ਤੇ ਸ਼ਾਹਨ ਦੇ ਨਾਲ ਪਾਏਗਾ ਤੇ ਸ਼ਾਹਨ ਜਿਹੜੀ ਹੈ ਉਹ ਜਿਹੜੀ ਹੈ ਝੂਠੀ ਹੈਗੀ। ਉਹ ਜਿਹੜੀ ਹੈਗੀ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਆਪਾਂ ਨੂੰ ਧੋਖਾ ਦੇਣ ਵਾਸਤੇ ਆਪਾਂ ਨੂੰ ਜਿਹੜਾ ਹੈਗਾ ਇਹ ਜਿਹੜੀ ਖੇਡ ਜਿਹੜੀ ਪਾਈ ਹੋਈ ਹੈ ਮਾਲਕ ਨੇ, ਬਈ ਇਹਦੇ ਵਿੱਚ ਤੂੰ ਫਸ ਗਿਆ ਤੇ ਬਸ ਫਸ ਗਿਆ। ਫਿਰ ਝੂਠ ਦੇ ਵਿੱਚ ਫਿਰ ਚੱਲ ਪਿਆ, ਫਿਰ ਜਨਮ ਮਰਨ ਦਾ ਗੇੜਾ ਤੇਰਾ ਜਿਹੜਾ ਹੈਗਾ ਉਸ ਚੋਂ ਬਾਹਰ ਨਹੀਂ ਨਿਕਲ ਸਕਦਾ ਤੂੰ। ਆਹ ਚੀਜ਼ ਕਹਿ ਰਹੇ ਆ, ਕਹਿੰਦੇ ਜੇ ਤੂੰ ਮਾਇਆ ਦੇ ਨਾਲ ਪ੍ਰੀਤ ਪਾਈ ਤੇ ਫਿਰ ਤਾਂ ਤੂੰ ਜਿਹੜਾ ਹੈਗਾ ਤੇਰਾ ਸੱਤ ਥੋੜੀ ਨਾ ਹੋਇਆ, ਤੈਨੂੰ ਮੈਂ ਮਾਲਕ ਦੇ ਨਾਲ ਪਿਆਰ ਥੋੜੀ ਨਾ ਹੋਇਆ, ਆਪਣੇ ਪਤੀ ਦੇ ਨਾਲ। ਫਿਰ ਤਾਂ ਤੈਨੂੰ ਜਿਹੜਾ ਹੈਗਾ ਦੁਨਿਆਵੀ ਜਿਹੜੇ ਹੈਗੇ ਵਿਚਾਰਨ ਹੋਈ। ਤੂੰ ਆਹ ਸਵਾਦ ਵੀ ਚਾਹੀਦਾ ਹੈ, ਅੱਖਾਂ ਦੇ ਸਵਾਦ, ਆ ਦੂਸਰੇ ਸਵਾਦ ਵੀ ਚਾਹੀਦੇ, ਜੀਭ ਦੇ ਸਵਾਦ ਵੀ ਚਾਹੀਦੇ ਆ। ਫਿਰ ਤੂੰ ਕਾਹਦੀ ਜਿਹੜੀ ਹੈਗੀ ਆ ਸਤੀ ਕਾਹਦੀ ਹੋਈ ਤੂੰ? ਤੇਰੇ ਕੋਲ ਸੱਤ ਤਾਂ ਸੱਚਾ ਆਚਰਣ ਤਾਂ ਹੈ ਹੀ ਨਹੀਂ ਤੇਰਾ। ਬਿਨ ਸਤੀ ਹੋਏ ਕੈਸੇ ਨਾਰ, ਕਹਿੰਦੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਤੂੰ ਪਾ ਸਕਦੀ ਆ। ਪੰਡਿਤ ਦੇਖੋ ਹਿਰਦੇ ਵਿਚਾਰ, ਹੈ ਗਿਆਨੀ ਆਪਣੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਦੇਖ ਲਓ। ਪ੍ਰੀਤ ਬਿਨਾ ਕੈਸੇ ਵਧੇ ਸਨੇਹ, ਕਹਿੰਦੇ ਪਿਆਰ ਤਾਂ ਹੈ ਹੀ ਨਹੀਂ ਹੈ, ਪ੍ਰੀਤ ਹੈ ਹੀ ਨਹੀਂ ਹੈ ਤੇ ਮਾਲਕ ਦੇ ਨਾਲ ਤੂੰ ਕਹਿੰਦਾ ਹੈ ਮੇਰਾ ਪਿਆਰ, ਮੇਰੀ ਜੋੜ ਬਣ ਜਾਏ ਮਾਲਕ ਦੇ ਨਾਲ, ਮੇਰਾ ਸਨੇਹ ਹੋ ਜਾਏ ਮਾਲਕ ਪਰਮਾਤਮਾ ਦੇ ਨਾਲ, ਮੇਰੀ ਖਿੱਚ ਬਣ ਜਾਏ ਮਾਲਕ ਪਰਮਾਤਮਾ ਦੇ ਨਾਲ। ਕਿਸ ਤਰੀਕੇ ਦੇ ਨਾਲ ਭਾਈ? ਖਿੱਚ ਤਾਂ ਤੂੰ ਮਾਇਆ ਦੇ ਨਾਲ ਕਰ ਰਿਹਾ ਆ ਤੇ ਇੱਧਰ ਤਾਂ ਤੂੰ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਦਿਖਾਵਾ ਹੀ ਕਰ ਰਿਹਾ, ਲੋਕ ਦਿਖਾਵਾ, ਕਰਮ ਕਾਂਡ। ਪ੍ਰੀਤ ਬਿਨਾ ਕੈਸੇ ਬਧੇ ਸਨੇਹ, ਨਾਮ ਜਬ ਲਗ ਰਸ ਤਬ ਲਗ ਨਹੀਂ ਨੇਹ। ਕਹਿੰਦੇ ਜਦ ਤੱਕ ਸੁਆਦ ਆ ਮਾਇਆ ਸਾਹਨ ਦੇ ਨਾਲ, ਮਾਇਆ ਦੇ ਨਾਲ ਪ੍ਰੀਤ ਹੈਗੀ ਤੇ ਫਿਰ ਜਿਹੜਾ ਹੈਗਾ ਤੇ ਫਿਰ ਤਾਂ ਪਰਮਾਤਮਾ ਦੇ ਨਾਲ ਤਾਂ ਤੇਰੀ ਪ੍ਰੀਤ ਨਹੀਂ ਹੈ ਭਾਈ, ਮਾਲਕ ਦੇ ਨਾਲ ਤਾਂ ਪ੍ਰੀਤ ਨਹੀਂ ਹੈਗੀ ਹੈ। ਰਹਾਓ ਸ਼ਾਹਨ ਸਤ ਕਰੈ ਜੀ ਆਪਣੇ, ਤੂੰ ਤਾਂ ਜਿਹੜਾ ਮਾਇਆ ਨੂੰ ਜਿਹੜਾ ਹੈਗਾ ਮਾਇਆ ਨੂੰ ਪ੍ਰੀਤ ਕਰ ਰਿਹਾ ਆ,
ਮਾਇਆ ਦੇ ਨਾਲ ਸਤੀ ਹੋ ਰਿਹਾ ਹੈ ਤੂੰ ਤਾਂ। ਮਾਇਆ ਦੇ ਨਾਲ ਹੈਗਾ ਤੇਰਾ ਜਿਹੜਾ ਹੈਗਾ ਪੂਰਾ ਪਿਆਰ ਮਾਇਆ ਦੇ ਨਾਲ। ਸ਼ਾਹਨ ਸਤ ਕਰੈ ਜੀ ਆਪਣੇ, ਸੋ ਰਮਈਏ ਕੋ ਮਿਲੈ ਨਾ ਸੁਪਨੈ। ਕਹਿੰਦੇ ਮਾਲਕ ਜਿਹੜਾ ਹੈਗਾ ਪਾਹੇ ਮਾਲਕ ਅੰਦਰ ਦੀ ਜਾਣਦਾ ਹੈ, ਉਹਨੂੰ ਸਭ ਕੁਝ ਪਤਾ ਹੈ। ਕਹਿੰਦੇ ਸੁਪਨੇ ਵਿੱਚ ਵੀ ਫਿਰ ਜਿਹੜਾ ਹੈਗਾ ਤੂੰ ਮਾਲਕ ਵੱਲ ਨੂੰ ਨਹੀਂ ਹੋ ਸਕਦਾ ਜੇ ਤੇਰੀ ਪ੍ਰੀਤ ਜਿਹੜੀ ਹੈ ਬਾਹਰ ਹੈਗੀ, ਮਾਇਕ ਪਦਾਰਥਾਂ ਦੇ ਨਾਲ ਹੈਗੀ ਆ। ਬਾਣੀ ਜਿਹੜੀ ਹੈਗੀ ਜਾਂ ਮਹਾਰਾਜ ਜਿਹੜੇ ਹੈਗੇ, ਜਿਹੜੇ ਗਿਆਨੀ ਜਿਹੜੇ ਹੈਗੇ ਜਾਂ ਗੁਰੂ ਕਹਿ ਲਓ, ਇਹ ਜਿਹੜੇ ਆਪਾਂ ਨੂੰ ਇਹ ਨਹੀਂ ਕਹਿ ਰਹੇ ਕਿ ਵੀ ਦੁਨੀਆ ਦੇ ਨਾਲ ਜਿਹੜੇ ਪਦਾਰਥਾਂ ਨੂੰ ਜਿਹੜਾ ਹੈਗਾ ਤੂੰ ਨਹੀਂ ਯੂਜ਼ ਕਰ। ਕਹਿੰਦੇ ਪ੍ਰੀਤ ਜਿਹੜੀ ਹੈਗੀ ਮਾਲਕ ਦੇ ਨਾਲ ਕਰ, ਔਰ ਇਹ ਦੁਨੀਆ ਦੇ ਵਿੱਚ ਜੋ ਕੁਛ ਵੀ ਚੋਗਾ, ਜੋ ਕੁਛ ਵੀ ਤੈਨੂੰ ਜਿਹੜੇ ਹੈਗੇ ਚੀਜ਼ਾਂ ਹੈ ਦੁਨੀਆ ਦੇ ਪਦਾਰਥ ਰਸ ਕਸ, ਇਹਨਾਂ ਨੂੰ ਜਿਹੜਾ ਹੈਗਾ ਤੂੰ ਉਨੀ ਜ਼ਰੂਰਤ ਦੇ ਹਿਸਾਬ ਦੇ ਨਾਲ ਯੂਟੀਲਾਈਜ਼ ਕਰ। ਇਹਨਾਂ ਨੂੰ ਟਾਰਗੇਟ ਨਾ ਬਣਾ, ਇਹਨਾਂ ਨੂੰ ਪਿਆਰ ਜਿਹੜਾ ਹੈਗਾ ਇਹਨਾਂ ਦੇ ਵਾਸਤੇ ਜੀਵਨ ਆਪਣਾ ਜਿਹੜਾ ਹੈ ਪੂਰੀ ਤਰ੍ਹਾਂ ਇਹਨੂੰ ਸਮਰਪਣ ਨਾ ਕਰ। ਸ਼ਾਹਨ ਸਤ ਕਰੇ ਜੀ ਆਪਣਾ, ਸੋ ਰਮਈਏ ਕੋ ਮਿਲੇ ਨਾ ਸੁਪਨਾ। ਹੁਣ ਕੀ ਕਰਨਾ ਚਾਹੀਦਾ ਆ? ਤਨ ਮਨ ਧਨ ਗ੍ਰਹਿ ਸੌਂਪ ਸਰੀਰ। ਦੇਖੋ ਤਨ ਕਹਿੰਦੇ ਆਪਣੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ ਤੇ ਧਨ ਸਵਾਸਾਂ ਦਾ ਧਨ। ਧਨ ਨੂੰ ਨੰਨੇ ਨੂੰ ਔਂਕੜ ਲੱਗੀ ਹੋਈ ਆ। ਸਭ ਤੋਂ ਜ਼ਿਆਦਾ ਕੀਮਤੀ ਸਵਾਸਾਂ ਦਾ ਧਨ ਹੈ। ਗ੍ਰਹਿ ਸਾਰਾ ਕੁਛ ਸੌਂਪ ਸਰੀਰ, ਆਪਣਾ ਸਰੀਰ ਸਾਰਾ ਕੁਛ ਸੌਂਪ ਮਾਲਕ ਪਰਮਾਤਮਾ ਦੇ ਸਮਰਪਿਤ ਕਰ। ਖਚਰ ਵਿਦਿਆ ਨਾ ਕਰ, ਬਿਲਕੁਲ ਸਾਰੀ ਪੂਰੀ ਤਰ੍ਹਾਂ ਜਿੰਨਾ ਕੁ ਤੇਰਾ ਵਾਹ ਚੱਲਦਾ ਹੈ ਉਸ ਦੇ ਹਿਸਾਬ ਦੇ ਨਾਲ ਸੱਚੇ ਦਿਲੋਂ ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾ, ਭਗਤੀ ਕਰ। ਸੋਈ ਸੁਹਾਗਣ ਕਹੇ ਕਬੀਰ। ਕਬੀਰ ਜੀ ਕਹਿੰਦੇ ਭਾਈ ਤਾਂ ਤੇਰਾ ਸਤੀ ਹੋਣਾ ਸਹੀ ਹੈਗਾ ਭਾਈ, ਤਾਂ ਸੁਹਾਗ ਤੇਰੇ ਤੂੰ ਸੁਹਾਗਣ ਹੋ ਜਾਏਂਗੀ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਤੇਰੇ ਘਰ ਦੇ ਵਿੱਚ ਪ੍ਰਗਟ ਹੋ ਜਾਏਗਾ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ। ਸਤ ਤੋਂ ਬਗੈਰ, ਸੱਚਾ ਆਚਰਣ ਤੋਂ ਬਗੈਰ, ਮਾਲਕ ਪਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਸਮਰਪਣ ਹੋਣ ਤੋਂ ਬਗੈਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਲਿਵ ਵਾਲੇ ਰਸਤੇ ਤੇ ਭਾਈ ਚੜ੍ਹਾਈ ਕਿਵੇਂ ਹੋ ਸਕਦੀ ਹੈ? ਇਹ ਉਚਾਈ ਜਿਹੜੀ ਹੈਗੀ ਕਿਵੇਂ ਆਪਾਂ ਚੜ੍ਹ ਸਕਦੇ ਹਾਂ? ਆਹੀ ਹੈਗੀ ਚੜ੍ਹਾਈ ਭਾਈ। ਪੰਡਿਤ ਦੇਖੋ ਹਿਰਦੇ ਵਿਚਾਰ, ਹੈ ਗਿਆਨੀ ਗਿਆਨ ਆਪਣੇ ਹਿਰਦੇ ਦੇ ਵਿੱਚ ਆਹ ਗੱਲ ਜਿਹੜੀ ਹੈਗੀ ਇਹਨੂੰ ਜ਼ਰੂਰ ਆਪਣੇ ਹਿਰਦੇ 'ਚ ਚੰਗੀ ਤਰ੍ਹਾਂ ਜਿਹੜਾ ਇਸ ਦੇ ਉੱਤੇ ਸਮਾਂ ਦੇ ਵਿਚਾਰ ਕਰ ਲਾ। ਸੱਤ ਚਾਹੀਦਾ। ਮਾਲਕ ਕਹਿੰਦਾ ਮੈਨੂੰ ਸੱਚਾ ਪਿਆਰ ਚਾਹੀਦਾ ਤੇਰਾ, ਬਸ ਪੂਰੀ ਤਰ੍ਹਾਂ ਸਮਰਪਿਤ ਚਾਹੀਦਾ ਮੈਨੂੰ ਨਹੀਂ ਪਤਾ ਤੂੰ ਜਿਹੜਾ ਹੈਗਾ ਕਿੰਨੇ ਪਾਪ ਕੀਤੇ ਆ, ਕੀ ਕੀਤਾ, ਕਿੰਨਾ ਤੇਰਾ ਲੇਖਾ ਜੋਖਾ ਹੈਗਾ। ਇਮਮੈਟੀਰੀਅਲ ਕਹਿੰਦੇ ਭਾਵੇਂ ਹੋਰ ਕਰ ਲਾ, ਪਰ ਮੈਨੂੰ ਜਦ ਤੂੰ ਜਿਹੜਾ ਮੇਰੇ ਵੱਲ ਆਉਣਾ ਹੈ ਤੇ ਤੇਰੇ ਅੰਦਰੋਂ ਪੂਰੀ ਤਰ੍ਹਾਂ ਮੈਨੂੰ ਸਮਰਪਣ ਚਾਹੀਦਾ ਹੈ। ਬਿਲਕੁਲ ਤੈਨੂੰ ਡੁਐਲਿਟੀ ਨਹੀਂ ਹੋਣੀ ਚਾਹੀਦੀ ਵੀ ਇੱਧਰ ਨੂੰ ਵੀ ਇੱਧਰ ਨੂੰ ਵੀ, ਬਿਲਕੁਲ ਸਮਰਪਿਤ ਹੋ ਕੇ ਆ ਜਾ ਬਸ। ਪ੍ਰੀਤ ਬਿਨਾ ਕੈਸੇ ਬਦੇ ਸਨੇ, ਜਬ ਲਗ ਰਸ ਤਬ ਲਗ ਨਹੀਂ ਨੇ। ਕਹਿੰਦੇ ਤੇਰੇ ਰਸਾਂ ਦੇ ਨਾਲ, ਦੁਨੀਆ ਦੇ ਪਦਾਰਥਾਂ ਦੇ ਨਾਲ ਪਿਆਰ ਹੈਗਾ, ਤੈਨੂੰ ਉਹ ਚੰਗੇ ਲੱਗਦੇ ਆ, ਤੂੰ ਤਾਂ ਉੱਧਰ ਹੀ ਸਾਰੇ ਸਵਾਸ ਲਾਈ ਜਾ ਰਹੇ ਆ, ਪੂਰੀ ਤਰ੍ਹਾਂ ਸਮਰਪਿਤ ਹੈਗਾ ਆ, ਤੇ ਫਿਰ ਜਿਹੜਾ ਹੈਗਾ ਮਾਲਕ ਵੱਲ ਨੂੰ ਪਿਆਰ ਨਹੀਂ ਵੱਧਦਾ ਭਾਈ। ਰਹਾਓ। ਹਾਂਜੀ ਗੁਰੂ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ। ਹਾਂਜੀ ਵੀਰ ਜੀ। ਤੇ ਅੱਜ ਦੀ ਆਪਾਂ ਵਿਚਾਰ ਕਰਦੇ ਹਾਂ, ਵੇਖੋ ਪਰਮਾਤਮਾ ਆਪਾਂ ਨੂੰ ਕਿੰਨੀ ਕੁ ਸੋਝੀ ਦਿੰਦੇ ਨੇ। ਇੱਕ ਤੇ ਮੈਂ ਨਾ ਆਪ ਜੀ ਨਾਲ ਅੱਜ ਬੜੀ ਵਧੀਆ ਗੱਲ ਦੱਸਦਾ। ਇੱਕ ਨਾ ਮਤਲਬ ਮਾਤਾ ਜੀ ਆ ਆਪਣੇ, ਉਹ ਗੁੜੀਆ ਸਾਧਨਾ ਹੀ ਕਰਦੀ ਆ। ਗੁੜੀਆ ਮਤਲਬ ਮੈਂ ਗੁੜੀਆ ਹੀ ਕਹਿੰਦਾ, ਉਹ ਵੱਡੇ ਨੇ ਮੇਰੇ ਤੋਂ, ਉਹਨਾਂ ਦੇ ਬੱਚੇ ਕਿਹੜੇ ਵੱਡੇ, ਤੇ ਉਹ ਸਾਧਨਾ ਕਰਦੇ ਨੇ। ਤੇ ਉਹਨਾਂ ਦੀ ਮੰਮੀ ਵੀ ਕਿਸੇ ਜਗ੍ਹਾ ਤੋਂ ਨਾਮ ਲਿਆ, 25 ਸਾਲ ਹੋ ਗਏ। ਤੇ ਮੈਂ ਉਹਨਾਂ ਨੂੰ ਅੱਜ ਸਮਾਧੀ 'ਚ ਪ੍ਰਵੇਸ਼ ਕਰਵਾਇਆ। ਮੈਂ ਕਿਹਾ ਕਿ ਅੱਜ ਤੁਹਾਨੂੰ ਸਮਾਧੀ 'ਚ ਲੈ ਕੇ ਜਾਂਦੇ ਹਾਂ। ਤੇ ਉਹ ਕਹਿੰਦੇ ਕਿ ਮੈਂ ਤੁਸੀਂ 25 ਸਾਲ ਹੋ ਗਏ ਤੇ ਪ੍ਰੋਗਰੈਸ ਹੋਈ ਕੋਈ? ਕੁਛ ਕਾਮ ਦੀ, ਕੁਛ ਕ੍ਰੋਧ ਦੀ, ਕੁਛ ਲੋਭ ਦੀ, ਕੁਛ ਮੋਹ ਦੀ, ਕੁਛ ਅਹੰਕਾਰ ਦੀ, ਕੁਛ ਰਾਗ ਦੀ, ਕੁਛ ਦਵੈਸ਼ ਦੀ, ਕੁਛ ਆਤਮਿਕ ਸਰੀਰ, ਕੁਛ ਆਤਮਾ ਦੀ ਅਨੁਭੂਤੀ, ਕੁਛ ਮਨ ਦਾ ਪਤਾ,
ਕੁਛ ਬੁੱਧੀ ਦਾ ਪਤਾ, ਕੁਛ ਚਿੱਤ ਦਾ ਪਤਾ, ਇਹਦੇ ਬਾਰੇ ਕੁਛ ਗਿਆਨ ਹੋਇਆ। ਵਰਤਮਾਨ ਕਾਲ ਰੂਪੀ ਧਾਰਾ ਕੀ ਹੈ ਇਹਦੇ ਬਾਰੇ ਪਤਾ ਲੱਗਾ। ਨਿਰਵਿਚਾਰ ਸਮਾਧੀ ਤੁਹਾਨੂੰ ਮਿਲੀ, ਅਣਮਣੀ ਅਵਸਥਾ ਮਿਲੀ ਤੁਹਾਨੂੰ 2-4 ਮਿੰਟ, 5 ਮਿੰਟ, 10 ਮਿੰਟ। ਸਰੀਰ ਤੋਂ ਆਪਣੇ ਆਪ ਨੂੰ ਤੁਸੀਂ ਅਲੱਗ ਹੋ ਕੇ ਵੇਖਿਆ, ਆਪਣੇ ਅੰਤਰਾਕਰਨ ਤੇ 5 ਤੱਤਾਂ ਦਾ ਸਰੀਰ। ਕਾਲ ਚ ਤੇ ਹਰ ਕੋਈ ਬੰਦਾ ਜੀਵਨ ਬਤੀਤ ਕਰਦਾ ਹੈ। ਤੁਸੀਂ ਅਕਾਲ ਅਵਸਥਾ ਨੂੰ ਅਨੁਭਵ ਕੀਤਾ, ਜਿੱਥੇ ਕੋਈ ਹੈ ਧਰਤੀਆਂ, ਕੋਈ ਸੂਰਜ ਤਾਰੇ ਨਹੀਂ ਹੈਗੇ। ਜਿੱਥੇ ਉਹ ਕਬੀਰ ਜੀ ਵਗੈਰਾ ਜੋ ਵੀ ਸਾਰੇ ਸੰਤ ਹੋਏ ਨੇ, ਸਾਰੇ ਕਹਿੰਦੇ ਨੇ ਉੱਥੇ ਕੋਈ ਧਰਤੀ ਨਹੀਂ, ਕੋਈ ਸੂਰਜ ਨਹੀਂ, ਕੋਈ ਆਕਾਸ਼ ਨਹੀਂ। ਉਸ ਤੱਤ ਨੂੰ ਤੁਸੀਂ ਅਨੁਭਵ ਕੀਤਾ, ਆਤਮਾ ਰੂਪੀ, ਜਿਹਦੇ ਅੰਦਰ ਹੈ ਸਾਰਾ ਕੁਛ। 25 ਸਾਲ ਬਹੁਤ ਵੱਡਾ ਟਾਈਮ। ਤੁਸੀਂ ਆਪਣੇ ਆਪ ਨੂੰ ਕਦੇ ਸਵਾਲ ਕੀਤਾ? ਕਹਿੰਦੇ ਨਹੀਂ ਵੀਰ ਜੀ, ਉਹ ਕਹਿੰਦੇ ਕਿ ਤੁਹਾਡੇ ਤੇ ਗੁਰੂ ਦੀ ਮੋਹਰ ਲੱਗ ਗਈ ਹੈ, ਬਹੁਤ ਹੋ ਗਿਆ। ਮੈਂ ਕੌਣ ਹੈ ਗੁਰੂ? ਉਹ ਕਹਿੰਦੇ ਗੁਰੂ ਦੀ ਮੋਹਰ ਲੱਗ ਗਈ ਬਸ। ਉਹ ਕਹਿੰਦੇ ਕਿ ਜਿਹੜਾ ਵੀ ਗੁਰੂ ਦੀ ਮੋਹਰ ਲੱਗ ਗਈ ਉਹ ਸਮਝ ਲਓ ਪਾਸ ਹੋ ਜਾਣਗੇ, ਉੱਥੇ ਜਮਦੂਤ ਨਹੀਂ ਹੋਣਗੇ ਲਾਗੇ। ਮੈਂ ਏਦਾਂ ਕਿੱਦਾਂ ਹੋ ਸਕਦਾ? ਮੈਂ ਇੰਨੀ ਸੌਖੀ ਮੋਹਰ ਹੁੰਦੀ ਤੇ ਗੁਰੂ ਨਾਨਕ ਪਾਤਸ਼ਾਹ ਆਪਣੇ ਮੁੰਡਿਆਂ ਦੇ ਮੋਢੇ ਤੇ ਲਾਉਂਦੇ। ਪਹਿਲੀ ਗੱਲ ਬਿਲਕੁਲ ਸਹੀ ਗੱਲ ਹੈ, ਬਹੁਤ ਵਧੀਆ। ਤੁਸੀਂ ਕਿਹੜੇ ਸਮੇਂ 'ਚ ਰਹਿ ਰਹੇ ਜੀ? ਮੈਂ ਬਾਣੀ ਤੇ ਰੌਲਾ ਪਾਉਂਦੀ ਹੈ, ਜਬ ਜਾਨਾ ਤਬ ਹੀ ਮਾਨਾ। ਉਹ ਕਦੋਂ ਟਾਈਮ ਆਉਣਾ ਹੈ? 25 ਸਾਲ ਤੇ ਬਹੁਤ ਵੱਡਾ ਸਮਾਂ ਹੈ। ਤੁਸੀਂ ਜ਼ਿੰਦਗੀ ਦਾ ਮੈਂ ਹਿਸਾਬ ਲਾਇਆ, ਮੈਂ ਕਿ ਤੁਸੀਂ 50-60%, 70% ਹੁਣ ਤੁਸੀਂ 60-70 ਸਾਲ ਦੀ ਉਮਰ ਦੇ ਹੋਣਗੇ ਘੱਟੋ ਘੱਟ। ਜਿਨ੍ਹਾਂ ਦੀ ਗੁੜੀਆ ਹੀ 38 ਸਾਲ ਦੀ ਹੋਊਗੀ, 40 ਸਾਲ ਦੀ ਹੋਊਗੀ, 40-45 ਸਾਲ। ਮੈਂ ਤੁਸੀਂ ਤੇ ਬਹੁਤ ਵੱਡਾ ਸਮਾਂ ਜ਼ਿੰਦਗੀ ਦਾ ਕੱਢ ਦਿੱਤਾ। ਉਹ ਪਰਮ ਆਨੰਦ, ਪਰਮ ਸੁੱਖ ਤੁਹਾਨੂੰ ਮਿਲਿਆ। ਕਹਿੰਦੇ ਕਿਹੜੇ ਪਰਮ ਆਨੰਦ, ਪਰਮ ਸੁੱਖ ਦੀ ਗੱਲ ਕਰਦੇ? ਅਸੀਂ ਕਥਾ ਸੁਣ ਕੇ ਵਾਪਸ ਆ ਜਾਂਦੇ ਹਾਂ। ਕਿਤੇ ਗੜਬੜ ਹੈ ਮਾਤਾ। ਬਿਲਕੁਲ। ਮੈਂ ਮਾਤਾ ਕੋਈ ਸਕੂਲੇ ਜਾਂਦਾ ਹੈ, ਉਹ ਕਹਿੰਦਾ ਟੀਚਰ ਨੂੰ ਪੁੱਛਦਾ ਹੈ ਕਿ ਟੀਚਰ ਜੀ ਮੈਨੂੰ ਸਿਖਾਓ। ਕਹਿੰਦੇ ਸਾਡੇ 'ਚ ਕਮੀ ਹੋਊਗੀ। ਮੈਂ ਏਦਾਂ ਕਿੱਦਾਂ ਹੋ ਸਕਦਾ ਤੁਹਾਡੇ 'ਚ ਕਮੀ? ਤੁਸੀਂ ਤਾਂ ਜਾਂਦੇ ਜੋ ਨਾ। ਮੈਂ ਟੀਚਰ ਦੀ ਜ਼ਿੰਮੇਵਾਰੀ ਹੈ। ਬਿਲਕੁਲ। ਟੀਚਰ ਉੱਥੇ ਬੈਠਾ ਹੈ, ਮੈਂ ਨਹੀਂ ਆਉਂਦਾ ਤੇ ਉਹਨੂੰ ਕਹੇ ਕਿ ਮੇਰਾ ਗੁੱਟ ਫੜ ਕੇ ਮੈਨੂੰ ਦੱਸ ਨਾ ਮੰਮਾ ਊੜਾ ਐੜਾ ਕਿੱਦਾਂ ਪੈਂਦਾ। ਬਹੁਤ ਵਧੀਆ ਗੁਰਪ੍ਰੀਤ ਸਾਹਿਬ। ਉਹਨਾਂ ਦੀ ਕਾਲ ਕੱਟ ਗਈ ਸ਼ਾਇਦ। ਹਾਂ ਹਾਂਜੀ। ਮੈਂ 25 ਸਾਲ ਦਾ ਸਮਾਂ ਬਹੁਤ ਲੰਮਾ ਸਮਾਂ ਹੁੰਦਾ ਹੈ ਤੇ ਤੁਸੀਂ ਪਲੀਜ਼ ਤੁਸੀਂ ਉਹਨਾਂ ਤੋਂ ਸਵਾਲ ਜ਼ਰੂਰ ਕਰੋ। ਉਹਨਾਂ ਨੂੰ ਪੁੱਛੋ ਕੀ ਕਾਰਨ ਆ, ਕਿਉਂ ਨਹੀਂ ਇਹ ਗਤੀ ਹੋ ਰਹੀ, ਹੈ ਨਾ। ਬਿਲਕੁਲ। ਇੰਨੀ ਗੱਲ ਹੋਈ ਸੀ। ਫਿਰ ਉਹ ਕਹਿੰਦੇ ਕਿ ਹਾਂ ਪੁੱਤ ਮੈਨੂੰ ਤੇ ਇਹਦੇ ਬਾਰੇ ਪਤਾ ਹੀ ਨਹੀਂ, ਬਸ ਮੈਨੂੰ ਇੰਨਾ ਕਿਹਾ ਗਿਆ ਵਾ, ਇੰਨਾ ਸੁਣਿਆ ਵਾ ਕਿ ਹਾਜ਼ਰੀ ਲਾਉਣੀ ਜ਼ਰੂਰੀ ਆ, ਮੋਢੇ ਤੇ ਮੋਹਰ ਲੱਗਣੀ ਚਾਹੀਦੀ ਗੁਰੂ ਦੀ। ਮੈਂ ਕਿਹਾ ਗੁਰੂ ਤੁਹਾਨੂੰ ਪਤਾ ਕਿਹੜਾ ਗੁਰੂ ਆ? ਮੈਂ ਕਿਹਾ ਗੁਰੂ ਬਾਣੀ ਨੂੰ ਪੜ੍ਹੋ। ਮੈਂ ਉਹ ਬਾਣੀ ਤੇ ਕਹਿੰਦੀ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੋੜ ਜਨਮ ਨਾ ਆਵਾਂ। ਤੇ ਉਹ ਕਦੋਂ ਅਵਸਥਾ ਬਣਨੀ ਆ? 25 ਸਾਲ ਤੇ ਹੋ ਗਏ ਆ। ਉਹ ਤੇ ਗੁਰੂ ਬਾਣੀ ਤੇ ਲਿਖਿਆ 7-8 ਦਿਨ ਦੇ ਵਿੱਚ ਕੰਮ ਸ਼ੁਰੂ ਹੋਣਾ ਚਾਹੀਦਾ। ਬਿਲਕੁਲ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਲਿਖਿਆ। ਹਾਂ ਤੇ ਉਹ ਬਾਣੀ ਤੇ ਕਹਿੰਦੀ ਆ ਕਿ 25 ਦਿਨ ਦੇ ਅੰਦਰ ਸਾਰੀ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਆ। ਤੇ ਤੁਸੀਂ ਹੁਣ ਕਿਉਂ ਇੰਨਾ ਸਮਾਂ ਆਪਣਾ ਲਗਾ ਰਹੇ ਜੋ? ਔਰ ਅੱਗੇ ਚੱਲ ਕੇ ਕੀ ਗਰੰਟੀ ਆ ਕਿ ਜਿਹੜੀ ਚੀਜ਼ 25 ਸਾਲਾਂ 'ਚ ਨਹੀਂ ਮਿਲੀ ਤੇ ਅੱਗੇ ਜਾ ਕੇ ਮਿਲ ਜੇਗੀ? ਕੀ ਗਰੰਟੀ ਆ? 25 ਸਾਲ ਬਹੁਤ ਸਮਾਂ ਹੁੰਦਾ ਹੈ। ਉਹ ਕਹਿੰਦੇ ਪੁੱਤ ਮੈਨੂੰ ਤੈਨੂੰ ਪਤਾ ਨਹੀਂ। ਮੈਂ ਚਲੋ ਮਾਤਾ ਤੂੰ ਸਮਾਧੀ 'ਚ ਪ੍ਰਵੇਸ਼ ਕਰ, ਇੱਕ 15-20 ਦਿਨ ਸਾਧਨਾ ਕਰ, ਉਸ ਤੋਂ ਫੈਸਲਾ ਕਰ ਲਈ। ਤੈਨੂੰ ਆਪੇ ਪਤਾ ਲੱਗ ਜਾਣਾ ਤੇਰੇ ਜੀਵਨ 'ਚ। ਜਦੋਂ ਪ੍ਰਮਾਤਮਾ ਆਇਆ, ਏਡਾ ਪ੍ਰਕਾਸ਼ਮਈ ਸੂਰਜ ਆ, ਜਦੋਂ ਵੀ ਤੇਰੇ ਜੀਵਨ 'ਚ ਆਇਆ ਤੈਨੂੰ ਪਤਾ ਲੱਗ ਜਾਣਾ। ਤੇਰਾ ਤੇ ਅੰਤਰਾਕਰਨ ਹਿਲਾ ਕੇ ਰੱਖ ਦੇਣਾ ਉਹਨੇ। ਇੰਨੀ ਪਾਵਰਫੁਲ ਚੀਜ਼ ਹੈ। ਬਿਲਕੁਲ। ਤੇ ਇਹੋ ਹੀ ਹੁਣ ਕਬੀਰ ਜੀ ਆਪਾਂ ਨੂੰ ਦੱਸ ਰਹੇ ਨੇ ਕਿ ਉਹ ਜਦੋਂ ਪ੍ਰਮਾਤਮਾ ਆਉਣਾ ਹੈ ਤੇ ਉਹਦੇ ਲਈ ਸ਼ਰਤਾਂ ਕੀ ਨੇ। ਉਹ ਸ਼ਰਤਾਂ ਪਹਿਲਾਂ ਵੇਖੀਏ। ਮੈਂਡੇਟਰੀ ਰਿਕੁਆਇਰਮੈਂਟਸ ਹੁੰਦੀਆਂ ਨੇ। ਜਦੋਂ ਆਪਾਂ ਕੋਈ ਜੋਬ ਐਪਲੀਕੇਸ਼ਨ ਕਰਦੇ ਹਾਂ, ਅਸੀਂ ਵਿੰਡੋ ਸ਼ਾਪਿੰਗ ਕਰ ਰਹੇ ਹਾਂ ਕਿ ਐਕਚੁਅਲੀ ਸਾਡੇ ਕੁਝ ਪੈਸੇ ਹੈਗੇ ਨੇ। ਪੈਸੇ ਦਾ ਮਤਲਬ ਮਨ। ਠੀਕ ਹੈ ਨੀ ਸਾਹਿਬ? ਬਿਲਕੁਲ। ਇੱਕ ਤੇ ਸਵਾਦ ਹੁੰਦਾ ਨਾ, ਮੇਰੇ ਵਰਗਾ ਦੁਕਾਨ ਤੇ ਜਾ ਕੇ ਉੱਥੇ ਸਵਾਦ ਲੈਂਦਾ ਹੈ, ਆਹ ਵੀ ਦਿਖਾਵੇ ਵੀ, ਆਹ ਵੀ ਦਿਖਾ ਦੇ।
ਏਦਾਂ ਕਰ, ਮੈਨੂੰ ਫਲਾਨੀ ਕੰਪਨੀ ਦੀਆਂ ਟਿਕਟਾਂ ਕੱਢ, ਲੈਣਾ ਕੁਛ ਵੀ ਨਹੀਂ, ਲੈਣਾ ਕੁਝ ਨਹੀਂ ਹੈ, ਬਸ ਉਹਨੇ ਦੇਖ ਦੁੱਖ ਕੇ ਗਾਂਹ ਹੋ ਜਾਣਾ ਬਸ। ਹਾਂ, ਤੇ ਜੇ ਉਹ ਕੰਮ ਹੈ ਤੇ ਫਿਰ ਕਬੀਰ ਜੀ ਕਹਿੰਦੇ ਆ ਕਿ ਫਿਰ ਕਾਫੀ ਟਾਈਮ ਲੱਗ ਸਕਦਾ, ਪਰ ਉਹ ਸਤੀ ਦੀ ਗੱਲ ਕਰਦੇ ਨੇ, ਉਹ ਵੀ ਸਤੀ ਉਹ ਨਹੀਂ, ਮਨੋ ਸਤੀ ਚਾਹੀਦੀ ਆ। ਸਤੀ ਦਾ ਪਤਾ ਹੈ ਸਾਧ ਸੰਗਤ ਜੀ, ਸਤੀ ਇੱਕ ਪ੍ਰਥਾ ਸੀ ਆਪਣੇ ਇੰਡੀਆ ਦੇ ਵਿੱਚ, ਇੱਕ ਕਹਿ ਲਓ ਕਿ ਸਾਡੇ ਲਈ ਇੱਕ ਮੰਦਭਾਗੀ ਘਟਨਾ ਸੀ। ਉਹਦੇ ਵਿੱਚ ਸਿੱਖ ਧਰਮ ਵੀ ਥੋੜਾ ਜਿਹਾ ਇਨਵੋਲਵ ਹੁੰਦਾ ਹੈ। ਉਹ ਇਤਿਹਾਸ ਚੈੱਕ ਕਰ ਲਿਓ, ਤੁਹਾਨੂੰ ਫਿਰ ਪਤਾ ਲੱਗ ਜਾਏਗਾ। ਕਹਿੰਦੇ ਕਿ ਜਦੋਂ ਮਹਾਰਾਜ ਜੀ ਰਣਜੀਤ ਸਿੰਘ ਜੀ ਦੀ ਮੌਤ ਹੋ ਗਈ ਨਾ, ਉਦੋਂ ਵੀ ਇੱਕ ਰਾਣੀ ਤੇ ਕੁਝ ਪਟਰਾਣੀਆਂ ਉਦੋਂ ਸਤੀ ਕਰ ਦਿੱਤੀਆਂ ਗਈਆਂ। ਤੇ ਇਤਿਹਾਸਕਾਰ ਇਹ ਲਿਖਦਾ ਹੈ ਕਿ ਉਦੋਂ ਵਿਦਰੋਹ ਕਿਉਂ ਨਹੀਂ ਕੀਤਾ ਗਿਆ, ਉਸ ਚੀਜ਼ ਨੂੰ ਕਿਉਂ ਨਹੀਂ ਰੋਕਿਆ ਗਿਆ। ਸਿੱਖ ਧਰਮ ਦੇ ਵਿੱਚ ਇਸ ਚੀਜ਼ ਵਾਸਤੇ ਕੋਈ ਜਗ੍ਹਾ ਨਹੀਂ ਸੀ। ਇਹ ਸੱਚ ਹੈਗਾ, ਬਿਲਕੁਲ ਸੱਚ ਹੈ ਜੀ, ਬਿਲਕੁਲ ਸੱਚ ਹੈ। ਤੀਸਰੀ ਪਾਤਸ਼ਾਹੀ ਨੇ ਜਿਹੜੀ ਹੈਗੀ ਆ ਸਤੀ ਪ੍ਰਥਾ ਦੇ ਬਾਰੇ ਤਾਂ ਬਹੁਤ ਬਾਣੀ ਦੇ ਵਿੱਚ ਵੀ ਆਵਾਜ਼ ਦਿੱਤੀ ਹੈ, ਔਰ ਬਿਲਕੁਲ ਉਹਨਾਂ ਨੇ ਦੁਬਾਰਾ ਵਿਆਹ ਕਰਨ ਵਾਸਤੇ ਜਿਹੜਾ ਹੈ ਇਸਤਰੀ ਦਾ ਜਿਹੜਾ ਹੈ ਉਹਨਾਂ ਨੇ ਪੂਰੀ ਪ੍ਰੌੜਤਾ ਕੀਤੀ। ਹਾਂਜੀ ਠੀਕ ਹੈ ਜੀ, ਹਾਂਜੀ ਠੀਕ ਹੈ। ਕਿਰਨਜੀਤ ਜੀ ਤੁਸੀਂ ਮਾਈਕ ਪਲੀਜ਼ ਬੰਦ ਕਰ ਦਿਓ। ਮੈਂ ਕਰ ਦਿੰਦੀ, ਇਹਨਾਂ ਦਾ ਖੁੱਲ੍ਹਾ ਕਰਤਾ ਲੱਗਦਾ। ਅੱਛਾ ਸਾਧ ਸੰਗਤ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋ ਗਈ, ਕਹਿੰਦੇ ਉਦੋਂ ਕਾਫੀ ਬੰਦੇ ਸਤੀ ਹੋ ਗਏ। ਥੋੜਾ ਜਿਹਾ ਮੈਂ ਤੁਹਾਡੇ ਨਾਲ ਇਸ ਕਰਕੇ ਗੱਲ ਕਰਨਾ ਚਾਹੁੰਦਾ ਕਿ ਜੇ ਮੈਂ ਸਤੀ ਵਰਲਡ ਨੂੰ ਏਦਾਂ ਹੀ ਛੱਡ ਕੇ ਆਪਾਂ ਲੰਘ ਜਾਂਦੇ ਹਾਂ ਨਾ, ਤੇ ਤੁਹਾਡੇ ਦਿਮਾਗ 'ਚ ਅਸਰ ਨਹੀਂ ਹੋਣਾ। ਥੋੜਾ ਇਤਿਹਾਸ ਜੋੜ ਦਿੰਦੇ ਆ ਤੇ ਇਹਦੇ ਨਾਲ ਕੀ ਹੋਊਗਾ, ਗੱਲ ਬਹੁਤ ਆਪਣੇ ਮਨ ਦੇ ਗਹਿਰੀ ਤਲਾਂ ਤੇ ਚੱਲ ਜੇ। ਇਹ ਉਦੋਂ ਦਾ ਹਾਲਾਤ ਏਦਾਂ ਦੇ ਸੀ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ, ਕਹਿੰਦੇ ਕੁਝ ਇੱਕ ਰਾਣੀ ਸੀ, ਵੱਡੀ ਰਾਣੀ, ਤੇ ਕੁਝ ਪਟਰਾਣੀਆਂ ਹੁੰਦੀਆਂ ਨੇ ਜਾਂ ਗੋਲੀਆਂ ਗਾਲੀਆਂ। ਉਦੋਂ ਤੁਹਾਡੀ ਆਵਾਜ਼ ਜਿਹੜੀ ਹੈ ਨਾ ਕੱਟ ਰਹੀ ਹੈ, ਬੰਦ ਹੋ ਜਾਂਦੀ ਹੈ। ਨੀਚੇ ਸਭ ਮਾਈਕ ਹੀ ਬੰਦ ਹੋ ਜਾਂਦਾ। ਸੌਰੀ, ਹਾਂ ਲੋਕ ਜੋ ਬਲੂਟੂਥ ਬੰਦ ਕਰਦਾ। ਹਾਂ ਹੁਣ ਗੱਲ ਬਣੀ। ਸੌਰੀ, ਹੁਣ ਠੀਕ ਹੈ ਨਾ? ਹਾਂਜੀ ਹਾਂਜੀ, ਮੈਨੂੰ ਲੱਗਦਾ ਬਲੂਟੂਥ ਆਫ ਪਈ, ਉਹਦੇ ਕਰਕੇ ਡਿਸਟਰਬੈਂਸ ਹੋ ਰਹੀ। ਸੌਰੀ, ਥੈਂਕ ਯੂ। ਉਹ ਸਾਧ ਸੰਗਤ ਜੀ ਏਦਾਂ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਉਹ ਜਦੋਂ ਸਤੀ ਕਰ ਦਿੱਤਾ ਲੋਕਾਂ ਨੂੰ, ਕੁੜੀਆਂ ਨੂੰ, ਨਾਲ ਜਿਹੜੀਆਂ ਰਾਣੀਆਂ ਸੀ। ਤੇ ਸਿੱਖ ਧਰਮ ਦੇ ਵਿੱਚ ਵੇਖਿਆ ਜਾਵੇ ਤੇ ਆਪਣੇ ਗੁਰੂਆਂ ਨੇ ਕਿਹਾ ਕਿ ਸਤੀ ਪ੍ਰਥਾ ਦਾ ਉਹ ਚੀਜ਼ ਦਾ ਖੰਡਨ ਕੀਤਾ ਗਿਆ, ਔਰ ਬਾਣੀ ਵਿੱਚ ਇਹ ਵੀ ਕਿਹਾ ਗਿਆ ਕਿ ਤੁਸੀਂ ਭੰਡ ਨੂੰ ਨਿੰਦਦੇ ਜੋ, ਔਰਤ ਨੂੰ ਨਿੰਦਦੇ ਜੋ, ਕਿ ਰਾਜੇ ਜੰਮਦੀ ਹੈ, ਕਿਤੇ ਬਹਾਦਰ ਜੰਮਦੀ ਹੈ, ਤੇ ਸੋਕੋ ਮੰਦਾ ਆਖੀ ਹੈ ਜਿਸ ਜੰਮੇ ਰਦਾਨ। ਬੜੀ ਵੱਡੀ ਗੱਲ। ਔਰਤ ਨੂੰ ਸਿੱਖ ਧਰਮ 'ਚ ਜਿੰਨਾ ਸਨਮਾਨ ਦਿੱਤਾ ਗਿਆ, ਜਿੰਨੀ ਉਚਾਈ ਦਿੱਤੀ ਗਈ, ਬਹੁਤ ਵੱਡੀ ਗੱਲ। ਇਹ ਥੋੜੇ ਜਿਹੇ ਨਲਾਇਕ ਲੋਕ ਨੇ ਜਿਹੜੇ ਇੱਥੇ ਬੈਠੇ ਨੇ, ਜਿਨ੍ਹਾਂ ਨੇ ਫਿਰ ਉਸ ਚੀਜ਼ ਨੂੰ ਡਾਊਨਫਾਲ ਕੀਤਾ। ਮੈਨੂੰ ਕਹਿਣ ਲੱਗਿਆ ਕੋਈ ਸ਼ਰਮ ਨਹੀਂ। ਅੱਜ ਦੀ ਡੇਟ 'ਚ ਵੀ ਉਹ ਕਹਿੰਦੇ ਮਾਂ ਕਪੱਤੀ ਤੇ ਪੁੱਜਾ ਕੁੱਤਾ ਕੱਜੀ। ਮਾਂ ਕਹਿੰਦੇ ਕਪੱਤੀ ਹੋਵੇ ਨਾ, ਤੇ ਜੇ ਸਿਆਣੇ ਪੁੱਤ ਹੋਣ ਤੇ ਕਹਿੰਦੇ ਕੱਜ ਲੈਂਦੇ ਉਹਨੂੰ। ਐਡੀ ਵੱਡੀ ਗੱਲ ਹੈ, ਕਿਉਂਕਿ ਮਾਂ ਬਹੁਤ ਉੱਚਾ ਉਹਦਾ। ਕਹਿੰਦੇ ਮਾਂ ਜਾਰਨੀ ਵੀ ਹੋਵੇ ਤੇ ਪੁੱਤਾਂ ਨਹੀਂ ਚਿਤਾਰਨੀ, ਮਾਂ ਮਾੜੀ ਵੀ ਹੋਵੇ ਉਹਨੂੰ ਪੁੱਤਾਂ ਨੂੰ ਚਿਤਾਰਨਾ ਨਹੀਂ ਚਾਹੀਦਾ। ਬੜੀ ਵੱਡੀ ਗੱਲ ਆ। ਇਹ ਖਾਨਾਂ 'ਚ ਲਿਖੀ, ਆਪਣੇ ਖਾਨ ਪੰਜਾਬੀ ਖਾਨਾਂ ਦੇ ਵਿੱਚ ਲਿਖੀ ਆ, ਮਾਂ ਜਾਰਨੀ ਪੁੱਤਾਂ ਨਹੀਂ ਚਿਤਾਰਨੀ। ਮਾਂ ਮਾੜੀ ਵੀ ਹੋਵੇ ਨਾ ਤੇ ਮਾਂ ਇਹ ਖਾਣ ਦੇ ਵਿੱਚ ਹੈਗੀ ਆ, ਤੇ ਬੜੀ ਵੱਡੀ ਗੱਲ ਹੈ। ਮਾਂ ਦਾ ਉਹਦਾ ਬਹੁਤ ਉੱਚਾ, ਬਹੁਤ ਵੱਡਾ। ਮਾਂ ਦਾ ਕਿਉਂ ਉਹਦਾ ਉੱਚਾ ਹੈ? ਪ੍ਰਕਿਰਤੀ ਵੀ ਸਾਡੀ ਮਾਂ ਵਾ, ਉਹਦਾ ਛੋਟਾ ਜਿਹਾ ਰੂਪ ਇੱਕ ਮਾਂ ਤੇ ਸਾਡੇ ਘਰ ਜਿਹੜੀ ਰਹਿੰਦੀ। ਖਾਸ ਕਰਕੇ ਮੇਰੀ ਜ਼ਿਆਦਾ ਕੋਸ਼ਿਸ਼ ਹੈ 2-3 ਰਿਸ਼ਤਿਆਂ ਤੇ ਹੀ ਹੈ, ਜ਼ਿਆਦਾ ਨਹੀਂ ਖਿਲਾਰਾ ਪਾਉਂਦਾ। ਇੱਕ ਮਾਂ ਪਿਓ, ਇੱਕ ਪੁੱਤ, ਇੱਕ ਪਤਨੀ। ਇਹ 3 ਰਿਸ਼ਤੇ ਮੈਂ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਸਾਂਭੋ ਜ਼ਰੂਰ। ਬੜੇ ਪਿਆਰੇ ਰਿਸ਼ਤੇ ਨੇ, ਔਰ ਤੁਹਾਡੀ ਜ਼ਿੰਦਗੀ 'ਚ 3 ਰਿਸ਼ਤੇ ਖਾਸ ਨੇ। ਪਲੀਜ਼ ਇਹਨਾਂ ਦੀ ਤੁਸੀਂ ਟੇਕ ਕੇਅਰ ਕਰਨੀ ਹੈ।
ਬਾਕੀ ਹੋਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਬਾਹਰ ਜਾਓ, ਉਹ ਵੀ ਸਹੀ ਹੋ ਜਾਣੇ ਆ। ਜੇ ਤੁਸੀਂ ਇਹ 3 ਰਿਸ਼ਤੇ ਤੁਸੀਂ ਚੰਗੀ ਤਰ੍ਹਾਂ ਨਿਭਾ ਦਿੱਤੇ ਨਾ, ਇਹ ਕਾਫੀ ਇੰਪੋਰਟੈਂਟ ਰਿਸ਼ਤੇ ਨੇ। ਔਰ ਖਾਸ ਕਰਕੇ ਬੰਦਾ ਇੱਥੇ ਹੀ ਵੀਕ ਹੈ, ਕਿਉਂਕਿ ਇਹ ਫਾਊਂਡੇਸ਼ਨ ਹੈ। ਇੱਕ ਮਾਂ ਦੇ ਪੇਟ 'ਚ ਜਦੋਂ ਬੱਚਾ ਪੈਦਾ ਹੁੰਦਾ ਹੈ, ਕਿੱਦਾਂ ਉਹ ਟੇਕ ਕੇਅਰ ਕਰਦੀ ਹੈ, ਔਰ ਆਉਣ ਵਾਲੇ ਫਿਊਚਰ 'ਚ ਉਹ ਬੱਚਾ ਜਦੋਂ ਉਸ ਮਾਂ ਨੂੰ ਛੱਡ ਕੇ, ਮੈਂ ਨਹੀਂ ਕਹਿੰਦਾ ਠੀਕ ਹੈ ਲਾਈਫ ਦਾ ਮਤਲਬ ਹੈ ਤਰੱਕੀ ਕਰਨਾ, ਪਰ ਜਦੋਂ ਅਸੀਂ ਰੱਬ ਵੱਲ ਸਾਈਡ ਵਾਲੇ ਜਾਂਦੇ ਹਾਂ ਨਾ, ਪਰਮਾਤਮਾ ਦੀ ਗੱਲ ਕਰਦੇ ਹਾਂ, ਤੇ ਪਰਮਾਤਮਾ ਨੇ ਪਹਿਲਾ ਸਵਾਲ ਇਹ ਕਰਨਾ ਹੈ ਕਿ ਤੂੰ ਰੈਲੀ ਆਪਣੇ ਮਾਂ ਪਿਓ ਦੀ ਰਿਸਪੈਕਟ ਕੀਤੀ ਹੈ। ਉਹ ਬੜਾ ਇੰਪੋਰਟੈਂਟ ਸਵਾਲ ਹੈ ਨਜਰ ਸਾਹਿਬ, ਇਹ ਤੁਸੀਂ ਵੀ ਇਸ ਚੀਜ਼ ਨੂੰ ਅੰਡਰਸਟੈਂਡ ਕਰਦੇ ਜੋ। ਉਹ ਕਹਿੰਦਾ ਕਿ ਜਿਹੜੇ ਚੀਜ਼ ਨੇ ਤੈਨੂੰ ਪੈਦਾ ਕੀਤਾ ਹੈ, ਜੇ ਤੂੰ ਉੱਥੇ ਫੇਲ ਹੋ ਗਿਆ ਤੇ ਤੂੰ ਸੱਚੀ ਇਸ ਲਾਇਕ ਹੈਗਾ ਕਿ ਤੂੰ ਮੇਰੇ ਕੋਲ ਆ ਜਾਏਗਾ। ਨਜਰ ਸਾਹਿਬ ਤੁਸੀਂ ਐਗਰੀ ਕਰਦੇ ਹੋ ਨਾ ਮੇਰੇ ਨਾਲ? ਬਿਲਕੁਲ 100% ਜੀ। ਹਾਂ ਦੇਖੋ, ਇਹ ਮਾਈਂਡ ਨਹੀਂ ਕਰਨਾ ਮੇਰਾ, ਪਰ ਮੇਰੇ ਸਵਾਲ ਨਿੱਜੀ ਨੇ, ਬੜੇ ਬੜੇ ਛੋਟੇ। ਮੈਂ ਤੁਹਾਨੂੰ ਘਰ ਤੋਂ ਬਾਹਰ ਨਹੀਂ ਜਾਣ ਦੇਵਾਂਗਾ, ਪਹਿਲਾਂ ਮੈਂ ਤੁਹਾਨੂੰ ਘਰ ਹੀ, ਕਿਉਂਕਿ ਉੱਥੇ ਜ਼ਿਆਦਾ ਵਰਕ ਕਰਨਾ ਪੈਣਾ ਆਪਾਂ ਨੂੰ। ਉਹ ਕਹਿੰਦੇ ਕਿ ਜਿਹੜਾ ਤੈਨੂੰ ਪੈਦਾ ਕਰ ਰਿਹਾ ਹੈ, ਤੁਸੀਂ ਪਤਾ ਨਾ ਸਰਵਣ ਦਾ ਨਾਮ ਸੁਣਿਆ ਨਾ? ਸਰਵਣ, ਛੋਟੇ ਹੁੰਦੇ ਆਪਾਂ ਕਹਾਣੀਆਂ ਸੁਣੀਆਂ। ਸਰਵਣ ਨੇ ਆਪਣੇ ਮਾਂ ਪਿਓ ਨੂੰ ਚੁੱਕੀ ਫਿਰਦੇ ਸੀ, ਉਹ ਫਿਰ ਉਹਨੂੰ ਇੱਕ ਸ਼ਿਕਾਰੀ ਸੀ, ਉਹਨੂੰ ਤੀਰ ਮਾਰਤਾ, ਸਰਵਣ ਮਰ ਗਿਆ। ਤੇ ਉਹ ਮਾਂ ਪਿਓ ਕਹਿੰਦੇ ਕਿ ਭਈ ਸਾਡਾ ਪੁੱਤ ਕਿੱਥੇ ਲਿਆ, ਤੂੰ ਸਾਡਾ ਪੁੱਤ ਸਾਹਮਣੇ ਦੇ। ਉਹ ਕਹਿੰਦਾ ਪੁੱਤ ਤੇ ਮੇਰੇ ਤੋਂ ਮਾਰਿਆ ਗਿਆ। ਉਹ ਕਹਿੰਦਾ ਉਹ ਤੇ ਸਾਨੂੰ ਤੀਰਥਾਂ ਸਥਾਨਾਂ ਦੀ ਯਾਤਰਾ ਕਰਾਉਂਦੇ ਆ। ਆਪ ਇਤਿਹਾਸ ਨੂੰ ਅਸੀਂ ਪਤਾ ਕੀ ਕਰਦੇ, ਅਸੀਂ ਹੋਰ ਤਰੀਕੇ ਨਾਲ ਸੋਚਦੇ। ਇਤਿਹਾਸ ਕੀ ਕਹਿੰਦਾ ਹੈ ਕਿ ਸਰਵਣ ਪੁੱਤ ਹੋਣਾ ਪਊਗਾ ਸਾਨੂੰ। ਸਰਵਣ ਪੁੱਤ ਇਹ ਨਹੀਂ ਕਿ ਲੋਕਾਂ ਨੂੰ ਦਿਖਾਵੇ ਲਈ, ਇਹ ਐਕਚੁਅਲੀ ਸਾਡੀ ਰਿਸਪੌਂਸਿਬਿਲਿਟੀ ਆ। ਮਾਂ ਪਿਓ ਸਾਡੇ ਤੋਂ ਕੁਛ ਨਹੀਂ ਚਾਹੁੰਦੇ, ਪਿਆਰ। ਕੋਈ ਵੀ ਮਾਂ ਪਿਓ ਤੁਹਾਡੇ ਤੋਂ ਰਿਕੁਆਇਰਮੈਂਟ ਥੋੜੀ ਹੈਗੀ ਉਹਨਾਂ ਦੀ ਕੋਈ ਕਿ ਤੁਹਾਡੇ ਤੋਂ ਕੁਛ ਚਾਹੁੰਦੇ ਆ, ਕੁਛ ਵੀ ਨਹੀਂ ਚਾਹੁੰਦੇ। ਬਸ ਉਹ ਕਹਿੰਦੇ ਆ ਕਿ ਸਾਨੂੰ ਅੰਡਰਸਟੈਂਡ ਕੀਤਾ ਜਾਵੇ, ਸਾਨੂੰ ਸਮਝਿਆ ਜਾਵੇ। ਠੀਕ ਆ, ਗੁਲਾਬ ਦਾ ਫੁੱਲ ਵੀ ਬੜੀ ਵਧੀਆ ਚੀਜ਼ ਹੈ, ਉਹਦੇ ਨਾਲ ਥੋੜੇ ਕੰਡੇ ਵੀ ਲੱਗੇ ਹੁੰਦੇ, ਪਰ ਜੇ ਆਪਾਂ ਕਹੀਏ ਕਿ ਆਪਾਂ ਨੂੰ ਗੁਲਾਬ ਦਾ ਫੁੱਲ ਹੀ ਚਾਹੀਦਾ, ਕੰਡੇ ਨਹੀਂ ਚਾਹੀਦੇ, ਤੇ ਉਹ ਫਿਰ ਕੋਈ ਇਨਸਾਫ ਤੇ ਨਹੀਂ ਨਾ ਹੋਇਆ ਨਜਰ ਸਾਹਿਬ। ਬਿਲਕੁਲ ਹੈ ਨਾ। ਉਹ ਕੁਦਰਤ ਨੇ ਇੱਕ ਐਸਾ ਫੁੱਲ ਬਣਾਇਆ, ਉਹਦੇ ਨਾਲ ਕੰਡੇ ਲਾਏ ਆ। ਆਪ ਜਸਟ ਸੋਚੋ, ਦੁਨੀਆ ਤੇ ਕਿੰਨੇ ਕਿਸਮ ਦੇ ਫੁੱਲ ਆ, ਪਰ ਗੁਲਾਬ ਦੇ ਫੁੱਲ ਵਰਗਾ ਫੁੱਲ ਕੋਈ ਨਹੀਂ ਜੇ। ਪਰ ਉਹਦੀ ਇੱਕ ਕੰਡੀਸ਼ਨ ਹੈ, ਉਹਦੇ ਨਾਲ ਕੰਡੇ ਲੱਗੇ ਹੋਏ ਨੇ। ਕੁਦਰਤ ਉਹਨੂੰ ਬਿਨਾਂ ਕੰਡਿਆਂ ਤੋਂ ਵੀ ਪੈਦਾ ਕਰ ਸਕਦੀ ਸੀ, ਪਰ ਉਹਨੂੰ ਕੰਡੇ ਕਿਉਂ ਲਾਏ ਆ? ਉਹ ਕੇਵਲ ਸਾਨੂੰ ਸਮਝਾਉਣ ਦੇ ਲਈ। ਜਿਸ ਇਨਸਾਨ ਦੇ ਵਿੱਚ ਚੰਗੇ ਗੁਣ ਨੇ, ਉਹ 'ਚ 2-4 ਔਗਣ ਵੀ ਨੇ, ਔਰ ਤੁਹਾਨੂੰ ਉਹਨੂੰ ਟੁਗੈਦਰ। ਹੁਣ ਇਹ ਤੇ ਨਹੀਂ ਆਪਾਂ ਕਹਿ ਸਕਦੇ ਕਿ ਮੈਂ ਘਰੇ ਗੁਲਾਬ ਦਾ ਫੁੱਲ ਉਗਾਉਣਾ ਚਾਹਾਂ ਤੇ ਮੈਂ ਕਹਾਂ ਨਿੱਜਰ ਸਾਹਿਬ ਕੰਡੇ ਨਹੀਂ ਚਾਹੀਦੇ। ਬਿਲਕੁਲ। ਆਪ ਜਸਟ ਸੋਚੋ, ਕੁਦਰਤੀ ਮਤਲਬ ਤੇ ਉਹੀ ਹੈ ਨਾ ਕਿ ਤੈਨੂੰ ਵੀਰੇ ਦੋਨੋਂ ਲੈਣੇ ਪੈਣੇ ਆ, ਹਨਾ? ਬਿਲਕੁਲ। ਪਰ ਉਹਦੇ ਵਿੱਚ ਇੱਕ ਇੰਪੋਰਟੈਂਟ ਗੱਲ, ਬੜੀ ਇੱਕ ਸਭ ਤੋਂ ਇੰਪੋਰਟੈਂਟ ਗੱਲ ਹੈ, ਜੋ ਮੇਰੀ ਆਪਣੀ ਛੋਟੀ, ਮੇਰਾ ਇੱਕ ਦ੍ਰਿਸ਼ਟੀਕੋਣ ਹੈ, ਇੱਕ ਚਰਨਜੀਤ ਦਾ ਛੋਟਾ ਜਿਹਾ ਦ੍ਰਿਸ਼ਟੀਕੋਣ ਹੈ। ਹੁਣ 100 ਕੰਡਾ ਲੱਗਾ, ਪਰ ਉਹਨੂੰ ਜੇ ਇੱਕ ਫੁੱਲ ਲੱਗਾ ਤੇ ਫੁੱਲ ਦੀ ਜਗ੍ਹਾ ਉਹਨੂੰ ਕੰਡੇ ਦਿਖਦੇ ਆ, ਤੇ ਅਸੀਂ ਨੈਗੇਟਿਵ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਹਾਂ, ਜੇ ਕੋਈ ਮੈਨੂੰ ਉੱਥੇ ਕੰਡੇ ਦਿਖਦੇ ਪਏ ਨਾ, ਫਿਰ ਫੁੱਲ 'ਚ ਉਹਦੇ ਬੂਟੇ 'ਚ ਕੋਈ ਕਸੂਰ ਨਹੀਂ, ਮੇਰੀ ਦ੍ਰਿਸ਼ਟੀ 'ਚ ਕਸੂਰ ਹੈ, ਕਿਉਂਕਿ ਮੈਨੂੰ ਕੰਡੇ ਦਿਖਾਈ ਦੇ ਰਹੇ ਨੇ। ਤੇ ਜੇ ਮੈਂ ਥੋੜਾ ਜਿਹਾ ਪੋਜ਼ਿਟਿਵ ਹਾਂ, ਮੈਨੂੰ ਉਹਦਾ ਫੁੱਲ ਦਿਖਾਈ ਦੇਣਾ ਚਾਹੀਦਾ। ਠੀਕ ਹੈ। ਇਸੇ ਤਰ੍ਹਾਂ ਇਨਸਾਨ ਆ, ਉਹਦੇ 'ਚ ਚੰਗੇ ਗੁਣ ਵੀ ਹੁੰਦੇ ਆ ਤੇ ਮਾੜੇ ਗੁਣ ਵੀ ਹੁੰਦੇ ਆ, ਪਰ ਆਪਾਂ ਜਦੋਂ ਉਹਦੇ ਕੰਡਿਆਂ ਨੂੰ ਇਗਨੋਰ ਕਰਦੇ ਹਾਂ ਔਰ ਉਹਦੇ ਫੁੱਲਾਂ ਨੂੰ ਵੇਖਦੇ ਹਾਂ, ਤੇ ਜਿਉਣਾ ਸਾਨੂੰ ਆਉਂਦਾ ਹੈ, ਜਿਉਣ ਦੀ ਕਲਾ ਆਉਂਦੀ ਹੈ। ਹੁਣ ਜਿੱਥੇ ਆਪਾਂ ਘਰ 'ਚ ਰਹਿੰਦੇ ਹਾਂ ਜਾਂ ਜੋਬ ਕਰਦੇ ਹਾਂ, ਜੇ ਆਪਾਂ ਉਹਦੀ ਪੋਜ਼ਿਟਿਵ ਚੀਜ਼ ਨਹੀਂ ਵੇਖਦੇ ਪਏ, ਆਪਾਂ ਨੈਗੇਟਿਵ ਹੀ ਵੇਖੀ ਜਾਂਦੇ ਹਾਂ, ਤੇ ਬੋਝ ਬਣ ਜਾਣਾ ਜੀਵਨ, ਬੜਾ ਔਖਾ ਜੇ, ਫਿਰ ਬਹੁਤ ਔਖਾ ਹੋ ਜਾਊਗਾ। ਹੁਣ ਵੇਖੋ ਤੁਸੀਂ, ਦਰਬਾਰ ਸਾਹਿਬ ਸ਼ਹੀਦੀ ਲੋਕੀ ਸਾਰਾ ਦਿਨ ਰੋਟੀਆਂ ਪਕਾਉਂਦੀਆਂ, ਉਹ ਔਰਤਾਂ ਥੱਕਦੀਆਂ ਨਹੀਂ ਆ। ਕਿਉਂ ਨਹੀਂ ਥੱਕਦੀਆਂ? ਮਨ 'ਚ ਸ਼ਰਧਾ ਵਾ ਕਿ ਅਸੀਂ ਪ੍ਰਮਾਤਮਾ ਦੇ ਲਈ ਸੇਵਾ ਕਰ ਰਹੇ ਹਾਂ। ਉਹ ਸਾਡਾ ਗੁਰੂ, ਜੋ ਸਾਡਾ ਪ੍ਰਮਾਤਮਾ ਹੈਗਾ, ਅਸੀਂ ਉਹਦੇ ਲਈ ਆਪਣੇ ਆਪ ਨਾਲ ਕੁਝ ਸਮਾਂ ਅਰਪਣ ਕੀਤਾ ਹੈ, ਔਰ ਉਹਦੀ ਹਾਜ਼ਰੀ 'ਚ ਬੈਠੇ ਹਾਂ। ਉਹ ਸਾਡੀ ਹਾਜ਼ਰੀ, ਸਾਡੀ ਸੇਵਾ ਨੂੰ ਕਬੂਲ ਕਰ ਰਿਹਾ।
ਨਿੱਜਰ ਸਾਹਿਬ ਇਸੇ ਕਰਕੇ ਆਪਾਂ ਥੱਕਦੇ ਨਹੀਂ। ਔਰ ਜੀਵਨ ਨੂੰ ਵੀ ਜੇਕਰ ਆਪਾਂ ਸੋਚਦੇ ਹਾਂ ਕਿ ਮੈਂ ਚਰਨਜੀਤ ਲਈ ਜਾਂ ਨਿੱਜਰ ਸਾਹਿਬ ਲਈ ਕੰਮ ਕਰ ਰਹੇ ਹਾਂ ਤੇ ਫਿਰ ਥੱਕ ਜਾਂਦੇ ਆਪਾਂ। ਤੇ ਜਦੋਂ ਅਸੀਂ ਸੋਚਦੇ ਹਾਂ ਕਿ ਪ੍ਰਮਾਤਮਾ ਨੇ ਮੇਰੀ ਸੇਵਾ ਲਾਈ ਹੈ, ਚਾਹੇ ਪਿਓ ਦੇ ਰੂਪ 'ਚ, ਚਾਹੇ ਭੈਣ ਦੇ ਰੂਪ 'ਚ, ਚਾਹੇ ਭਰਾ ਦੇ ਰੂਪ 'ਚ, ਤੇ ਨਿੱਜਰ ਸਾਹਿਬ ਸਾਰੀ ਜ਼ਿੰਦਗੀ ਕੰਮ ਕਰ ਲਿਓ, ਤੁਸੀਂ ਥੱਕੋਗੇ ਨਹੀਂ। ਬਹੁਤ ਵਧੀਆ ਜੀ। ਹਾਂ, ਪਰ ਦੇਖਣ ਦਾ ਨਜ਼ਰੀਆ ਜੀ। ਹਾਂ, ਕਈ ਵਾਰੀ ਆਪਾਂ ਇਹ ਹੁੰਦੇ ਹਾਂ, ਨਿਸ਼ੁਕਰੀਏ ਹਾਂ, ਆਪਾਂ ਇਹ ਸੋਚਦੇ ਹਾਂ ਕਿ ਮੇਰੀ ਕੈਪੇਬਿਲਿਟੀ, ਮੇਰੀ ਕੁਆਲੀਫਿਕੇਸ਼ਨ ਬਹੁਤ ਜ਼ਿਆਦਾ ਹੈ ਤੇ ਮੈਨੂੰ ਵੱਡੀ ਨੌਕਰੀ ਮਿਲਣੀ ਚਾਹੀਦੀ। ਪਰ ਉਦੋਂ ਇੱਕ ਸਮਾਂ ਹੈ, ਪਲੀਜ਼ ਆਪ ਥੱਲੇ ਵੇਖੋ, ਲੋਕਾਂ ਕੋਲ ਉਹ ਚੀਜ਼ ਨਹੀਂ ਹੈ ਜੋ ਸਾਡੇ ਨੂੰ ਰੱਬ ਨੇ ਬਲੈਸ ਕੀਤੀ ਆ। ਤੁਸੀਂ ਦੇਖੋ ਨਾ, ਲੋਕਾਂ ਦੇ ਕਾਫੀ ਟਾਈਟ ਹਾਲਾਤ ਨੇ ਅੱਜ। ਕਿਉਂ ਆ? ਆਪਾਂ ਇਸ ਕਰਕੇ ਦੁਖੀ ਨਹੀਂ ਆ ਸਾਡੇ ਕੋਲ ਕੀ ਚੀਜ਼ ਨਹੀਂ ਆ, ਆਪਾਂ ਇਸ ਕਰਕੇ ਦੁਖੀ ਆ ਕਿ ਸਾਡੇ ਦੂਜੇ ਰਿਸ਼ਤੇਦਾਰਾਂ ਕੋਲ ਕਿਉਂ ਚੀਜ਼ ਹੈਗੀ ਹੈ। ਤੋ ਇਹ ਸੋ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਇਹ ਸਾਡੀ ਜ਼ਿੰਦਗੀ 'ਚ ਅਸ਼ਾਂਤੀ ਪੈਦਾ ਕਰਦੀਆਂ ਨੇ। ਉਸ ਤੋਂ ਆਪਾਂ ਬਾਣੀ ਦੀ ਉਚਾਰਨ ਕਰਦੇ ਹਾਂ। ਨਿੱਜਰ ਸਾਹਿਬ ਆਪ ਦੱਸੋ ਜੀ, ਇਹ ਕੀ ਕਹਿੰਦੀ ਹੈ ਬਾਣੀ? ਹਾਂਜੀ, ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਹਿਰਦੈ ਵਿਚਾਰ। ਬਿਨ ਸਤ ਸਤੀ ਕੈਸੇ ਹੋਏ ਨਾਰ, ਐਗਜ਼ਾਮਪਲ ਲਿਆ ਹੈ ਸਤੀ ਦਾ ਭਾਈ ਕਿ ਜਿਹੜਾ ਹੈਗਾ ਆਪਣੇ ਪਤੀ ਨੂੰ ਜਿਹੜੀ ਜੀਵ ਇਸ ਤਰੀਕੇ ਦੇ ਨਾਲ ਮਿਲ ਸਕਦੀ ਆ, ਉਸ ਮਾਲਕ ਪਰਮਾਤਮਾ ਨੂੰ, ਜਦ ਕਿ ਉਹਦੇ ਨਾਲ ਮਾਲਕ ਪਰਮਾਤਮਾ ਦੇ ਨਾਲ ਉਹਦਾ ਪਿਆਰ ਹੀ ਨਹੀਂ ਹੈਗਾ। ਬਿਨ ਸਤ ਸਤੀ ਦਾ ਮਤਲਬ ਇੱਥੇ ਹੈਗਾ ਭਾਈ ਕਿਵੇਂ ਇਨਸਾਨ ਜਿਹੜਾ ਹੈਗਾ ਜਦ ਉਹ ਇਨਸਾਨ ਜਿਹੜਾ ਹੈਗਾ, ਉਹ ਪ੍ਰਾਣ ਸ਼ਕਤੀ ਜਿਹੜੀ ਮਿਲੀ ਹੋਈ ਆ ਆਪਾਂ ਨੂੰ, ਉਹ ਪੂਰੇ ਦਿਨ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਦੁਨਿਆਵੀ ਪਦਾਰਥ ਜਿਹੜੇ ਹੈਗੇ ਉਹਦੇ ਨਾਲ ਹੀ ਪਿਆਰ ਪਾਇਆ ਹੋਇਆ ਆ, ਉਹਦੇ ਨਾਲ ਹੀ ਪੂਰੀ ਪ੍ਰਾਣ ਸ਼ਕਤੀ ਉਸੇ ਪਾਸੇ ਨੂੰ ਆਪਾਂ ਲਾ ਰਹੇ ਹਾਂ। ਤੇ ਮਾਲਕ ਵੱਲ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਪਿਆਰ ਬਣ ਜਾਏਗਾ ਭਾਈ। ਮਾਲਕ ਦੇ ਨਾਲ ਤਾਂ ਪਿਆਰ ਹੈ ਹੀ ਨਹੀਂ ਹੈਗਾ, ਉਹ ਤਾਂ ਦਿਖਾਵਾ ਹੀ ਹੈਗਾ। ਔਰ ਗਿਆਨੀਆਂ ਨੂੰ ਕਹਿ ਰਹੇ ਭਾਈ, ਗਿਆਨੀਆਂ ਨੂੰ, ਪੰਡਿਤ ਦੇਖੋ ਹਿਰਦੇ ਵਿਚਾਰ। हे ਪੰਡਿਤ, हे ਗਿਆਨੀ, ਤੂੰ ਸੋਚ ਤਾਂ ਸਹੀ, ਤੂੰ ਇਸ ਪਾਸੇ ਦਾਵਾ ਕਰ ਰਿਹਾ ਇਸ ਪਾਸੇ ਚੱਲਣ ਦਾ, ਮਾਲਕ ਪਰਮਾਤਮਾ ਦੇ ਨਾਲ ਭਗਤੀ ਕਰਨ ਦਾ, ਮਾਲਕ ਦੇ ਨਾਲ ਜੋੜ ਕਰਨ ਦਾ। ਤੂੰ ਤੇਰਾ ਟਾਰਗੇਟ ਬਣਾਇਆ ਤੂੰ, ਉਹ ਟਾਰਗੇਟ ਵੱਲ ਨੂੰ ਤਾਂ ਤੂੰ ਜਾਂਦਾ ਹੀ ਨਹੀਂ ਆ। ਤੇਰੀ ਸਾਰੀ ਐਨਰਜੀ, ਸਾਰਾ ਸਰੀਰ, ਸਾਰਾ ਜੋ ਕੁਛ ਵੀ ਤੇਰੇ ਕੋਲ ਹੈਗਾ ਉਹ ਤਾਂ ਸਵਾਦਾਂ ਦੇ ਵਿੱਚ ਆ। ਔਰ ਤੂੰ ਜਿਹੜਾ ਹੈਗਾ ਸਿਰਫ ਜਿਹੜਾ ਹੈਗਾ ਸਵਾਦਾਂ ਨੂੰ, ਜਿਹੜਾ ਮਾਇਆ ਨੂੰ ਜਿਹੜਾ ਟਾਰਗੇਟ ਬਣਾਇਆ ਹੋਇਆ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਤੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ, ਬੜੀ ਗਹਿਰੀ ਗੱਲ ਕੀਤੀ ਆ। ਆਪ ਦੋ ਹੀ ਤੁਕਾਂ ਨੂੰ ਪੜ੍ਹਦੇ ਜੋ ਤੇ ਕਾਫੀ ਜ਼ਿਆਦਾ ਗਿਆਨ ਪ੍ਰਾਪਤ ਹੋ ਜਾਂਦਾ। ਪਹਿਲਾਂ ਕਿਹਾ ਬਿਨ ਸਤ ਸਤੀ, ਕਿਤੇ ਸਤੀ ਹੋਣਾ ਇੱਕ ਮਤਲਬ, ਸਤੀ ਦਾ ਮਤਲਬ ਇਹ ਸੀ ਕਿ ਮੇਰਾ ਪਤੀ ਜਿਹੜਾ ਹੈ ਉਹ ਸੰਸਾਰ ਤੋਂ ਜਾ ਚੁੱਕਿਆ ਹੈ ਔਰ ਮੇਰਾ ਵੀ ਹੁਣ ਕੋਈ ਜੀਣ ਦਾ ਕੋਈ ਮਕਸਦ ਨਹੀਂ ਹੈ। ਹਾਂ, ਮਤਲਬ ਮੈਂ ਪਤੀ ਦੇ ਨਾਲ ਹੀ ਜਾਣਾ ਪਸੰਦ ਕਰਦੀ ਹਾਂ, ਇਹ ਹੈ ਸੱਤ ਦਾ ਮਤਲਬ। ਸੱਤ ਹੁਣ ਸਤੀ ਹੋ ਗਈ। ਹੁਣ ਕਹਿੰਦੇ ਇੱਕ ਤੇ ਸਤੀ ਹੋਣਾ, ਇੱਕ ਸੱਤ ਦੇ ਨਾਲ ਸਤੀ ਹੋਣਾ। ਇੱਕ ਤੇ ਮੈਂ ਚਰਨਜੀਤ, ਤੁਸੀਂ ਮੇਰੇ ਧੌਣ 'ਚ ਪਾਇਆ ਰਸਾ, ਤੁਸੀਂ ਕਹੇ ਚਰਨਜੀਤ ਚੱਲ ਵੀ ਤੇਰਾ ਘਰ ਦਾ ਮਰ ਗਿਆ ਤੇ ਤੈਨੂੰ ਵੀ ਨਾਲ ਹੀ ਮਾਰ ਦੇਣਾ। ਇਹ ਤੇ ਮਜਬੂਰੀ ਹੋ ਗਈ। ਬਸ। ਪਰ ਜੇ ਚਰਨਜੀਤ ਖੁਦ ਹੀ ਸਤੀ ਹੋਣ ਨੂੰ ਤਿਆਰ ਹੈ ਤੇ ਬੜੀ ਵੱਡੀ ਗੱਲ। ਦਿਲੋਂ, ਸਮਾਜ ਲਈ ਨਹੀਂ, ਪਖੰਡ ਨਹੀਂ, ਹਿਪੋਕ੍ਰੇਸੀ ਨਹੀਂ, ਜਿੱਦਾਂ ਆਮ ਲੋਕੀ ਆਪਾਂ ਕਰਦੇ ਨਾ, ਆਪਾਂ ਪਖੰਡ ਕਰਦੇ ਹਾਂ। ਆਪਾਂ ਕੀ ਕਰਦੇ ਹਾਂ, ਆਪਾਂ ਕੋਈ ਵੀ ਕੰਮ ਕਰਦੇ ਹਾਂ ਤੇ ਆਪਾਂ ਕਹਿੰਦੇ ਲੋਕੀ ਕੀ ਕਹਿਣਗੇ। ਆਪਾਂ ਜੀਵਨ ਜਿਹੜਾ ਜੀ ਰਹੇ ਨਾ, ਬਹੁਤ ਹਿਪੋਕ੍ਰੇਸੀ ਹੈ, ਬਹੁਤ ਜ਼ਿਆਦਾ ਪਖੰਡ। ਖਾਸ ਕਰਕੇ 98% ਜਿਹੜਾ ਜੀਵਨ ਆ ਸਾਡਾ ਲੋਕਾਂ ਦੇ ਲਈ ਹੁੰਦਾ। ਕੱਪੜਾ ਵੀ ਪਾਉਂਦੇ ਆ, ਲੋਕੀ ਕੀ ਕਹਿਣਗੇ, ਗੱਡੀ ਲੈਂਦੇ ਆ, ਲੋਕੀ ਕਹਿਣਗੇ, ਘਰ ਬਣਾਉਂਦੇ ਆ, ਸਾਰੀਆਂ ਗੱਲਾਂ ਜਿਹੜੀਆਂ ਨਾ ਸਾਡੀਆਂ ਮੋਸਟਲੀ ਲੋਕਾਂ ਨੂੰ ਇੰਪ੍ਰੈਸ ਕਰਨ ਦੇ ਚੱਕਰ 'ਚ ਹੁੰਦੀਆਂ ਨੇ। ਇੱਥੇ ਕਹਿੰਦੇ ਨੇ ਕਿ ਬਿਨ ਸਤ ਸਤੀ, ਸਤੀ ਤੇ ਕਹਿ ਸਕਦੇ ਸੀ ਡਾਇਰੈਕਟ, ਪਰ ਸਤ ਸਤੀ ਕਿਹਾ ਉਹਨਾਂ ਨੇ। ਸਤ ਦਾ ਮਤਲਬ ਸੱਚੀ ਸਤੀ ਤੇ ਹੋਏ ਕੈਸੀ ਨਾਲ। ਹੁਣ ਜਿੱਦਾਂ ਚਿਰ ਆਪਾਂ ਧਰਮ ਦੀ ਗੱਲ ਤੇ ਕਰਦੇ ਹਾਂ, ਪਰ ਪਖੰਡ ਵੀ ਤਾਂ ਬੜਾ ਚੱਲਦਾ ਹੈ ਨਾ ਕਿ ਅਸਲੀ ਸੱਚੀ ਆਪਾਂ ਸੱਚੇ ਹੀ ਧਾਰਮਿਕ ਇਨਸਾਨ ਹੋਣਾ ਚਾਹੁੰਦੇ। ਤੇ ਜੇਕਰ ਆਪਾਂ ਨਹੀਂ ਹੋ ਰਹੇ ਤੇ ਕੈਸੀ ਨਾਲ, ਉਹ ਕਹਿੰਦੇ ਕਿਹੋ ਜਿਹਾ ਭਗਤ ਹੋਊਗਾ ਕੋਈ। ਉਹ ਤੇ ਫਿਰ ਹਿਪੋਕ੍ਰੇਸੀ ਆ, ਪਖੰਡ ਆ। ਹਾਂ, ਚਰਨਜੀਤ ਬਾਹਰੋਂ ਕੱਪੜੇ ਪਾ ਕੇ ਆਪਣੇ ਆਪ ਨੂੰ ਪੋਲਿਸ਼ ਕਰ ਸਕਦਾ ਹੈ,
ਪਰ ਉਹਦੇ ਨਾਲ ਨਿੱਜਰ ਸਾਹਿਬ ਪ੍ਰਭਾਵਿਤ ਹੋ ਜਾਣਗੇ। ਮਾਤਾ ਜਿਹੜੀ ਨਿੱਜਰ ਸਾਹਿਬ ਦੀ ਮਾਤਾ ਕਰਦੀ ਹੈ ਉਹ ਪ੍ਰਭਾਵਿਤ ਹੋ ਸਕਦੀ ਹੈ, ਪਰ ਪਰਮਾਤਮਾ ਨਹੀਂ ਇਹ ਚੀਜ਼ ਨੂੰ ਪਸੰਦ ਕਰਦਾ, ਕਿਉਂਕਿ ਉਹ ਸਮਾਜ ਨੂੰ ਅਟਰੈਕਟ ਕਰ ਸਕਦਾ। ਮੈਂ ਲੋਕਾਂ ਨੂੰ ਬਹੁਤ ਚੰਗਾ ਲੱਗੂਗਾ, ਲੋਕੀ ਤੇ ਮੈਨੂੰ ਕਹਿਣਗੇ ਵੀ ਵਾਹ ਵੀ ਵਾਹ, ਬੜਾ ਸੋਹਣਾ ਪੰਡਿਤ ਹੈ, ਕਿੱਡੀ ਚੋਟੀ ਬਣਾਈ ਹੈ ਇਹਨੇ, ਔਰ ਵੇਖੋ ਭੰਗਵੇਂ ਕੱਪੜੇ ਪਾਏ ਹੋਏ ਨੇ, ਉਹ ਥੱਲੇ ਵੇਖੋ ਨੰਗੇ ਪੈਰੀ ਤੁਰੇ ਫਿਰਦਾ ਹੈ, ਰੋਟੀ ਕਿਤੇ ਇੱਥੋਂ ਮੰਗਦਾ ਕਿਤੇ ਉੱਥੋਂ ਮੰਗਦਾ। ਪਰ ਉਹ ਸੱਚੀ ਉਹ ਮੈਂ ਸੱਚਾ ਵਾਂ, ਮੈਂ ਉਹ ਪ੍ਰੈਕਟੀਕਲ ਹੈਗਾ ਵਾਂ, ਜੋ ਮੈਂ ਗੱਲਾਂ ਦਿਖਾ ਰਿਹਾ ਲੋਕਾਂ ਨੂੰ, ਇਹ ਲੋਕਾਂ ਲਈ ਮੈਂ ਦਿਖਾ ਕੇ ਉਸ ਚੀਜ਼ ਨੂੰ ਪ੍ਰਭਾਵਿਤ ਕਰ ਰਿਹਾ ਕਿ ਸੱਚੀ ਉਹ ਪਰਮਾਤਮਾ ਦੀ ਨਜ਼ਰ 'ਚ ਵੀ ਉਹਦੀ ਇੱਕ ਵੈਲਿਊ ਹੈਗੀ ਨਿੱਜਰ ਸਾਹਿਬ। ਬਿਲਕੁਲ। ਦੇਖ ਲਓ ਉਹ ਤਾਂ ਖਾਲੀ ਜਿਹੜਾ ਹੈਗਾ ਸਵਾਦਾਂ ਤੇ ਤਾਂ ਕੰਟਰੋਲ ਹੀ ਨਹੀਂ ਹੈ, ਨਾ ਅੱਖਾਂ ਤੇ ਕੰਟਰੋਲ ਹੈ, ਨਾ ਕੰਨਾਂ ਤੇ ਕੰਟਰੋਲ ਹੈ, ਨਾ ਜੀਭ ਤੇ ਕੰਟਰੋਲ ਹੈ, ਨਾ ਇੰਦਰੀ ਤੇ ਕੰਟਰੋਲ ਹੈ। ਬਿਲਕੁਲ ਪੂਰੀ ਪ੍ਰਾਣ ਸ਼ਕਤੀ ਉੱਧਰ ਜਾ ਰਹੀ ਹੈ। ਇਹ ਲੋਕ ਦਿਖਾਵਾ, ਬਾਹਰੋਂ ਲੋਕ ਦਿਖਾਵਾ ਹੋ ਰਿਹਾ। ਹਾਂ, ਉਹਨੂੰ ਕਹਿੰਦੇ ਸੀ ਨਾ, ਕੋਈ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਸੀ ਨਾ ਕਿ ਪੰਡਿਤ ਨੂੰ ਕਿ ਵੀ ਤੂੰ ਆਪਣੀਆਂ ਅੱਖਾਂ ਨੂੰ, ਤੂੰ ਆਪਣੇ ਕੰਨਾਂ ਨੂੰ, ਤੂੰ ਆਪਣੇ ਮੂੰਹ ਨੂੰ, ਤੂੰ ਆਪਣੇ ਨੱਕ ਨੂੰ, ਤੂੰ ਆਪਣੀਆਂ ਇੰਦਰੀਆਂ ਨੂੰ, ਤੂੰ ਆਪਣੇ ਪੈਰਾਂ ਨੂੰ, ਤੂੰ ਆਪਣੇ ਹੱਥਾਂ ਨੂੰ ਜਨੇਊ ਪਾਈ। ਹਾਂ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਅੱਖੀ, ਕਿਸੇ ਪਾਸੇ ਤਾਂ ਤੱਗ ਹੈ ਹੀ ਨਹੀਂ। ਹਾਂ, ਇੱਥੇ ਉਹ ਗੱਲ ਆ ਰਹੀ ਕਿ ਸੱਚੀ ਦਾ ਮਤਲਬ ਕਿ ਸੱਚੀ ਤੂੰ ਪ੍ਰੈਕਟੀਕਲੀ ਹੈ ਵਾ ਕੁਛ ਕਿ ਜਾਂ ਹਿਪੋਕ੍ਰੇਸੀ ਹੈ, ਜੇ ਕਿਤੇ ਪਖੰਡ ਤੇ ਨਹੀਂ ਕਰ ਰਿਹਾ। ਜੇ ਪਖੰਡ ਕਰ ਰਿਹਾ ਤੇ ਅੱਗੇ ਜਵਾਬ ਦੇਣਗੇ। ਹਾਂਜੀ ਨਿੱਜਰ ਸਾਹਿਬ, ਤੂੰ ਵਿਚਾਰ ਕੀਤਾ? ਕਹਿੰਦੇ ਤੂੰ ਵਿਚਾਰ ਕੀਤਾ? ਬਿਲਕੁਲ। ਤੂੰ ਸੋਚਿਆ? ਤੂੰ ਕਿਸੇ ਨੂੰ ਨਹੀਂ, ਕਿਸੇ ਨੂੰ ਤੇ ਗੱਲ ਨਹੀਂ ਕਰਦੇ। ਉਹ ਕਹਿੰਦੇ ਆ ਕਿ ਆ ਦੇਖੋ, ਇਹ ਕੋਈ ਫਾਰਸੀ ਤੇ ਨਹੀਂ ਲਿਖੀ, ਪੰਜਾਬੀ ਲਿਖੀ ਹੈ ਨਾ, ਪੰਡਿਤ ਦੇਖ ਹਿਰਦੇ ਵਿਚਾਰ। ਕਹਿੰਦੇ ਤੂੰ ਹਿਰਦੇ ਦੇ ਹਿਰਦੇ ਚ ਆਪਣੇ ਤੂੰ ਵਿਚਾਰ ਕਰਦਾ, ਤੂੰ ਆਪਣੇ ਅੰਦਰ ਤੇਰੇ ਵਿਚਾਰ ਚੱਲਦੇ ਨੇ, ਤੂੰ ਸਾਰਾ ਕੁਛ ਸੋਚਦਾ। ਤੈਨੂੰ ਜੇ ਦੁਕਾਨ ਖਰੀਦਦਾ ਹੈ, ਤੂੰ ਕੱਪੜੇ ਖਰੀਦਦਾ ਹੈ, ਤੈਨੂੰ ਸਾਰਾ ਪਤਾ ਹੈ ਕਿ ਕੱਪੜਾ ਕਿੱਦਾਂ ਦਾ, ਰੰਗ ਕਿੱਦਾਂ ਦਾ ਵਾ। ਪਰ ਧਾਰਮਿਕ ਦੇ ਰਿਸ਼ਤੇ ਤੇ ਤੂੰ ਜਦੋਂ ਤੂੰ ਰਸਤੇ ਤੇ ਚੱਲਦਾ ਹੈ, ਤੂੰ ਕਿਹਦੇ ਤੇ ਵਿਚਾਰ ਕੀਤੀ? ਤੂੰ ਸੱਚੀ ਸਤੀ ਹੋ ਰਿਹਾ, ਅਸਲੀ ਕਿ ਨਕਲੀ? ਹਾਂਜੀ ਨਿੱਜਰ ਸਾਹਿਬ, ਪਹਿਲਾਂ ਤਾਂ ਵੀਰ ਜੀ ਆਪਾਂ ਜਿਹੜੇ ਹੈਗੇ ਆ ਧਰਮ ਦੇ ਰਸਤੇ ਦੇ ਉੱਤੇ ਤਾਂ ਦੂਸਰੇ ਦੇ ਉੱਤੇ ਛੱਡ ਦਿੰਨੇ ਆ ਬਸ, ਇੱਥੇ ਤਾਂ ਵਿਚਾਰ ਕਰਦੇ ਹੀ ਨਹੀਂ ਆਪਾਂ। ਪਰ ਨਿੱਜਰ ਸਾਹਿਬ ਉਹ ਤੇ ਕਹਿੰਦੇ ਸਾਡੇ ਤੇ ਮੋਹਰ ਲੱਗੀ ਆ, ਕੀ ਕਿਹਾ ਜਾਵੇ? ਹੁਣ ਜਿੱਦਾਂ ਦਾ ਬ੍ਰੇਨ ਵਾਸ਼ ਕੀਤਾ ਹੈ, ਹੁਣ ਮੈਨੂੰ ਸਭ ਦਾ ਮੋਹਰ ਜਿਹਨੇ ਲਾਈ ਉਹਦੇ ਆਪਣੇ ਮੋਹਰ ਲੱਗੀ ਹੈ। ਬਿਲਕੁਲ ਇਹੀ ਗੱਲ ਹੈ। ਬਿਲਕੁਲ, ਜੇ ਇਹਦੇ ਆਪਣੀ ਮੋਹਰ ਲੱਗੀ ਹੋਏ ਤੇ ਨਿੱਜਰ ਸਾਹਿਬ ਉਹ ਤੇ ਦਵਾਈਆਂ ਦਵੇ ਕਿ ਮੇਰੇ ਕੋਲ ਨਾ ਆਇਓ, ਮੇਰੇ ਪੱਲੇ ਕੁਛ ਨਹੀਂ ਆ। ਹਾਂ, ਬਹੁਤ ਵਧੀਆ। ਅਤੇ ਜਿਹੜਾ ਬੰਦਾ ਆਪ ਝੂਠ ਬੋਲਣ ਦਿਆ ਕਿ ਮੇਰੇ ਮੋਹਰ ਲੱਗੀ ਹੈ, ਮੈਂ ਤੁਹਾਡੇ ਵੀ ਲਾ ਦਿੰਦਾ, ਸਮਝ ਲਓ ਕਿ ਉਹ ਪਰਮਾਤਮਾ ਦੇ ਘਰ ਕਿੱਡਾ ਵੱਡਾ ਪਾਪੀ ਹੋ। ਹਾਂਜੀ ਨਿੱਜਰ ਸਾਹਿਬ, ਪ੍ਰੀਤ ਬਿਨਾ ਕੈਸੇ ਬਦੇ ਸਨੇਹ, ਕਹਿੰਦੇ ਪਿਆਰ ਤੋਂ ਬਗੈਰ, ਪ੍ਰੀਤ ਤੋਂ ਬਗੈਰ, ਖਿੱਚ ਤੋਂ ਬਗੈਰ ਕਹਿੰਦੇ ਤੇਰਾ ਪਿਆਰ ਪੈ ਹੀ ਨਹੀਂ ਸਕਦਾ ਮਾਲਕ ਪਰਮਾਤਮਾ ਦੇ ਨਾਲ। ਜਬ ਲਗ ਰਸ ਤਬ ਲਗ ਨਹੀਂ ਨਿਹ ਰਹਾਓ, ਕਹਿੰਦੇ ਤੇਰਾ ਪਿਆਰ ਤਾਂ ਸਵਾਦਾਂ ਦੇ ਨਾਲ ਆ ਮਿੱਤਰਾ। ਤੂੰ ਝੂਠ ਕਿਹਦੇ ਨਾਲ ਬੋਲ ਸਕਦਾ ਹੈ? ਤੂੰ ਖੁਦ ਸੋਚ ਆਪਣੇ ਆਪ ਨੂੰ ਵੀ ਕੀ ਕਰਦਾ ਹੈ ਤੂੰ ਸਾਰੇ ਦਿਨ 'ਚ, ਤੇਰੇ ਸਵਾਸ ਕਿੱਧਰ ਨੂੰ ਜਾਂਦੇ ਆ, ਤੇਰੀ ਪ੍ਰਾਣ ਸ਼ਕਤੀ ਕਿੱਥੇ ਕਿੱਥੇ ਲਾਉਣਾ ਹੈ ਦੇਖ। ਤੂੰ ਮੈਕਸੀਮਮ ਦੇਖ ਲੈ 24 ਘੰਟੇ ਆ, 24 ਘੰਟੇ ਇੱਕ ਦਿਨ ਵਿਚਾਰ ਕੇ ਦੇਖ, 24 ਘੰਟੇ ਕਿੱਥੇ ਸਪੈਂਡ ਕਰਦਾ ਹੈ ਤੂੰ? ਪ੍ਰੀਤ ਬਿਨਾ ਕੈਸੇ ਬਦੇ ਸਨੇਹ, ਜਬ ਲਗ ਰਸ ਤਬ ਲਗ ਨਹੀਂ ਨਿਹ ਰਹਾਓ। ਹਾਂਜੀ ਵੀਰ ਜੀ, ਹਾਂਜੀ। ਇੱਥੇ ਬਾਣੀ ਆਪਾਂ ਨੂੰ ਇਹ ਸਮਝਾਉਣਾ ਕਰ ਰਹੀ ਆ ਕਿ ਤੇਰੇ ਅੰਦਰ ਯਾਦ ਤੇ ਹੈ ਹੀ ਨਹੀਂ, ਯਾਦ ਸ਼ਕਤੀ ਤੇ ਹੈ ਹੀ ਨਹੀਂ। ਇੱਕ ਨਿੱਜਰ ਸਾਹਿਬ ਕਿਸੇ ਨੂੰ ਆਪਾਂ ਪਿਆਰ ਕਰਦੇ ਹਾਂ ਤੇ ਉਹਦੀ ਯਾਦ ਆਉਂਦੀ ਹੈ ਨਾ, ਯਾਦ ਤੇਰੀ ਸ਼ਕਤੀ ਨਹੀਂ ਆ। ਤੇ ਜੇ ਯਾਦ ਨਹੀਂ ਹੈਗਾ ਤਾਂ ਪਿਆਰ ਮਾਂ ਦਾ ਸਿਰ ਹੈ। ਹਾਂ, ਕਿਹੜਾ ਪਿਆਰ ਹੈ? ਤੂੰ ਕਿਹੜਾ ਪਿਆਰ ਦੀ ਗੱਲ ਕਰ? ਤੇਰੇ ਅੰਦਰ ਯਾਦ ਹੀ ਨਹੀਂ ਹੈਗੀ। ਤੂੰ ਯਾਦ ਕਰੇ ਤੇ ਤੈਨੂੰ ਡਰ ਆਵੇ। ਬਿਲਕੁਲ ਡਰ ਆਵੇ, ਪਰ ਯਾਦ ਤੇਰੀ ਯਾਦ ਤੇ ਪਰਮਾਤਮਾ ਹੈ ਨਹੀਂ ਆ। ਹਾਂ, ਉਹ ਤੂੰ ਜ਼ਰੂਰ ਹੈ ਲੋਕਾਂ ਨੂੰ ਦਿਖਾਉਣ ਦੇ ਲਈ, ਜਾਂ ਆਪਣੇ ਮਨ ਨੂੰ ਨਹੀਂ ਕਹਿ ਸਕਦਾ ਮੈਂ, ਆਪਣੀ ਸੁਰਤੀ ਨੂੰ ਸਮਝਾਉਣ ਦੇ ਲਈ ਕਿ ਹਾਂ ਮੈਂ ਧਾਰਮਿਕ ਸਥਾਨਾਂ ਤੇ ਜਾਂਦਾ, ਮੈਂ ਕਥਾ ਸੁਣਦਾ, ਮੈਂ ਕਹਾਣੀਆਂ ਸੁਣਦਾ, ਮੈਂ ਪਾਠ ਵੀ ਪੜ੍ਹਦਾ। ਉਹਨੂੰ ਅੰਦਰੋਂ ਆਵਾਜ਼ ਆਉਂਦੀ ਹੈ ਨਿੱਜਰ ਸਾਹਿਬ ਆਪਣੇ। ਬਿਲਕੁਲ ਗੋਰਖੀ ਸਾਹਿਬ, ਦੇਖੋ ਬਾਣੀ ਜਿਹੜੀ ਤਿੰਨ ਅੱਖਰ ਆਉਂਦੇ ਆ ਬਾਣੀ ਦੇ ਵਿੱਚ, ਇੱਕ ਜਪ ਆਉਂਦਾ ਹੈ, ਇੱਕ ਸਿਮਰਨ ਆਉਂਦਾ ਹੈ, ਇੱਕ ਧਿਆਨ ਆਉਂਦਾ ਹੈ। ਕਹਿੰਦੇ ਤੂੰ, ਤੇਰੇ ਅੰਦਰ ਹੈ ਯਾਦ ਮਾਲਕ ਪਰਮਾਤਮਾ ਦੀ, ਤੂੰ ਮਾਲਕ ਨੂੰ ਜਪ ਰਿਹਾ ਹੈ, ਮਾਲਕ ਨੂੰ ਪੁਕਾਰ ਰਿਹਾ ਹੈ, ਮਾਲਕ ਨੂੰ ਯਾਦ ਕਰ ਰਿਹਾ ਹੈ, ਸਮਰਨ ਹੈਗਾ ਤੈਨੂੰ ਮਾਲਕ ਵੀ ਤੈਨੂੰ ਮਾਲਕ ਜਿਹੜਾ ਹੈਗਾ, ਤੇਰਾ ਟਾਰਗੇਟ ਜਿਹੜਾ ਹੈਗਾ ਸਮਰਨ ਹੋ ਗਿਆ, ਤੇਰਾ ਧਿਆਨ ਲੱਗ ਗਿਆ ਉਸ ਪਾਸੇ ਨੂੰ ਤੂੰ ਆਪਣੇ ਸਵਾਸ, ਆਪਣੀ ਪ੍ਰਾਣ ਸ਼ਕਤੀ ਲਾਉਣ ਲੱਗ ਗਿਆ ਹੈ। ਆਹੀ ਤਿੰਨ ਚੀਜ਼ਾਂ ਹੈਗੀਆਂ, ਜਪ, ਸਿਮਰਨ ਤੇ ਧਿਆਨ। ਬਿਲਕੁਲ ਹੈ ਨਹੀਂ ਗਾ।
ਆਹ ਕਹਿੰਦੇ ਗਿਆਨ ਧਿਆਨ ਕੁਛ ਕਰਮ ਨਾ ਜਾਣਾ। ਹਾਂ, ਗਿਆਨ ਵੀ ਨਹੀਂ ਪਤਾ ਮੈਨੂੰ, ਧਿਆਨ ਦਾ ਵੀ ਨਹੀਂ ਪਤਾ, ਕੁਛ ਕਰਮ ਨਾ ਜਾਣਾ। ਕਰਮ ਦਾ ਮਤਲਬ ਆਪਾਂ ਜਿਹੜੇ ਕਰਮ ਕਰਦੇ ਹਾਂ, ਤੇ ਉਹ ਬਾਣੀ ਵੀ ਉਹ ਕਹਿੰਦੀ ਜਪ ਤਪ ਤੇ ਸਿਮਰਨ ਦਾ ਨਹੀਂ ਪਤਾ। ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਅੱਗੇ ਗੱਲ ਕਰਦੇ ਨੇ, ਯਾਦ ਸ਼ਕਤੀ ਬੜੀ ਤਕੜੀ ਹੈ। ਯਾਦ ਦਾ ਮਤਲਬ ਸਮਝਦੇ ਹੋ? ਕਦੇ ਸਧਾਰਨ ਨਾ ਲੈ ਲਿਓ, ਬੜਾ ਵੱਡੀ ਗੱਲ ਹੈ। ਮੈਂ ਘਰ ਨਹੀਂ ਹੈਗਾ, ਪਰ ਮੇਰੇ ਬੱਚਿਆਂ ਨੂੰ ਪਤਾ ਹੈ ਕਿ ਪਾਪਾ ਜੀ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਮੰਨ ਲਓ, ਜਸਟ ਸਮਝਾਉਣ ਦੇ ਲਈ। ਇੱਥੋਂ ਪਰਮਾਤਮਾ ਲਈ ਗੱਲ ਨੂੰ ਮੋੜਦੇ। ਪਰਮਾਤਮਾ ਦੀ ਯਾਦ ਕਿ ਚਰਨਜੀਤ ਉਹ ਤਾਂ ਠੱਗੀ ਨਹੀਂ ਮਾਰਨੀ। ਤੇ ਜੇ ਗੱਲ ਮੈਨੂੰ ਯਾਦ ਹੈ ਨਾ, ਤਾਂ ਬੜੀ ਵੱਡੀ ਗੱਲ ਹੈ। ਜਦੋਂ ਮੈਨੂੰ ਯਾਦ ਹੀ ਕੋਈ ਨਹੀਂ, ਸਾਰਾ ਦਿਨ ਮੈਂ ਠੱਗੀਆਂ ਮਾਰਨੇ ਆ, ਸਾਰਾ ਦਿਨ ਹੀ ਮੈਂ ਕੁਕਰਮ ਕਰਦੇ ਆ, ਤੇ ਫਿਰ ਉੱਥੇ ਯਾਦ ਨਹੀਂ ਹੈਗੀ। ਸਹੀ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਇਹੀ ਗੱਲ ਕਹਿ ਰਹੇ। ਜਬ ਲਗ ਰਸ ਤਬ ਲਗ ਨਹੀਂ ਨੇ। ਤੂੰ ਤਾਂ ਠੱਗੀਆਂ ਮਾਰ ਰਿਹਾ, ਤੇਰੇ ਕੋਲ ਤਾਂ ਰਸ ਕਸ ਹੈ, ਤੇਰੇ ਕੋਲ ਸਵਾਦ ਚਾਹੀਦੇ ਆ। ਤੇਰੀ ਯਾਦ ਕਿੱਥੇ ਹੈ? ਤੈਨੂੰ ਮਾਲਕ ਦੀ ਯਾਦ ਕਿੱਥੇ ਆ? ਹਾਂ, ਕਹਿੰਦੇ ਜਿੱਦਾਂ ਤੱਕ ਪ੍ਰੀਤ ਨਹੀਂ ਆ। ਪ੍ਰੀਤ ਦਾ ਮਤਲਬ ਯਾਦ। ਜਦੋਂ ਯਾਦ ਹੋਵੇ ਤੇ ਭੈ, ਉਹਨੂੰ ਕਹਿੰਦੇ ਭਉ ਦੇ ਵਿੱਚ ਜੀਵਨ ਬਤੀਤ ਕਰਨਾ। ਪਰਮਾਤਮਾ ਭਉ, ਭਉ ਦਾ ਮਤਲਬ ਹੈ ਕਿ ਨਿੱਜਰ ਸਾਹਿਬ ਚਰਨਜੀਤ ਦਾ ਕੋਈ ਖੌਫ ਨਹੀਂ, ਤੁਹਾਨੂੰ ਆਪਣੇ ਆਪ ਤੇ ਇੱਕ ਪਹਿਰੇਦਾਰ ਬਣ ਕੇ ਬਹਿਣਾ ਪੈਣਾ। ਬੜੀ ਵੱਡੀ ਗੱਲ ਹੈ। ਉਹ ਇੱਕ ਤੇ ਹੁੰਦਾ ਨਾ ਖੌਫ ਹੋਣਾ ਵਾ। ਜਿੱਦਾਂ ਆਪਾਂ ਸਰਕਾਰ ਦੇ ਤੌਰ ਤੇ ਗਏ ਸੜਕ ਤੇ, ਮੈਂ ਚਲਾ ਗਿਆ ਤੇ ਮੈਂ ਜੀ ਰੈੱਡ ਲਾਈਟ ਕ੍ਰਾਸ ਕੀਤੀ, ਚਲੋ ਜੀ ਚਰਨਜੀਤ ਨੂੰ ਫਾਈਨ ਲਾਓ। ਹੁਣ ਉੱਥੇ ਮੈਂ ਰੁਕ ਗਿਆ। ਕਿਉਂ ਰੁਕ ਗਿਆ? ਅੰਦਰੋਂ ਮੇਰਾ ਦਿਲ ਕਰਦਾ ਕਿ ਰੈੱਡ ਲਾਈਟ ਕ੍ਰਾਸ ਕਰਦਾ, ਪਰ ਮੈਂ ਕਿਉਂ ਰੁਕਿਆ? ਕਿਉਂਕਿ ਉੱਥੇ ਮੈਨੂੰ ਫਾਈਨ ਪਊਗਾ। ਪਰ ਭਾਉ ਦਾ ਮਤਲਬ ਹੈਗਾ ਚਰਨਜੀਤ ਫਾਈਨ ਨਹੀਂ ਪੈਣਾ। ਤੇ ਘਰੇ ਬੈਠਾ ਭੁਲਿਆ, ਇੱਥੇ ਤੇ ਕੋਈ ਸਰਕਾਰੀ ਲਾਈਟਾਂ ਹੀ ਕੋਈ ਨਹੀਂ ਹੈਗੀਆਂ, ਪਰ ਇੱਥੇ ਤੈਨੂੰ ਯਾਦ ਹੋਣੀ ਚਾਹੀਦੀ ਪਰਮਾਤਮਾ ਦੀ। ਉਹ ਤੈਨੂੰ ਕਹਿੰਦਾ ਪਿਆ ਕੋਈ ਨੀ ਹੈਗਾ ਤੇਰੇ ਕਮਰੇ 'ਚ ਤੇ ਬੈਠਾ, ਨਾ ਤੇਰੀ ਘਰ ਦੀ, ਨਾ ਤੇਰਾ ਘਰ ਦਾ, ਨਾ ਤੇਰਾ ਮੁੰਡਾ, ਨਾ ਤੇਰਾ ਪਿਓ, ਕੋਈ ਨੀ ਹੈਗਾ, ਤੂੰ ਇਕੱਲਾ ਬੈਠਾ ਹੀ ਆ, ਤੂੰ ਸਿੰਗਲ ਆ, ਤੂੰ ਬਾਹਰ ਗਿਆ। ਪਰ ਭਾਉ ਦੇ ਵਿੱਚ ਰਹਿਣਾ। ਉੱਥੇ ਭਾਉ ਦੇ ਵਿੱਚ ਮਤਲਬ ਕਿਹਦਾ ਭਾਉ ਆ? ਪਰਮਾਤਮਾ ਦਾ ਭਾਉ ਕਿ ਉਹ ਸੱਚੀ ਮੈਨੂੰ ਕਹਿੰਦਾ ਪਿਆ। ਪ੍ਰੀਤ ਦਾ ਮਤਲਬ ਇੱਥੇ ਬੜੀ ਗੱਲ ਗਹਿਰੀ ਜੇ। ਸੱਚੀ ਸਤੀ ਹੋਣ ਦਾ ਮਤਲਬ ਕਿ ਮੇਰਾ ਜੀਵਨ ਦਾ ਜਿਹੜਾ ਇੱਕ ਇੱਕ ਛਣ ਆ ਨਿਜਰ ਸਾਹਿਬ, ਉਹ ਪਰਮਾਤਮਾ ਦੀ ਨਜ਼ਰ 'ਚ ਆ, ਉਹਦੀ ਹਜ਼ੂਰੀ 'ਚ ਮੈਂ ਅਰਪਣ ਕਰਨਾ ਹੈ। ਇਹ ਨਹੀਂ ਆ ਕਿ ਚਰਨਜੀਤ ਨੇ ਸਮਝਿਆ ਕਿ ਗੁਰਦੁਆਰੇ 'ਚ, ਮੰਦਿਰ 'ਚ, ਮਸਜਿਦ 'ਚ ਉਹ ਪਰਮਾਤਮਾ ਬੈਠਾ ਹੈ। ਪਰਮਾਤਮਾ 24 ਘੰਟੇ ਮੇਰੇ ਨਾਲ ਆ ਔਰ ਮੈਨੂੰ ਵੇਂਦਾ ਪਿਆ। ਭਾਉ ਦਾ ਮਤਲਬ ਤੇ ਇਹੋ ਹੀ ਹੈ ਨਿਜਰ ਸਾਹਿਬ। ਹਾਂਜੀ ਗਿੱਚਦੀ। ਹਾਂ, प्रीत बिना कैसे बदे स्नेह, जब लग रस तब लग नहीं नेह रहाओ, साहन सत करे जी अपने। शाहन मतलब ਜਿਹੜਾ ਇੱਕ ਸ਼ਾਹ ਹੈਗਾ ਤੇ ਇੱਕ ਜਿਹੜੀ ਹੈ ਸ਼ਾਨੀ ਹੈਗੀ ਭਾਈ ਮਾਇਆ। ਕਹਿੰਦੇ ਤੇਰਾ ਤਾਂ ਤੇਰੀ ਪ੍ਰੀਤ ਤਾਂ ਮਾਇਆ ਦੇ ਨਾਲ ਹੈਗੀ ਆ, ਬਿਲਕੁਲ ਸੱਚੀ ਪ੍ਰੀਤ ਆ ਤੇਰੀ ਮਾਇਆ ਦੇ ਨਾਲ, ਜੀ ਦੇ ਨਾਲ ਆ, ਅੰਦਰੋਂ ਤੇਰੀ ਪ੍ਰੀਤ ਆ ਮਾਇਆ ਦੇ ਨਾਲ, ਸ਼ਾਨੀ ਦੇ ਨਾਲ। ਸ਼ਾਹਨ ਸਤ ਕਰੇ ਜੀ ਆਪਣੇ। ਉੱਥੇ ਨਹੀਂ ਅਵੇਸਲਾ ਹੁੰਦਾ ਵਾ, ਉਸੇ ਭਾਵੇਂ ਜਿੰਨਾ ਮਰਜ਼ੀ ਥੱਕਿਆ ਟੁੱਟਿਆ ਹੋਏ, ਤੂੰ ਜਿਹੜਾ ਹੈਗਾ ਉਹ ਮਾਇਆ ਦੇ ਨਾਲ ਜਿਹੜੇ ਹੈਗੇ ਆ ਉੱਥੇ ਪ੍ਰਾਣ ਸ਼ਕਤੀ ਲਾਉਣੀ। ਸ਼ਾਹਨ ਸਤ ਕਰੇ ਜੀ ਆਪਣੇ, ਸੋ ਰਮਈਏ ਕੋ ਮਿਲੇ ਨਾ ਸੁਪਨੇ। ਕਹਿੰਦੇ ਫਿਰ ਮਾਲਕ ਨੂੰ ਕਿਵੇਂ ਮਿਲੇਗਾ? ਮਾਲਕ ਇੰਨਾ ਜਿਹੜਾ ਹੈਗਾ, ਮਾਲਕ ਤਾਂ ਜਿਹੜਾ ਹੈਗਾ ਸਾਰੀ ਦੁਨੀਆ ਤੋਂ ਸਿਆਣਾ ਹੈਗਾ, ਉਹ ਤਾਂ ਅੰਤਰਜਾਮੀ ਹੈਗਾ। ਤੇਰੇ ਬਗੈਰ ਜਿਹੜੇ ਹੈਗੇ ਤੇਰੇ ਅੰਦਰ ਤੇਰੇ ਵਿਚਾਰ ਹੀ ਪੜ੍ਹ ਲੈਂਦਾ ਹੈ। ਤੇਰੇ ਤੂੰ ਹੁਣ ਕੀ ਵਿਚਾਰ ਕਰੇਗਾ ਇਹ ਵੀ ਉਹਨੂੰ ਪਤਾ ਹੈਗਾ। ਉਹਦੇ ਨਾਲ ਕਿਵੇਂ ਮਿਲ ਪਏਗਾ ਭਾਈ? ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇੱਕ ਨਾ ਮੈਂ ਤੁਹਾਨੂੰ ਕਹਾਣੀ ਸੁਣਾਉਂਦਾ। ਕੋਈ ਨਦੀ ਸੀ, ਉਹ ਬਹੁਤ ਪ੍ਰਚੰਡ ਧਾਰਾ ਸੀ। ਇਹ ਪੁਰਾਣੀ ਕਹਾਣੀ ਆ, ਕੇਵਲ ਸਮਝਾਉਣ ਦੀ ਗੱਲ ਕੀਤੀ। ਤੇ ਉਹ ਕਹਿੰਦੇ ਨਦੀ ਨੂੰ ਮੋੜ ਦਿੱਤਾ ਜਾਵੇ, ਇਹਦਾ ਬਹਾਵ ਨੂੰ ਮੋੜ ਦਿੱਤਾ ਜਾਵੇ, ਕਿਸੇ ਸਾਈਡ ਨੂੰ ਚੇਂਜ ਕਰ ਦਿੱਤਾ ਜਾਵੇ। ਉੱਥੇ ਇੱਕ ਪੰਡਿਤ ਵੀ ਬੈਠਾ ਸੀ, ਇੱਕ ਰਾਜਾ ਬੈਠਾ ਸੀ, ਇੱਕ ਵੇਸਵਾ ਬੈਠੀ ਸੀ, ਦੇਹ ਵਪਾਰ ਕਰਨ ਵਾਲੀ। ਤੇ ਰਾਜੇ ਨੂੰ ਕਿਹਾ ਤੂੰ ਮੋੜ ਦੇਂਗਾ? ਕਿੱਦਾਂ, ਮੇਰੇ ਤੋਂ ਨਹੀਂ ਮੋੜਨੀ। ਪੰਡਿਤ ਨੂੰ ਕਿਹਾ, ਪੰਡਿਤ ਕਹਿੰਦਾ ਤੇਰੇ ਤੋਂ ਕਿੱਦਾਂ, ਮੇਰੇ ਤੋਂ ਨਹੀਂ ਮੋੜਨੀ। ਉਹ ਵੇਸਵਾ ਨੂੰ ਕਿਹਾ ਕਿ ਵੇਸਵਾ ਕਹਿੰਦੀ ਮੈਂ ਮੋੜ ਦੇਣੀ। ਨਿੱਜਰ ਸਾਹਿਬ, ਤੂੰ ਵੇਸਵਾ ਵਾ, ਤੂੰ ਇੱਕ ਆਪਣਾ ਤਨ ਵੇਚਣ ਵਾਲੀ ਔਰਤ ਆ,
ਕਿ ਤੂੰ ਕਿੱਦਾਂ ਮੋੜ ਸਕਦੀ। ਉਹਨੇ ਸੱਚੀ ਗੱਲ ਕਹੀ, ਨੇ ਨਦੀ ਨੂੰ ਹੁਕਮ ਦਿੱਤਾ ਜੀ, ਨਦੀ ਦਾ ਰੁੱਖ ਮੁੜ ਗਿਆ। ਕਹਿੰਦੀ ਗਾਹਕ ਮੇਰੇ ਜੀਵਨ ਚ ਜਿਹੜਾ ਵੀ ਮੇਰੇ ਆਉਂਦਾ ਹੈ, ਮੇਰੇ ਦਰ ਤੇ ਆਉਂਦਾ ਹੈ, ਮੈਂ ਭੇਦਭਾਵ ਨਹੀਂ ਕਰਦੀ ਕਿ ਅਮੀਰ ਹੈ ਜਾਂ ਗਰੀਬ ਹੈ। ਜੋ ਵੀ ਮੇਰੀ ਕੀਮਤ ਦੇ ਕੇ ਆ ਜਾਂਦਾ ਹੈ ਨਿੱਜਰ ਸਾਹਿਬ, ਮੈਨੂੰ ਉਸੇ ਰੂਪ ਹੀ ਮਿਲਦੀ ਆ ਜਿੱਦਾਂ ਮੈਂ ਇੱਕ ਰਾਜੇ ਨੂੰ ਮਿਲਦੀ। ਮੇਰਾ ਇੱਕ ਕਾਨੂੰਨ ਆ, ਮੇਰੀ ਮਤਲਬ ਕਿ ਇੱਕ ਸਟੈਂਡਰਡ ਆ। ਤੇ ਮੇਰਾ ਸਰੀਰ ਮੈਂ ਬੇਸ਼ੱਕ ਆਪਣੀ ਜੀਵਨ ਨੂੰ ਵੇਚ ਰਹੀ ਹਾਂ, ਪਰ ਮੇਰਾ ਈਮਾਨ ਪੂਰਾ ਹੈ। ਹੁਣ ਇੱਥੇ ਬਾਣੀ ਆਪਾਂ ਨੂੰ ਇਹ ਕਹਿ ਰਹੀ ਆ ਕਿ ਪ੍ਰੀਤ ਦੇ ਬਿਨਾਂ ਜਿਹੜਾ ਵਾ, ਜਦ ਤੱਕ ਅਸੀਂ ਪ੍ਰੀਤ ਨਹੀਂ ਕਰ ਰਹੇ, ਇਹ ਤੇ ਨਿੱਜਰ ਸਾਹਿਬ ਆਪਾਂ ਫੋਕਟ ਹੀ ਕਰਮ ਲੋਕਾਂ ਨੂੰ ਕਰਕੇ ਦਿਖਾ ਰਹੇ ਹਾਂ। ਨਿੱਜਰ ਸਾਹਿਬ ਪ੍ਰੀਤ ਹੁੰਦੀ ਹੈ ਦਿਲ ਦੀ। ਅਸੀਂ ਅੰਦਰੋਂ ਅਸੀਂ ਕੀ ਆ, ਅੰਦਰੋਂ ਡਿਮਾਂਡ ਕੀ ਹੈ। ਨਿੱਜਰ ਸਾਹਿਬ ਇੱਕ ਤੇ ਹੁੰਦਾ ਨਾ ਬਾਹਰੋਂ, ਮੈਂ ਹੁੰਦਾ ਨਾ ਬਾਹਰੋਂ ਕਰ ਰਿਹਾ ਤੇ ਇੱਕ ਹੁੰਦਾ ਮੈਂ ਅੰਦਰੋਂ ਕਰਮ ਕਰਦਾ। ਉਹ ਬੜਾ ਹੀ ਵੱਡੀ ਗੱਲ ਹੈ। ਉਹ ਕਹਾਣੀਕਾਰ ਇਹ ਲਿਖਦਾ ਹੈ ਕਿ ਉਸ ਔਰਤ ਨੇ ਇਹ ਕਿਹਾ ਕਿ ਨਦੀ ਨੂੰ ਕਿਹਾ ਮੁੜ ਦੇ, ਤੇ ਉਹ ਸੱਚੀ ਗੱਲ ਏਡੀ ਹੀ ਭਗਤ ਸੀ, ਉਹ ਨਦੀ ਮੁੜ ਗਈ। ਨਿੱਜਰ ਸਾਹਿਬ ਇਤਿਹਾਸ ਇਹ ਗਵਾਹ ਵਾ। ਚਲੋ ਜੋ ਵੀ ਉਹ ਇੱਕ ਗੱਲਾਂ ਸਮਝਾਉਣ ਦੀਆਂ ਗੱਲਾਂ ਕੀਤੀਆਂ ਨੇ ਕਿ ਇਨਸਾਨ ਜਿਹੜਾ ਹੁੰਦਾ ਹੈ ਉਹ ਦਿਲੋਂ ਕਿੱਦਾਂ ਦਾ। ਹੁਣ ਜਦ ਤੱਕ ਆਪਾਂ ਦਿਲੋਂ ਨਹੀਂ ਨਾ ਨਿੱਜਰ ਸਾਹਿਬ ਉਹ ਚੀਜ਼ ਵੱਲ ਤੁਰਦੇ, ਉਹਨਾਂ ਚਿਰ ਤੱਕ ਆਪਾਂ ਸੱਚੀ ਨਹੀਂ ਬਣ ਸਕਦੇ। ਆਪਾਂ ਇੱਕ ਅਧੂਰੇ ਬਣ ਸਕਦੇ ਹਾਂ। ਹਾਂ ਠੀਕ ਹੈ, ਅਧੂਰੇ ਬਣ ਕੇ ਆਪਾਂ ਸਮਾਜ 'ਚ ਚੰਗੀ ਇੱਜ਼ਤ ਪਾ ਸਕਦੇ ਹਾਂ, ਲੋਕੀ ਸਾਨੂੰ ਬਹੁਤ ਲਾਈਕ ਕਰਨਗੇ, ਪਰ ਉਹਦੀ ਡਿਮਾਂਡ ਨਿੱਜਰ ਸਾਹਿਬ ਪਰਮਾਤਮਾ ਦੇ ਦਰ ਤੇ ਨਹੀਂ ਹੈ। ਜਦੋਂ ਸਾਨੂੰ ਪਰਮਾਤਮਾ ਦੇ ਸਾਹਮਣੇ ਅਰਪਣ ਹੋਣਾ ਪੈਣਾ ਹੈ ਨਾ, ਤੇ ਉਹ ਮਤਲਬ ਪਰਮਾਤਮਾ ਦਾ ਮਤਲਬ ਕੋਈ ਬਾਹਰ ਥੋੜੀ ਪਰਮਾਤਮਾ ਬੈਠਾ ਹੈ। ਕਹਿਣ ਤੋਂ ਭਾਵ ਹੈ ਕਿ ਸਾਡੇ ਅੰਤਰਾਕਰਨ 'ਚ ਸਾਡੇ ਮਨ ਦੀ ਅਵਸਥਾ ਕੀ ਹੈ। ਅਸੀਂ ਸੱਚੀ ਜੋ ਸੇਵਾ ਕਰਦੇ ਹਾਂ, ਕਿ ਸੱਚੀ ਕਰ ਰਹੇ ਹਾਂ ਕਿ ਜ਼ਬਰਦਸਤੀ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਕਰ ਰਹੇ ਹਾਂ ਜਾਂ ਫੋਰਸ ਕਰ ਰਹੇ ਹਾਂ। ਇਹ ਚੀਜ਼ ਜਿਹੜੀ ਬੜੀ ਵੱਡੀ ਮਹੱਤਵਪੂਰਨ ਹੈ। ਭਗਤੀ ਪਾਠ ਕਰਨਾ, ਸੇਵਾ ਕਰਨੀ, ਆਪਾਂ ਸਾਰਾ ਕੁਝ ਕਰੀਏ ਕਿ ਸੱਚੀ ਸਾਡਾ ਮਨ ਉਸ ਚੀਜ਼ 'ਚ ਮੌਜੂਦ ਹੈਗਾ। ਇਹ ਨਿੱਜਰ ਸਾਹਿਬ ਬਹੁਤ ਵੱਡੀ ਗੱਲ। ਹਾਂਜੀ ਨਿੱਜਰ ਸਾਹਿਬ। ਹਾਂਜੀ, ਆਪਣਾ ਜਿਹੜਾ ਨਾ ਐਕਚੁਅਲੀ ਜਿਹੜਾ ਹੈਗਾ, ਜੇ ਸਹੀ ਮਾਲਕ ਤਾਂ ਕਹਿੰਦਾ ਕਿ ਤੈਨੂੰ ਮੇਰੇ ਨਾਲ ਖਿੱਚ ਹੈਗੀ ਆ, ਤੂੰ ਮੈਨੂੰ ਚਾਹੁੰਦਾ ਆ, ਤੂੰ ਮੈਨੂੰ ਦੇਖਣਾ ਚਾਹੁੰਦਾ ਹੈ, ਮੈਨੂੰ ਮਿਲਣਾ ਚਾਹੁੰਦਾ, ਤੇਰੇ ਅੰਦਰ ਇੱਛਾ ਹੈ, ਬਸ ਆਹ ਚੀਜ਼ ਹੈਗੀ ਭਾਈ। ਹਾਂ, ਇੱਕ ਤੇ ਹੁੰਦੇ ਨਿੱਜਰ ਸਾਹਿਬ ਕਿ ਕੋਈ ਸੁਣੀ ਸੁਣਾਈ ਗੱਲ ਕਹਿ ਲਈ ਕਿ ਹਾਂਜੀ ਮੈਨੂੰ ਇਹ ਚੀਜ਼ ਚਾਹੀਦੀ ਆ। ਇੱਕ ਤੇ ਨਿੱਜਰ ਸਾਹਿਬ ਮੈਂ ਤੁਹਾਨੂੰ ਕਹਿਤਾ ਕਿ ਨਿੱਜਰ ਸਾਹਿਬ ਅੱਜ ਤਾਂ ਭਗਤੀ ਕਰੀਏ ਆਪਾਂ, ਚਲੋ ਭਗਤੀ ਨਹੀਂ, ਮੇਰੇ ਕਹਿਣ ਤੇ ਭਗਤੀ ਕਰਨੀ ਸ਼ੁਰੂ ਕਰਦੀ, ਕੋਈ ਪ੍ਰੋਬਲਮ ਨਹੀਂ। ਪਰ ਸੱਚੀ ਤੁਹਾਡੇ ਅੰਦਰ ਵੀ ਇੱਛਾ ਹੈਗੀ ਆ। ਉਹ ਇੱਕ ਬੜੀ ਵੱਡੀ ਗੱਲ ਨੇ ਜੇ ਸਾਹਿਬ। ਇੱਕ ਤੇ ਚਲੋ ਕਿਸੇ ਨੇ ਚਲੋ 2-4 ਮਹੀਨੇ ਤੁਸੀਂ ਇਹਦੇ ਕਹਿਣ ਤੇ ਕਰਤਾ। ਹੁਣ ਆਮ ਤੌਰ ਤੇ ਧਾਰਮਿਕ ਇਨਸਾਨ ਪਤਾ ਕਿਉਂ ਹੈ ਨਿੱਜਰ ਸਾਹਿਬ, ਉਹਨੂੰ ਇਹ ਸਮਝਾ ਦਿੱਤਾ ਜਾਂਦਾ ਹੈ ਕਿ ਬਈ ਉੱਥੇ ਜਮਾਂ ਦੀ ਸਜ਼ਾ ਮਿਲਣੀ ਹੈ, ਉੱਥੇ ਮਤਲਬ ਏਦਾਂ ਵਾ ਕਿ ਤੁਹਾਨੂੰ ਛੋਟੀਆਂ ਜੂਨੀਆਂ 'ਚ ਜਾਣਾ ਪਊਗਾ। ਇੱਕ ਅਲੱਗ ਚੀਜ਼ ਆ। ਚਲੋ ਉਹ ਤੇ ਬੰਦਾ ਜਿੱਦਾਂ ਦਾ ਕਰਮ ਹੈ, ਜਿੱਦਾਂ ਦਾ ਆਪਾਂ ਜੀਵਨ ਬਤੀਤ ਕਰਦੇ ਉਦਾਂ ਦਾ ਜੀਵਨ ਸਾਨੂੰ ਅੱਗੇ ਮਿਲਣਾ ਹੈ। ਪਰ ਅਸਲ ਦੇ ਵਿੱਚ ਧਾਰਮਿਕ ਜੀਵਨ ਦਾ ਮਤਲਬ ਹੈ ਕਿ ਨਿੱਜਰ ਸਾਹਿਬ ਸੱਚੀ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ। ਇਹ ਇੱਥੇ ਇੱਕ ਬੜੀ ਵੱਡੀ ਗੱਲ ਹੈ। ਇਹ ਜਦ ਤੱਕ ਅਸੀਂ ਸੱਚੇ ਨਹੀਂ ਮਿਲਦੇ, ਸੱਚੇ ਤੌਰ ਤੇ ਅਸੀਂ ਅੰਦਰੋਂ ਤੁਰਦੇ ਨਹੀਂ ਆ, ਉਹਨਾਂ ਚਿਰ ਤੇ ਸਾਧ ਸੰਗਤ ਜੀ ਜੀਵਨ 'ਚ ਗਤੀ ਨਹੀਂ ਹੋ ਸਕਦੀ। ਹਾਂ ਇੱਕ ਗੱਲ ਹੋਰ ਹੈ, ਮੰਨ ਲਓ ਸਾਡੇ 'ਚ ਕਰੋੜਾਂ ਗੁਣ ਅਵਗੁਣ ਨੇ, ਪਰ ਜੇ ਅਸੀਂ ਸਹੀ ਤੌਰ ਤੇ ਤੁਰਨ ਨੂੰ ਤਿਆਰ ਹਾਂ ਨਿੱਜਰ ਸਾਹਿਬ ਬਹੁਤ ਵੱਡੀ ਗੱਲ। ਬਿਲਕੁਲ ਇਹੀ ਗੱਲ ਹੈ, ਆਪਣੇ ਅੰਦਰ ਖਿੱਚ ਹੋਣੀ ਚਾਹੀਦੀ ਹੈ। ਬਸ ਮਾਲਕ ਕਹਿੰਦਾ ਖਿੱਚ, ਤੈਨੂੰ ਮੈਨੂੰ ਮਿਲਣ ਦੀ ਖਿੱਚ ਹੈ ਤੇਰੇ ਅੰਦਰ, ਤੂੰ ਸੱਚੇ ਦਿਲੋਂ ਮੈਨੂੰ ਮਿਲਣਾ ਚਾਹੁੰਦਾ ਹੈ ਅੰਦਰੋਂ ਤੇਰੇ ਅੰਦਰ, ਭਾਵੇਂ ਜਿੰਨਾ ਮਰਜ਼ੀ ਅਵਗੁਣਿਆ ਤੇਰੇ ਕੋਲ ਜੋ ਮਰਜ਼ੀ ਹੈਗਾ, ਪਰ ਤੇਰੇ ਅੰਦਰ ਜਿਹੜਾ ਹੈਗਾ ਮੇਰੇ ਪ੍ਰਤੀ ਪਿਆਰ ਜਾਗ ਗਿਆ ਤੇਰੇ ਅੰਦਰ। ਹੁਣ ਅਗਲੀ ਲਾਸਟ ਲਾਈਨ ਕਹਿੰਦੇ ਤਨ ਮਨ ਧਨ ਗ੍ਰਹਿ ਸੌਂਪ ਸਰੀਰ ਸੋਈ ਸੁਹਾਗਣ ਕਹੇ ਕਬੀਰ। ਕਹਿੰਦੇ ਜਿਹੜੀ ਚੀਜ਼ ਇਸਤਰੀ ਆਪਣਾ ਸਾਰਾ ਕੁਝ ਜੋ ਕੁਝ ਵੀ ਜਿੰਨੀ ਕੁ ਸਮਰਥਾ ਹੈਗੀ ਆਪਾਂ ਨੇ ਬਾਈ ਉਹ ਮਾਲਕ ਪਰਮਾਤਮਾ ਦੇ ਪ੍ਰਤੀ ਜਿਹੜਾ ਪੂਰੀ ਤਰ੍ਹਾਂ ਜਿਹੜਾ ਹੈਗਾ ਦਿਲੋਂ ਜਿਹੜਾ ਹੈਗਾ ਸਮਰਪਿਤ ਕਰ ਦਿੱਤਾ। ਤਨ ਜਿਹੜਾ ਆਪਣੀਆਂ ਕਰਮ ਇੰਦਰੀਆਂ, ਜਿਹੜੀਆਂ ਆਪਣੀਆਂ ਗਿਆਨ ਇੰਦਰੀਆਂ, ਮਨ ਦੇ ਦਿੱਤਾ, ਤਨ ਸਵਾਸ ਦੇ ਦਿੱਤੇ, ਗ੍ਰਹਿ ਸਰੀਰ ਜੋ ਕੁਝ ਵੀ ਹੈਗਾ ਮਾਲਕ ਪਰਮਾਤਮਾ ਦੀ ਭਗਤੀ ਦਿਲੋਂ ਸੱਚੇ ਦਿਲੋਂ ਸ਼ੁਰੂ ਕਰ ਦਿੱਤੀ ਪਾਏ, ਉਹਨੂੰ ਹੀ ਕਹਿੰਦੇ ਆ ਉਹੀ ਸੁਹਾਗਵਤੀ ਹੋ ਸਕਦੀ ਹੈ। ਕਬੀਰ ਜੀ ਕਹਿੰਦੇ ਆ ਸੋਈ ਸੁਹਾਗਣ ਕਹੇ ਕਬੀਰ, ਕਬੀਰ ਜੀ ਕਹਿ ਰਹੇ ਪਾਏ ਉਹ ਸੁਹਾਗਣ ਆ ਪਾਏ। ਆ ਮਾਲਕ ਪਰਮਾਤਮਾ ਦਾ ਰੂਲ। ਹਾਂਜੀ ਵੀਰ ਆਹ ਦੇਖ ਲਓ ਉੱਥੇ ਰਹਿ ਕਿਹੜਾ ਗਿਆ।
ਜਿੱਥੇ ਤਨ ਮੰਗ ਲਿਆ, ਮਨ ਮੰਗ ਲਿਆ, ਧਨ ਮੰਗ ਲਿਆ, ਗ੍ਰਹਿ ਮੰਗ ਲਿਆ, ਸਰੀਰ ਪੂਰਾ ਹੀ ਮੰਗ ਲਿਆ, ਪੂਰਾ ਸਰੀਰ ਤੇ ਕਹਿੰਦੇ ਸਾਰਾ ਕੁਝ, ਮਨ ਬੁੱਧੀ ਚਿੱਤ ਅਹੰਕਾਰ ਸਾਰਾ। ਤੇ ਜਦੋਂ ਕਹਿੰਦੇ ਤੂੰ ਉਹਨੂੰ ਸਮਰਪਣ ਕਰਦਾ ਹੈ ਤੇ ਉਹ ਸੁਹਾਗਣ ਹੁੰਦੀ ਹੈ। ਜਿੱਦਾਂ ਇੱਕ ਔਰਤ ਲਾਵਾਂ ਫੇਰੇ ਲੈਣ ਨਾਲ ਔਰਤ ਨਹੀਂ ਬਣ ਜਾਂਦੀ, ਇੱਕ ਪਤਨੀ ਉਹ ਔਰਤ ਹੁੰਦੀ ਆ। ਪਤਨੀ ਉਦੋਂ ਬਣਦੀ ਆ ਜਦੋਂ ਤਨੋਂ ਮਨੋਂ ਤੇ ਧਨੋਂ। ਨਿੱਜੇ ਸਾਹਿਬ ਬਿਲਕੁਲ ਇਹ ਪੰਡਤਾਂ ਦੀਆਂ ਨੇ ਗੱਲਾਂ, ਕਿਤੇ ਗ੍ਰੰਥਾਂ ਦੇ ਪੜ੍ਹਿਓ, ਤਨੋਂ ਮਨੋਂ ਤੇ ਧਨੋਂ। ਜਦੋਂ ਉਹ ਆਪਣੇ ਪਤੀ ਨੂੰ ਸਮਰਪਣ ਹੁੰਦੀ ਹੈ ਤਾਂ ਔਰਤ ਬਣਦੀ ਆ, ਪਤਨੀ ਬਣਦੀ ਆ। ਔਰਤ ਉਦਾਂ ਔਰਤ ਆ, ਰਹੂ 100 ਸਾਲ ਰਹੀ ਜਾਵੇ, ਪਰ ਪਤਨੀ ਉਦੋਂ ਬਣੂਗੀ ਜਦੋਂ ਤਨੋਂ ਮਨੋਂ ਤੇ ਧਨੋਂ ਆਪਣੇ ਪਤੀ ਦੀ ਪਤਨੀ ਹੋ ਗਈ। ਇੱਥੇ ਬਾਣੀ ਵੀ ਆਪਾਂ ਨੂੰ ਉਹ ਸਮਝਾ ਰਹੀ ਹੈ। ਉਹ ਕਹਿੰਦੇ ਆ ਕਿ ਸਭ ਤੋਂ ਵਧੀਆ ਰਿਸ਼ਤਾ ਇੱਕ ਔਰਤ ਦਾ, ਰਾਈਟ ਨੇ ਜੀ ਸਾਹਿਬ, ਪਤੀ ਤੇ ਪਤਨੀ ਦਾ ਰਿਸ਼ਤਾ, ਰਾਈਟ? ਬਿਲਕੁਲ, ਕਿਉਂਕਿ ਦੋਨੋਂ ਡਿਫਰੈਂਟ ਨੇ, ਅਨਨੋਨ ਹੈਗੇ ਨੇ। ਪਰ ਇੱਥੇ ਕਹਿੰਦੇ ਆ ਤਨ ਮਨ ਧਨ ਗ੍ਰਹਿ ਸੌਂਪਿਓ ਸਰੀਰ। ਇਹ ਸਾਰਾ ਕੁਝ ਜਦੋਂ ਪਰਮਾਤਮਾ ਨੂੰ ਤੂੰ ਸੌਂਪ ਦੇਂਗਾ, ਕੋਈ ਸੁਹਾਗਣ ਕਹੇ ਕਬੀਰ, ਤੇ ਫਿਰ ਉਹ ਇੱਕ ਸੁਹਾਗਣ ਔਰਤ। ਅਸਲ ਚ ਸੁਹਾਗਣ ਉਹ ਔਰਤ ਆ ਜਿਹੜੀ ਤਨ ਮਨ ਤੇ ਧਨ, ਇਹ ਤਿੰਨ ਚੀਜ਼ਾਂ ਸਾਧ ਸੰਗਤ ਜੀ ਬੜੀਆਂ ਵੱਡੀਆਂ ਗੱਲਾਂ ਚ ਕਿਤੇ ਐਵੇਂ ਨਾ ਲੈ ਲਿਓ। ਰਹਿੰਦੀ ਜਨਾਨੀ ਪਤੀ ਦੇ ਨਾਲ ਹੀ ਆ। ਮੈਂ ਨਹੀਂ ਕਹਿੰਦਾ ਨਹੀਂ ਰਹਿੰਦੀ, 70 ਸਾਲ ਕੀ ਬੱਚੇ ਜੰਮ ਦਿੰਦੀ ਆ, ਬੱਚਿਆਂ ਦੇ ਗਾਂਹ ਬੱਚੇ ਹੋ ਜਾਂਦੇ ਆ, ਪਤੀ ਵੀ ਨਾਲ ਰਹਿੰਦਾ ਹੈ। ਪਰ ਇਹ ਤਿੰਨ ਰਿਕੁਆਇਰਮੈਂਟਾਂ ਹੈਗੀਆਂ ਜੀ ਬਹੁਤ ਤਗੜੀਆਂ। ਤਨ ਸਰੀਰਕ ਪੱਖੋਂ, ਮਨ ਸੂਖਮ ਸਰੀਰ ਪੱਖੋਂ, ਮਨ ਬੁੱਧੀ ਚਿੱਤ ਅਹੰਕਾਰ ਤੇ ਧਨ। ਤਿੰਨਾਂ ਚੀਜ਼ਾਂ ਨੂੰ ਜਦੋਂ ਪੜ੍ਹ ਕੇ ਇੱਕ ਔਰਤ ਇੱਕ ਆਪਣੇ ਜੀਵਨ ਸਾਥੀ ਦੇ ਨਾਲ ਪਤੀ ਦੇ ਤੌਰ ਤੇ ਰਹਿੰਦੀ ਆ, ਫਿਰ ਕੋਈ ਇੱਕ ਪਤਨੀ ਬਣਦੀ ਹੈ। ਤੇ ਫਿਰ ਪਤਨੀ ਨਹੀਂ ਬਣਦੀ, ਉਹ ਸੁਹਾਗਣ ਬਣਦੀ। ਬਹੁਤ ਵੱਡੀ ਗੱਲ। ਇੱਕ ਸੰਸਾਰਿਕ ਰਿਸ਼ਤੇ ਦੀ ਗੱਲ ਮੈਂ ਕਰਦਾ ਹਾਂ, ਪਰ ਕਬੀਰ ਜੀ ਕਹਿੰਦੇ ਆ ਕਿ ਇਹ ਤਿੰਨੇ ਚੀਜ਼ਾਂ ਚੁੱਕ ਕੇ ਤੂੰ ਪਰਮਾਤਮਾ ਵੱਲ ਚੱਲ। ਉਹ ਤੇ ਇੱਕ ਸੰਸਾਰਿਕ ਇੱਕ ਸੁਹਾਗਣ ਹੋਣ ਦੀ ਉਹ ਰਿਕੁਆਇਰਮੈਂਟ ਆ, ਪਰ ਕਹਿੰਦੇ ਕਿ ਇਹੋ ਚੀਜ਼ਾਂ ਚੁੱਕ ਕੇ ਤੂੰ ਪਰਮਾਤਮਾ ਵੱਲ ਚੱਲ ਤੇ ਫਿਰ ਤੂੰ ਬਣੇਗਾ। ਗੱਲ ਠੀਕ ਹੈ ਨੀ ਜੱਟ ਸਾਹਿਬ? ਇਹੋ ਹੀ ਹੈ। ਬਿਲਕੁਲ ਸਹੀ ਹੈ ਜੀ, ਬਿਲਕੁਲ ਕਲੀਅਰ ਹੈ। ਹਾਂ, ਤਨ ਵੀ ਤੇਰਾ ਚਾਹੀਦਾ ਹੈ ਪਰਮਾਤਮਾ ਨੂੰ, ਤੇਰਾ ਮਨ ਚਾਹੀਦਾ ਹੈ ਤੇ ਤੇਰਾ ਤਨ ਚਾਹੀਦਾ, ਸਾਰਾ ਕੁਝ। ਫਿਰ ਆਖਰ ਤੇ ਕਹਿੰਦੇ ਕਿਤੇ ਕਨਫਿਊਜ਼ਨ ਨਾ ਹੋ ਜੇ, ਫਿਰ ਕਹਿੰਦੇ ਆ ਸੌਂਪਿਓ ਸਰੀਰ। ਤੇਰੇ ਸਰੀਰ ਦੇ ਅੰਦਰ ਜੋ ਵੀ ਕਿਰਿਆ ਹੋਊਗੀ, ਜੋ ਵੀ ਤੇਰਾ ਸਰੀਰ ਆ A to Z ਉਹਦੇ ਅੰਦਰ ਪ੍ਰੋਸੈਸ ਚੱਲ ਰਿਹਾ, ਉਹਨੂੰ ਸੌਂਪ ਦੇ, ਪਰਮਾਤਮਾ ਦੇ ਚਰਨਾਂ 'ਚ ਸੌਂਪ ਦੇ, ਤੇ ਫਿਰ ਗੱਲ ਬਣੂਗੀ। ਫਿਰ ਤੂੰ ਸੁਹਾਗਣ ਹੋ ਜਾਂਦੀ, ਫਿਰ ਪਰਮਾਤਮਾ ਭਗਤੀ ਤੈਨੂੰ ਪ੍ਰਾਪਤ ਹੋ ਜਾਊ। ਇੱਥੇ ਕੋਈ ਬੰਦਾ ਤੇ ਬੁੱਢੀ ਦੀ ਗੱਲ ਨਹੀਂ ਕੀਤੀ, ਉਹਨਾਂ ਯੂਨੀਵਰਸਲ ਸੈਕਸ ਦੀ ਗੱਲ ਕਰ ਦਿੰਦੇ, ਉਹਦੇ ਯੂਨੀਸੈਕਸ ਦੀ ਗੱਲ ਕਰਦੇ ਆ। ਬੰਦਾ ਤੇ ਔਰਤ ਉਹ ਭੇਦ ਨਹੀਂ ਕਰਦੇ, ਕਿਉਂਕਿ ਪੁਰਸ਼ ਜਿਹੜਾ ਪਰਮਾਤਮਾ ਇੱਕ ਆ, ਬਾਕੀ ਆਪਾਂ ਸਾਰੇ, ਚਾਹੇ ਮੈਂ ਚਰਨਜੀਤ ਆ, ਉਹ ਜਾਂ ਤੁਸੀਂ, ਸਾਡੇ 'ਚ ਕੋਈ ਔਰਤਾਂ ਵੀ ਹੈਗੀਆਂ ਨੇ, ਆਪਾਂ ਸਾਰੀਆਂ ਨਾਰਾਂ 'ਚ ਹੀ ਆਉਂਦੇ ਆ। ਹਾਂਜੀ ਨਹੀਂ ਜਸਾ? ਬਿਲਕੁਲ। ਅੱਗੇ ਹੁਣ ਜਿਹੜਾ ਹੈਗਾ ਇਸ ਤੋਂ ਅਗਲਾ ਸ਼ਬਦ ਜਿਹੜਾ ਹੈਗਾ ਉਹ ਵੀ ਬਹੁਤ ਕੀਮਤੀ ਸ਼ਬਦ ਹੈ ਭਾਈ, ਇਸ ਸੇ ਰਿਲੇਟਡ ਹੈਗਾ। ਤੇ ਕਹਿੰਦੇ ਹੋ ਕੀ ਰਿਹਾ ਹੈ ਹੁਣ ਜਿਹੜਾ ਹੈਗਾ ਤੂੰ, ਆਪਾਂ ਜਿਹੜੇ ਆ ਕਰ ਕੀ ਰਹੇ ਹਾਂ, ਕਿਸ ਤਰੀਕੇ ਦੇ ਨਾਲ ਭਗਤੀ ਕਰ ਰਹੇ ਹਾਂ, ਕਿਵੇਂ ਜਿਹੜੇ ਹੈਗੇ ਆਪਾਂ ਦਾਵਾ ਕਰ ਰਹੇ ਹਾਂ, ਔਰ ਕਿੰਨੇ ਕੁ ਆਪਾਂ ਸਮਰਪਿਤ ਹੈਗੇ ਹਾਂ, ਇਹਦੇ ਬਾਰੇ ਕਬੀਰ ਜੀ ਆਪਾਂ ਨੂੰ ਗਿਆਨ ਦੇ ਰਹੇ ਆ। ਗੌੜੀ ਕਬੀਰ ਜੀ, ਵਿਖਿਆ ਵਿਆਪਿਆ ਸਗਲ ਸੰਸਾਰ। ਕਹਿੰਦੇ ਸਾਰਾ ਸੰਸਾਰ, ਤਨ ਮਨ ਧਨ ਜਿਹੜਾ ਹੈਗਾ ਉਹ ਸ਼ਾਹਨ ਨੂੰ ਦਿੱਤਾ ਹੋਇਆ, ਮਾਇਆ ਨੂੰ ਦਿੱਤਾ ਹੋਇਆ। ਵਿਖਿਆ ਦੇ ਵਿੱਚ ਬਸ ਲਿਪਤ ਹੈਗਾ ਸਾਰਾ ਦਾ ਸਾਰਾ ਸੰਸਾਰ। ਵਿਖਿਆ ਵਿਆਪਿਆ ਸਗਲ ਸੰਸਾਰ, ਪੂਰੀ ਤਰ੍ਹਾਂ ਵਿਖਿਆ। ਜੋ ਮਾਲਕ ਨੇ ਚੋਗਾ ਖਿਲਾਰਿਆ ਹੋਇਆ, ਉਹ ਚੋਗਾ ਚਾਹੀਦਾ ਉਹਨੂੰ, ਕਹਿੰਦੇ ਉਹ ਮਾਲਕ ਨਹੀਂ ਚਾਹੀਦਾ। ਕਹਿੰਦੇ ਤੂੰ ਪਾਸੇ ਹੋ, ਸਾਨੂੰ ਤਾਂ ਆਹ ਦੇ, ਬਸ ਸਾਨੂੰ ਤਾਂ ਸਵਾਦ, ਆਹ ਪਦਾਰਥ, ਆਹ ਭੋਗ ਵਿਲਾਸ ਆਹ ਚਾਹੀਦੇ, ਸਰੀਰਿਕ ਸੁੱਖ ਚਾਹੀਦੇ ਸਾਨੂੰ। ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੁੱਬੀ ਪਰਿਵਾਰ। ਪੂਰਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਹੈਗੇ ਇਸ ਵਿੱਚ ਹੀ ਡੁੱਬੀ ਜਾ ਰਹੇ। ਮਾਇਆ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਹੈਗਾ ਆਤਮਿਕ ਘਾਤ ਕਰ ਦਿੰਦੀ। ਆਤਮਘਾਤੀ ਹੋ ਜਾਂਦੇ ਆ ਆਪਾਂ ਖੁਦ ਹੋ ਜਾਂਦੇ ਆ, ਆਪਣੇ ਹੱਥਾਂ ਦੇ ਨਾਲ ਆਪਣੀ ਆਤਮਾ ਦਾ ਘਾਤ ਕਰਦੇ ਆ ਆਪਾਂ। ਕਿਵੇਂ ਕਹਤਾ ਜੀ, ਰੇ ਨਰ ਨਾਵ ਚੌੜਕਤ ਬੋੜੀ। ਦੇਖ ਲਓ, ਕਹਿੰਦੇ ਇਨਸਾਨ ਤੈਨੂੰ ਮਨੁੱਖੀ ਜੂਨ ਮਿਲੀ ਸੀ, ਤੂੰ ਚੌੜ ਦੇ ਵਿੱਚ ਜਿਹੜਾ ਹੈਗਾ, ਖੁੱਲੇ ਰੂਪ ਦੇ ਵਿੱਚ ਜਿਹੜਾ ਹੈਗਾ, ਬਿਲਕੁਲ ਜਿਹੜਾ ਹੈਗਾ ਜਰਾ ਵੀ ਨਹੀਂ ਸੋਚਿਆ। ਤੇ ਆਪਣੀ ਬੇੜੀ ਜਿਹੜੀ ਹੈਗੀ ਆ,
ਤੇਰੀ ਜਿਹੜੀ ਇਹ ਨਾਵ ਜਿਹੜੀ ਹੈਗੀ ਇਹਨੂੰ ਡੋਬ ਦਿੱਤਾ ਇਹ ਵਿਸ਼ੇ ਵਿਕਾਰਾਂ ਦੇ ਵਿੱਚ। ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੁੱਬੀ ਪਰਵਾਰ, ਰੇਨਰ ਨਾਵ ਚੌੜ ਕਤ ਬੋੜੀ। ਆਪਾਂ ਪਿੰਡਾਂ ਦੀ ਬੋਲੀ ਹੈ ਚੌੜ ਚੌੜ, ਕਹਿੰਦੇ ਚੌੜ ਚੌੜ ਚੀਜ਼ ਯਾਰ ਕੀ ਕਰੀ ਜਾ ਰਹੇ, ਚੌੜ ਕਰੀ ਜਾ ਰਹੇ। ਰੇਨਰ ਨਾਵ ਚੌੜ ਕਤ ਬੋੜੀ, ਹਰ ਸਿਉ ਤੋੜ ਵਿਖਿਆ ਸੰਗ ਜੋੜੀ ਰਹਾ। ਮਾਲਕ ਤੇ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਸੀਗਾ, ਵਿਸ਼ੇ ਵਿਕਾਰਾਂ ਦੇ ਨਾਲ ਹੀ ਪਿਆਰ ਪਾ ਕੇ ਤੂੰ ਆਪਣਾ ਜੀਵਨ ਜਿਹੜਾ ਹੈਗਾ ਗੁਜ਼ਾਰ ਦਿੱਤਾ ਰਹਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਇਹਦੇ ਵਿੱਚ ਨਾ 2-3 ਅੱਖਰ ਹੈਗੇ ਨੇ। ਇੱਕ ਉਹ ਕਹਿੰਦੇ ਨੇ ਕਿ ਵਿਖਿਆ ਵਿਆਪੀ। ਹਾਂ, ਵਿਆਪੇ ਦਾ ਮਤਲਬ ਆਪ ਸਮਝ ਲਓ ਕਿ ਰੁੱਝਿਆ ਹੋਇਆ। ਵਿਆਪਿਆ ਸਗਲ ਸੰਸਾਰ। ਹਾਂ, ਉਹ ਵਿਖਿਆ ਦਾ ਮਤਲਬ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ। ਵਿਖਿਆ ਦਾ ਮਤਲਬ ਹੁੰਦਾ ਹੈ ਵਿਸ਼ੇ ਵਿਕਾਰ। ਹੁਣ ਵਿਸ਼ੇ ਵਿਕਾਰਾਂ ਦੇ ਵਿੱਚ ਕਹਿੰਦੇ ਆ ਸਕਲ ਦਾ ਮਤਲਬ ਹੈ ਕਿ ਸਾਧ ਸੰਗਤ ਜੀ ਆਪ ਜਸਟ ਸੋਚ ਲਓ, ਸਕਲ ਦੀ ਗੱਲ ਕਰ ਰਹੇ ਹੋ, ਸੰਸਾਰ ਦੀ। ਇੱਕ ਦੋ ਨਹੀਂ ਕਹਿ ਰਹੇ ਹੋ, ਕਹਿੰਦੇ ਤੂੰ ਜੱਜ। ਵਿਖਿਆ ਵਿਆਪੀ ਸਕਲ ਸੰਸਾਰ। ਵਿਆਪਿਆ, ਹਾਂਜੀ ਪੂਰਾ ਲਿਪਤ ਵਿਆਪਿਆ। ਨਿਜ ਸਭ ਇੱਕ ਦਿਨ ਨੱਪਿਆ ਹੋਇਆ। ਇੰਨੀ ਮਾਇਆ ਦਾ ਪ੍ਰਭਾਵ ਆ ਕਿ ਬੰਦਾ ਜਿਹੜਾ ਵਾ ਵਿਸ਼ੇ ਵਿਕਾਰਾਂ ਦੇ ਵਿੱਚ ਸਕਲ ਸੰਸਾਰ ਹੀ ਡੁੱਬਿਆ ਪਿਆ। ਬਿਲਕੁਲ, ਜਰਾ ਵੀ ਇਹਨੂੰ ਹੋਸ਼ ਹੀ ਨਹੀਂ ਹੈਗੀ। ਹਾਂ, ਉਹਦੇ ਚ ਇਹ ਨਹੀਂ ਕਿ ਕਿਹਾ ਕਿ 90%। ਹੁਣ ਆਪਾਂ ਤਾਂ ਕਹਿ ਦਿੰਦੇ 92%, 95%। ਕਬੀਰ ਜੀ ਦੀ ਨਜ਼ਰ ਤੇ ਵੇਖੋ, ਕਹਿੰਦੇ ਸਾਰਾ ਸੰਸਾਰ ਹੀ। ਹਾਂਜੀ ਨਜ਼ਰ ਸਾਹਿਬ ਅੱਗੇ ਚਲੀ। ਵਿਖਿਆ ਲੈ ਡੁੱਬੀ ਪਰਿਵਾਰ, ਰਿਜ਼ਲਟ ਕੀ ਹੋ ਰਿਹਾ? ਬਸ ਆਤਮਿਕ ਮੌਤ। ਜਿਹੜਾ ਹੈਗਾ ਤੂੰ ਜਿਹੜਾ ਹੈਗਾ ਆਪਣੇ ਆਪ ਨੂੰ ਆਤਮਘਾਤੀ ਹੋ ਰਿਹਾ ਹੈ। ਸਾਰੇ ਆਪਣੀ ਆਤਮਾ ਦਾ ਘਾਤ ਕਰ ਰਹੇ, ਆਪਣੇ ਹੱਥਾਂ ਦੇ ਨਾਲ ਆਪਣੀ ਨਾਵ ਜਿਹੜੀ ਡੋਬ ਰਹੇ ਆਪਾਂ। ਹਾਂਜੀ ਵੀਰ। ਹਾਂ, ਉਹ ਕਹਿੰਦੇ ਕਿ ਉਹਦਾ ਰਿਜ਼ਲਟ ਕੀ ਹੋਊਗਾ? ਕਿਤੇ ਵਿਖਿਆ ਲੈ ਡੁੱਬੀ ਪਰਿਵਾਰ। ਪਰਿਵਾਰ ਦਾ ਮਤਲਬ ਹੈਗਾ ਕੁਟੁੰਬ। ਕੁਟੁੰਬ ਦਾ ਮਤਲਬ ਸਾਰਾ ਪਰਿਵਾਰ। ਕਹਿੰਦੇ ਜੇ ਤੂੰ ਵਿਖਿਆ ਦੇ ਨਾਲ ਜੁੜਿਆ ਹੈ ਨਾ, ਤੇਰਾ ਕੁਟੁੰਬ, ਤੇਰਾ ਸਾਰਾ ਪਰਿਵਾਰ ਉੱਧਰ ਵੜ ਜਾਣਾ। ਪਰਿਵਾਰ ਦਾ ਮਤਲਬ ਤੇਰੀਆਂ ਇੰਦਰੀਆਂ, ਤੇਰਾ ਸਭ ਇਹ ਚੀਜ਼ ਹੈ। ਕਿੰਨੀ ਖਤਰਨਾਕ ਚੀਜ਼ ਹੈ। ਵਿਖਿਆ ਦਾ ਮਤਲਬ ਕਿ ਭੋਗ। ਸੰਗਤ ਜੀ ਆਪ ਜਸਟ ਸੋਚੋ ਕਿ ਸਾਨੂੰ ਪਰਮਾਤਮਾ ਨੇ ਏਦਾਂ ਹੀ ਛੱਡਤਾ ਹੈ। ਇੱਥੇ ਮਾੜਾ ਜਿਹਾ ਮੈਂ ਗੁਨਾਹ ਕਰਾਂ, ਮਾੜਾ ਜਿਹਾ ਰੌਲਾ ਪੈ ਜਾਏ ਤੇ ਪੁਲਿਸ ਮੈਨੂੰ ਫੜ ਲੈਂਦੀ ਹੈ, ਬਈ ਤੇਰੀ ਗੱਡੀ ਦੇ ਕਾਗਜ਼ ਪੂਰੇ ਨਹੀਂ ਹੈ, ਤੇਰੀ ਗੱਡੀ ਦੀ ਲਾਈਟ ਸਹੀ ਨਹੀਂ ਹੈ, ਤੇਰਾ ਚਲਾਨ ਕੱਟੀਏ, ਤੂੰ ਓਵਰ ਸਪੀਡ ਗੱਡੀ ਚਲਾਈ ਹੈ। ਤੇ ਤੁਸੀਂ ਕੀ ਸੋਚਦੇ ਹੋਗੇ? ਇੰਨੀ ਬੁੱਧੀ ਦਿੱਤੀ, ਇੰਨਾ ਚਿੱਤ ਦਿੱਤਾ, ਇੰਨੀ ਸਭ ਕੁਝ ਦਿੱਤਾ ਹੈ, ਤੇ ਉੱਥੇ ਕੋਈ ਧਰਮਰਾਜ ਨਹੀਂ ਹੈਗਾ। ਏਦਾਂ ਹੀ ਸਾਰਿਆਂ ਨੂੰ ਸਜ਼ਾ ਮਿਲਦੀ ਹੈ। ਕੇਵਲ 1-2% ਲੋਕ ਫੜੇ ਜਾਂਦੇ ਨੇ, 99% ਲੋਕ ਬਚ ਜਾਂਦੇ ਨੇ। ਪਰ ਚਿੱਤ ਦੇ ਵਿੱਚ ਲਿਖੇ ਜੋ ਉਹ ਚਿੱਤਰਗੁਪਤ ਹੈਗਾ ਤੁਹਾਡੇ ਅੰਦਰ, ਉਹਨੂੰ ਪਤਾ ਹੈ ਸਾਰਾ ਕੁਝ। ਪਰ ਤੁਹਾਨੂੰ ਤੇ ਪਤਾ ਹੀ ਹੈ ਕਿਉਂਕਿ ਤੁਸੀਂ ਤੇ ਕੀਤੇ ਹੈ। ਬਿਲਕੁਲ ਕੀਤੇ ਆ ਜੀ। ਉਸ ਜਗ੍ਹਾ ਤੇ ਤਾਂ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉੱਥੇ ਬਿਲਕੁਲ ਇੱਕ ਕਰਮ ਵੀ ਨਹੀਂ ਬਚ ਸਕਦਾ ਭਾਈ। ਕਰਮੀ। ਅਨਜਾ ਸਾਹਿਬ ਉਹ ਸੁਣਾ ਦੋ ਤੁਕ, ਬੜੀ ਵਧੀਆ ਤੁਕ। ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਚੰਗਿਆਈਆਂ ਤੇ ਬੁਰਾਈਆਂ ਦੋਨੇ ਵਾਚਦਾ। ਹਾਂ, ਧਰਮ ਹਦੂਰ ਉੱਥੇ ਬੈਠਾ ਵਾ। ਖਾਸ ਕਰਕੇ ਇਸ ਚੀਜ਼ ਦਾ ਬਹੁਤ ਇੰਟਰਸਟ ਹੈ। ਇੱਕ ਬੰਨੇ ਤੇ ਚਲੋ ਡੁੱਬਦੇ ਤੇ ਪਏ ਆ, ਪਰ ਉਹਦਾ ਇੰਟਰਸਟ ਇਹ ਆ ਕੋਈ ਤੈਰ ਜਾਵੇ। ਉਹ ਖੁਦ ਨਹੀਂ ਪ੍ਰਮਾਤਮਾ ਤੁਹਾਨੂੰ ਕੁਛ ਕਹਿੰਦਾ, ਮੈਂ ਸੱਚ ਬੋਲਦਾ, ਨਹੀਂ ਕਹਿੰਦਾ ਨਿਜ ਸਾਹਿਬ। ਨਾ ਤੋਂ ਕਹਿੰਦਾ ਤੂੰ ਚੰਗਾ ਕਰਮ ਕਰ, ਨਾ ਤੋਂ ਕਹਿੰਦਾ ਮਾੜਾ ਕਰਮ ਕਰ। ਉਹ ਗੇਮ ਹੀ ਏਦਾਂ ਦੀ ਪਾਈ ਆ ਕਿ ਇਹ ਗ੍ਰੰਥਾਂ 'ਚ ਲਿਖਿਆ ਵਾ ਸਭ ਕੁਝ। ਬਿਲਕੁਲ, ਇਹ ਪਾਪ ਆ, ਇਹ ਪੁੰਨ ਆ। ਉਹ ਕਹਿੰਦਾ ਚਰਨਜੀਤ ਤੂੰ ਪੜ੍ਹ, ਤੂੰ ਇਹ ਨਾ ਕਮੀ ਕਿ ਤੈਨੂੰ ਕਿਸੇ ਨੇ ਦੱਸਿਆ ਹੀ ਨਹੀਂ। ਬਾਣੀ ਕਹਿੰਦੀ ਹੈ ਗੋਰਖੀ ਸਾਹਿਬ, ਜ਼ੋਰ ਜ਼ੁਲਮ ਫੂਲੇ ਘਣੋ। ਉਹ ਕਹਿੰਦਾ ਕਾਫੀ ਦੂਰ ਤੱਕ ਮਾਲਕ ਪਰਮਾਤਮਾ ਜਿਹੜਾ ਕਣਾ ਕਹਿੰਦੇ ਫੁੱਲਦਾ ਹੈ। ਦੇਖ ਲਓ ਹਿਟਲਰ ਵਰਗਾ ਕਿੰਨੇ ਲੱਖਾਂ ਬੰਦੇ ਮਾਰ ਦਿੱਤੇ ਉਹਨੇ ਬਾਈ ਨੇ। ਕਿੰਨੇ ਜਿਹੜਾ ਮੁਸੋਲਿਨੀ ਦੇਖ ਲਓ, ਸਟਾਲਿਨ ਦੇਖ ਲਓ। ਸੋਚੋ ਨਿਜਾ ਸਾਹਿਬ ਕਹਿੰਦੇ ਜਿਹੜਾ ਦੁਰਯੋਧਨ ਦਾ ਪਿਓ ਸੀ ਨਾ, ਉਹ ਕਹਿੰਦੇ ਕਿ ਉਹਨੇ
ਉਹਨੇ ਇੱਕ ਸਮਾਂ ਸੀ, ਪਤਾ ਨਹੀਂ ਕੋਈ ਏਦਾਂ ਪਾਪ ਕੀਤਾ, ਕੋਈ ਰੁੱਖ ਨੂੰ ਅੱਗ ਲਾਤੀ, ਉੱਥੇ ਪਤਾ ਨਹੀਂ ਕਿਤੇ 100 ਚਿੜੀਆਂ ਦੇ ਬੋਟ ਮਾਰੇ ਉਹਨੇ। ਫਿਰ ਉਹਨੂੰ ਕਹਿੰਦੇ ਕੁਦਰਤੀ ਤੌਰ ਤੇ ਪਤਾ ਨਹੀਂ ਕਿੰਨੇ ਸਾਲ ਵੇਟ ਕਰਨਾ ਪਿਆ। ਜਸਟ ਚੰਗਾ ਜੀ, ਜਸਟ ਮੈਂ ਡਰਾਉਂਦਾ ਨਹੀਂ ਪਿਆ, ਮੈਂ ਤੁਹਾਨੂੰ ਸੱਚ ਦੱਸਦਾ, ਕਿੰਨੇ ਸਾਲ ਤੱਕ ਉਹ ਬੰਦਾ ਵੇਟ ਕਰਦਾ ਰਿਹਾ। ਫਿਰ ਉਹਨੂੰ ਫਿਰ ਇੱਕ ਰਾਜੇ ਦਾ, ਹੁਣ ਵੇਖੋ, ਹੁਣ ਉਹਨੂੰ 100 ਮੁੰਡੇ ਜੰਮਣੇ ਸੀ ਤੇ ਉਹ ਮਾੜਾ ਵੱਡਾ ਮੇਰੇ ਅੱਗੇ ਨੇ 100 ਬੱਚੇ ਕਿੱਥੋਂ ਜੰਮ ਲੈਣੇ। ਤੇ ਵੇਖੋ ਉਹਨੂੰ ਰਾਜੇ ਦਾ ਜਨਮ ਮਿਲਿਆ। ਆ ਕਿਤੇ ਭਾਂਡੇ ਖੜਕਦੇ ਆ। ਕਿਰਨਜੀਤ ਜੀ ਤੁਹਾਡਾ ਮਾਈਕ ਆਨ ਹੋ ਗਿਆ ਜੀ, ਪਲੀਜ਼। ਇਹ ਸੁਣ ਨਹੀਂ ਰਹੇ ਮੇਰੇ ਖਿਆਲ, ਪਤਾ ਨਹੀਂ। ਕਿਰਨਜੀਤ ਕੌਰ ਜੀ, ਕਿਰਨਜੀਤ ਕੌਰ, ਤੁਹਾਡਾ ਕੀ ਕਰੀ ਜਾ ਰਹੇ ਹੋ ਤੁਸੀਂ? ਸਰ ਮੇਰੇ ਕੋਲੋਂ ਤਾਂ ਇਹ ਹੋ ਨਹੀਂ, ਮੈਂ ਇਹ ਮੇਰੇ ਕੋਲੋਂ ਨਹੀਂ ਬੰਦ ਹੋ ਰਿਹਾ ਜੀ, ਮੈਂ ਇਹਨਾਂ ਨੂੰ ਕੱਢ ਦਿੰਦਾ। ਹਾਂਜੀ ਕਰਤਾ ਹੀ ਕਰਤਾ ਮੈਂ। ਹਾਂਜੀ ਹਾਂਜੀ ਬੇਟਾ ਗੋਰਕੀ ਸਾਹਿਬ ਬੰਦ ਹੋ ਗਿਆ। ਹਾਂ, ਫਿਰ ਉਸ ਇਨਸਾਨ ਨੂੰ ਰਾਜੇ ਦਾ ਜਨਮ ਮਿਲਿਆ, ਰਾਜਾ ਬਣਿਆ। ਫਿਰ ਉਹਦੇ 100 ਮੁੰਡੇ ਹੋਏ, ਫਿਰ 100 ਮੁੰਡੇ ਉਹਦੇ ਸਾਹਮਣੇ ਮਰੇ। ਸੰਗਤ ਜੀ ਦੇਖੋ, ਕੁਦਰਤ ਜਿਹੜੀ ਪ੍ਰਕਿਰਤੀ ਹੈ, ਇਹਨੂੰ ਕੋਈ ਜਲਦੀ ਨਹੀਂ ਹੁੰਦੀ। ਆਪ ਜਸਟ ਪਲੀਜ਼ ਇਹ ਚੀਜ਼ ਨੂੰ ਇਹ ਨਾ ਸੋਚੋ ਮੈਂ ਤੁਹਾਨੂੰ ਡਰਾਉਂਦਾ ਪਿਆ, ਪਰ ਸੱਚ ਹੈਗਾ ਹੈ। ਗ੍ਰੰਥਾਂ 'ਚ ਲਿਖਿਆ, ਸਾਡੇ ਬਜ਼ੁਰਗ ਸਾਨੂੰ ਸਮਝਾ ਕੇ ਗਏ, ਜਿੱਦਾਂ ਦਾ ਕਰਮ ਕਰਦਾ ਨਾ ਇਨਸਾਨ, ਤੈਸਾ ਫਲ ਦੇਗੇ ਭਗਵਾਨ। ਇਹ ਨਿਯਮ ਬਣਿਆ, ਉਹ ਫਲ ਸਾਨੂੰ ਸਾਡੇ ਸਾਹਮਣੇ ਪ੍ਰਗਟ ਹੋਣਾ ਵਾ। ਪਲੀਜ਼ ਤੇ ਕੇਅਰਫੁਲੀ। ਚਲੋ ਜਿਹੜਾ ਬੀਤ ਗਿਆ ਉਹਦੇ ਬਾਰੇ ਆਪਾਂ ਕੁਛ ਨਹੀਂ ਕਰ ਸਕਦੇ, ਉਹ ਤੇ ਗਿਆ। ਹੁਣ ਨਦੀ ਦੇ ਪੁੱਲ ਤੋਂ ਸਾਨੂੰ ਪਾਣੀ ਲੰਘ ਗਿਆ ਤੇ ਮੈਂ ਕੀ ਕਰ ਸਕਦਾ? ਪਰ ਜਿਹੜਾ ਹੁਣ ਸਮਾਂ ਸਾਡੇ ਕੋਲ ਅੱਜ ਆ ਜਾਂ ਕੱਲ ਵਾਲਾ ਦਿਨ ਆਉਣ ਵਾਲਾ, ਪਲੀਜ਼ ਉਹਦੇ ਧਿਆਨ ਦਿਆ ਕਰੋ, ਗਲਤੀ ਨਾ ਕਰਿਆ ਕਰੋ। ਜਿਹੜਾ ਬੀਤ ਗਿਆ ਉਹ ਤੇ ਗਿਆ, ਉਹਦਾ ਕੁਛ ਨਹੀਂ ਕੀਤਾ। ਹੁਣ ਪਛਤਾਉਣ ਦਾ ਵੀ ਕੋਈ ਫਾਇਦਾ ਨਹੀਂ। ਜਿਹੜਾ ਮੈਂ ਬੀਜਤਾ ਨਾ ਜ਼ਿੰਦਗੀ 'ਚ, ਉਹ ਤੇ ਖਤਮ, ਉਹਨੂੰ ਛੱਡ ਦੋ ਖੜਾ, ਉਹ ਤੁਹਾਨੂੰ ਕੁਛ ਨਹੀਂ ਕਰ ਸਕਦੇ। ਪਰ ਜਿਹੜਾ ਸਮਾਂ ਮੇਰੇ ਕੋਲ ਆ, ਜਿਹੜਾ ਮੇਰੇ ਕੋਲ ਕੱਲ ਆ ਰਿਹਾ ਹੈ, ਜਿਹੜਾ ਮੇਰੇ ਕੋਲ ਸਮਾਂ ਆ ਰਿਹਾ, ਉਹਦਾ ਪ੍ਰਯੋਗ ਸਹੀ ਤਰ੍ਹਾਂ ਕਰੋ। ਹਾਂਜੀ ਨਿੱਜਰ ਸਾਹਿਬ। ਰੇਨਰ ਨਾਵ ਚੌੜਕਤ ਬੋੜੀ। ਔਰ ਦੇਖ ਲਓ ਆਪਾਂ ਜਿਹੜੇ ਹੈਗੇ ਆਪਣੇ ਉੱਤੇ ਆਪਾਂ ਲਾ ਕੇ ਦੇਖੀਏ, ਆਪਾਂ ਦਿਨ ਦੇ ਵਿੱਚ ਜਿਹੜਾ ਹੈਗਾ ਕੀ ਕਰਦੇ ਹਾਂ। ਆਪਾਂ ਪੂਰੇ ਦਿਨ ਦੇ ਵਿੱਚ ਜਿਹੜਾ ਹੈਗਾ ਆਪਾਂ ਬਿਲਕੁਲ ਸਵਾਸਾਂ ਨੂੰ, ਆਪਣੇ ਇਹ ਕੀਮਤੀ ਧਨ ਹੈਗਾ, ਆਪਣੇ ਸਵਾਸ ਹੈਗੇ, ਇਹਨਾਂ ਦੀ ਬਿਲਕੁਲ ਆਪਾਂ ਨੂੰ ਇੰਪੋਰਟੈਂਸ ਨਹੀਂ ਹੈ। ਔਰ ਆਪਾਂ ਆਰਾਮ ਦੇ ਨਾਲ ਚੌੜ ਦੇ ਨਾਲ ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜਾ ਹੈ ਸਵਾਸ ਲਗਾ ਦਿੰਦੇ, ਪ੍ਰਾਣ ਸ਼ਕਤੀ ਲਗਾ ਦਿੰਦੇ। ਔਰ ਆਪਣੀ ਨੌਕਾ ਜਿਹੜੀ ਜੀਵਨ ਰੂਪੀ ਹੈਗੀ, ਜਿਹਨੇ ਪਰਮਾਤਮਾ ਵੱਲ ਨੂੰ ਜਾਣਾ ਸੀਗਾ, ਤੇ ਉਹਨੂੰ ਜਿਹੜੇ ਹੈਗੇ ਆਪਾਂ ਵਿਖਿਆ ਵੱਲ ਨੂੰ ਮੋੜ ਦਿੰਦੇ ਆ ਭਾਈ। ਪਰਮਾਤਮਾ ਨਾਲ ਤੋੜ ਕੇ ਵਿਸ਼ੇ ਵਿਕਾਰਾਂ ਵੱਲ ਆਪਣਾ ਪ੍ਰਾਣ ਸ਼ਕਤੀ, ਆਪਣੇ ਸਵਾਸ ਆਪਾਂ ਲਗਾ ਦਿੰਦੇ। 24 ਘੰਟੇ ਆਪਣੇ ਕੋਲ ਹੈ, 24,000 ਕਹਿੰਦੇ, ਪਤਾ ਨਹੀਂ ਕਿੰਨੇ 24,000 ਸਵਾਸ ਹੈਗੇ ਆਪਣੇ। ਔਰ ਸਾਰੇ ਦੇ ਸਾਰੇ ਜਿਹੜੇ ਸਵਾਸ ਆਪਾਂ ਇਹ ਵਿਸ਼ੇ ਵਿਕਾਰਾਂ 'ਚ ਹੀ ਲਾ ਦਿੰਦੇ ਹਾਂ। ਹਰਸਿਓ ਤੋੜ ਵਿਖਿਆ ਸੰਗ ਜੋੜੀ, ਰੇਨਰ ਨਾਵ ਚੌੜਕਤ ਬੋੜੀ। ਕਿਵੇਂ, ਕਾਹਦੇ ਵਾਸਤੇ ਕਹਿੰਦਾ? ਚੌੜ ਦੇ ਵਿੱਚ ਜਿਹੜਾ ਤੂੰ ਆਪਣਾ ਬਿਲਕੁਲ ਸੀਰੀਅਸ ਹੀ ਨਹੀਂ ਹੋ ਰਿਹਾ। ਚੌੜ ਦੇ ਵਿੱਚ ਜਿਹੜਾ ਹੈਗਾ ਤੂੰ ਆਪਣਾ ਜੀਵਨ, ਜਿਹੜਾ ਮਨੁੱਖੀ ਜੂਨ ਜਿਹੜੀ ਹੈਗੀ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇਹਨੂੰ ਇਸ ਤਰ੍ਹਾਂ ਜਾਣ ਦੇ ਰਹੇ ਹੈ। ਹਰਸਿਓ ਤੋੜ ਵਿਖਿਆ ਸੰਗ ਜੋੜੀ, ਪਰਮਾਤਮਾ ਦੇ ਨਾਲੋਂ ਇੱਧਰ, ਕਿਉਂਕਿ ਪ੍ਰਾਣ ਸ਼ਕਤੀ ਇੱਕ ਇਨਸਾਨ ਜਿਹੜਾ ਹੈਗਾ ਉਹਦੇ ਕੋਲ ਦੋ ਹੀ ਆਪਸ਼ਨ ਹੈ, ਜਾਂ ਤਾਂ ਮਾਇਆ ਵੱਲ ਚੱਲ ਪਏ ਜਾਂ ਪਰਮਾਤਮਾ ਵੱਲ ਚੱਲ ਪਏ। ਬਸ ਆਹੀ ਖੇਡ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਹਾਂਜੀ ਵੀਰ ਜੀ, ਰਹਾਓ। ਹਾਂਜੀ ਠੀਕ ਹੈ ਜੀ। ਕਹਿੰਦੇ ਕਿ ਜਿਹੜਾ ਜੀਵਨ ਆ ਉਹ ਤੋਂ ਵਿਖਿਆ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ। ਰੇ ਮਨ ਨਾਉ ਚੌੜ ਕਤ ਬੋੜੀ। ਕਿ ਦੇਖ ਲਓ ਨਿਜਰ ਸਾਹਿਬ, ਸਾਧ ਸੰਗਤ ਜੀ, ਇਹੋ ਹੀ ਆ ਬਾਣੀ ਆਪਣਾ ਸਮਝਾ ਰਹੀ ਹੈ ਕਿ ਬੰਦਾ ਜਿਹੜਾ ਨਾ ਉਹ ਚੰਗੀ ਚੀਜ਼ ਛੱਡ ਕੇ ਮਾੜੀ ਚੀਜ਼ ਵੱਲ ਭੱਜਦਾ। ਹਾਂ ਦੇਖ ਲਓ। ਔਰ ਕਬੀਰ ਜੀ ਕਹਿ ਰਹੇ, ਕਹਿੰਦੇ ਆਪਾਂ ਆਪਣੀ ਨਾਵ ਆਪਾਂ ਆਪ ਡੁੱਬਦੇ ਹਾਂ, ਤਾਂ ਹੀ ਤਾਂ ਆਪਾਂ ਨੂੰ ਜਿਹੜਾ ਹੈਗਾ ਉੱਥੇ ਕਾਲ ਫਾਰ ਕੀਤਾ ਜਾਂਦਾ ਹੈ, ਤਾਂ ਹੀ ਤਾਂ ਆਪਣੇ ਕੋਲੋਂ ਲੇਖਾ ਮੰਗਿਆ ਜਾਂਦਾ ਹੈ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਤਾਂ ਹੀ ਤਾਂ ਲੇਖਾ ਮੰਗਦੇ ਆ। ਇਹਦੇ ਲਈ ਕੋਈ ਸਾਨੂੰ, ਤੁਸੀਂ ਮੈਨੂੰ ਜਾਂ ਨਿਜਰ ਸਾਹਿਬ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ।
ਸਾਡੀ ਇੰਡੀਵਿਜੂਅਲ ਲਾਈਫ ਆ, ਉਹ ਸੱਜਾ ਪੈਰ ਚੁੱਕਣਾ ਜਾਂ ਖੱਬਾ ਚੁੱਕਣਾ ਹੈ, ਇਹਦੇ ਲਈ ਸਾਨੂੰ ਕੋਈ ਮਜਬੂਰ ਨਹੀਂ ਕਰ ਰਿਹਾ। ਲੋਕੀ ਤੇ ਐਵੇਂ ਝੂਠ ਮਾਰਦੇ ਆ, ਕਹਿੰਦੇ ਮਾਇਆ ਨੇ ਸਾਡੀ ਅੱਖਾਂ ਤੇ ਪਰਦਾ ਪਾਤਾ ਸੀ। ਸਾਨੂੰ ਸਾਰਾ ਪਤਾ ਹੁੰਦਾ ਅਸੀਂ ਕੀ ਕਰ ਰਹੇ ਹਾਂ। ਜੋ ਵੀ ਅਸੀਂ ਕਰਦੇ ਹਾਂ ਨਾ, ਉਹ ਕਰਮ ਐਵੇਂ ਨਹੀਂ ਹੋ ਜਾਂਦਾ, ਹਵਾ 'ਚ ਫੈਰ ਨਹੀਂ ਹੈਗਾ। ਉਹ ਅਸੀਂ ਕਰਦੇ ਹਾਂ, ਖੁਦ ਕਰਦੇ ਹਾਂ। ਜਾਨਤ ਵੀ ਔਗਣ ਕਰੇ, ਪਾਣੀ ਤੇ ਕਹਿੰਦੀ ਹੈ। ਜਾਨਤ ਜਾਣਦਾ ਹੈ, ਫਿਰ ਵੀ ਔਗਣ ਕਰਦਾ। तो चीज तो अपने आप को रोकिया करो प्लीज। हाँ जी निजर साहब आगे चलिए। सुरनर दादे लागी आग, कहते भाई ऐसी माया परबल हैगी भाई, ਇਹਦੇ ਵਿੱਚ ਕੋਈ ਇਹ ਨਹੀਂ ਕਿ ਕੱਲਾ ਇਨਸਾਨ ਲੱਗਿਆ ਹੋਇਆ। ਕਹਿੰਦੇ ਦੇਵਤੇ ਵੀ, ਸੁਰ ਨਰ ਦਾਦੇ ਦੇਵਤੇ ਵੀ ਸੜੀ ਜਾ ਰਹੇ ਆ। ਉਹਨਾਂ ਦਾ ਵੀ ਜਿਹੜੀ ਹੈ, ਉਹਨਾਂ ਦਾ ਵੀ ਜੀਵਨ ਜਿਹੜਾ ਹੈਗਾ ਇਸੇ ਦੇ ਵਿੱਚ ਸੜ ਰਿਹਾ ਹੈ ਭਾਈ। ਸੁਰ ਨਰ ਦਾਦੇ ਲਾਗੀ ਆਗ, ਉਹਨਾਂ ਨੂੰ ਵੀ ਜਿਹੜੀ ਹੈਗੀ ਆਤਮਿਕ ਜੀਵਨ ਨੂੰ ਜਿਹੜੀ ਅੱਗ ਲੱਗੀ ਜਾ ਰਹੀ ਹੈ ਉਹਨਾਂ ਦੇ ਵੀ। ਔਰ ਨਿਕਟ ਨੀਰ ਪਸ ਪੀਵਸ ਨਾ ਝਾਗ, ਕਮਾਲ ਦੀ ਗੱਲ ਆ ਬਈ ਅੰਦਰ ਹੀ ਆਪਣੇ ਜਿਹੜਾ ਹੈਗਾ ਉਹ ਆਤਮ ਰਸ, ਉਹ ਜਿਹੜਾ ਹੈਗਾ ਨਾਮ ਪਦਾਰਥ ਅੰਮ੍ਰਿਤ ਰਸ ਅੰਦਰ ਹੀ ਪਿਆ ਹੋਇਆ ਹੈ। ਬਸ ਕਹਿੰਦੇ ਸਿਰਫ ਜਿਹੜਾ ਹੈਗਾ ਇੱਕ ਵਿਸ਼ੇ ਵਿਕਾਰਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਸਮਝ ਕੇ ਜਿਹੜਾ ਹੈਗਾ ਇਹ ਇਨਸਾਨ ਨੇ ਜਿਹੜਾ ਹੈਗਾ ਜੀਵਨ ਚਲਾਉਣਾ ਸੀਗਾ, ਇਹ ਪਾਸੇ ਕਰਨਾ ਸੀਗਾ। ਝੱਗ ਜਿਹੜੀ ਉੱਤੇ ਜਿਹੜੀ ਹੈਗੀ ਆ ਇਹ ਕਾਮ ਕ੍ਰੋਧ ਲੋਭ ਹੰਕਾਰ ਦੀ, ਤੇ ਅੰਦਰੋਂ ਨਿਰਮਲ ਨੀਰ ਅੰਮ੍ਰਿਤ ਰਸ ਜਿਹੜਾ ਪੀ ਲੈਣਾ ਸੀਗਾ। ਕਹਿੰਦੇ ਉਹ ਤਾਂ ਨਹੀਂ ਪੀ ਸਕਦਾ ਭਾਈ, ਬਿਲਕੁਲ ਨੇੜੇ ਹੀ ਹੈਗਾ। ਪਸ਼ੂ ਹੈ, ਕਹਿੰਦੇ ਪਸ਼ੂ ਬਿਰਤੀ ਹੈਗੀ, ਪੀ ਨਹੀਂ ਸਕਦਾ। ਕਹਿੰਦੇ ਮਾੜੀ ਜੀ ਝੱਗ ਹਟਾ ਕੇ ਅੰਦਰੋਂ ਨਿਰਮਲ ਜਲ ਨਹੀਂ ਪੀ ਸਕਦਾ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਕਹਿੰਦੇ ਦੇਵੀ ਦੇਵਤੇ ਵਗੈਰਾ ਵੀ ਇਸੇ ਚੀਜ਼ 'ਚ ਫਸੇ ਹੋਏ ਗ੍ਰਸਤ ਨੇ, ਹਾਂ ਛੱਡ ਰਹੇ ਨੇ। ਤੇ ਕਹਿੰਦੇ ਨਿਕਟ ਆ, ਬਹੁਤ ਕਰੀਬ ਆ। ਨਿਕਟ ਕੀ ਸਾਡੇ ਅੰਦਰ ਤੇ ਹੈਗਾ, ਪਰ ਉਹਨੂੰ ਪ੍ਰਾਪਤ ਕਰਨ ਦੇ ਲਈ ਵੀ ਵਿਰਲਾ ਹੀ ਅੱਗੇ ਵੱਧਦਾ। ਇਹ ਸੱਚ ਆ। ਉਹ ਸਾਰੀ ਜ਼ਿੰਦਗੀ ਬੰਦਾ ਸੜਦਾ ਰਹਿੰਦਾ, ਦੇਵੀ ਦੇਵਤੇ ਵੀ ਸੜ ਰਿਹਾ, ਆਮ ਹੀ ਮਨੁੱਖ ਦੁੱਖਾਂ 'ਚ ਸੜਦਾ ਰਹਿੰਦਾ, ਔਰ ਕਦੇ ਨਹੀਂ ਚਾਹੁੰਦਾ ਕਿ ਦੁੱਖਾਂ ਤੋਂ ਮੈਨੂੰ ਮੁਕਤੀ ਮਿਲ ਜੇ। ਆਪ ਜਦੋਂ ਵੀ 5-6 ਮਹੀਨੇ 7-8 ਮਹੀਨੇ ਸਾਧਨਾ ਕਰਦੇ ਜੋ, ਤੁਹਾਨੂੰ ਦੁੱਖ ਪਰੇਸ਼ਾਨੀ ਕਰ ਸਕਦਾ, ਤੁਹਾਡੇ ਅੰਦਰ ਇੱਕ ਆਤਮਿਕ ਸ਼ਾਂਤੀ ਆ ਜਾਏਗੀ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀਏ। ਅੱਗੇ ਇੱਕ ਪ੍ਰੋਸੈਸ ਦੱਸ ਰਿਹਾ ਭਾਈ। ਚੇਤਤ ਨਿਕਸਿਓ ਨੀਰ, ਕਹਿੰਦੇ ਧਿਆਨ ਸਿਮਰਨ ਕਰ, ਬਸ ਚੇਤਨ ਹੋ ਜਾ। ਚਿੱਤ ਜਿਹੜਾ ਹੈਗਾ ਉਹ ਪਰਮਾਤਮਾ ਨੂੰ ਲੈ ਕੇ ਆਪਣੇ ਉਹਦੇ ਚਿੱਤ ਦੇ ਵਿੱਚ, ਸੁਰਤ ਨੂੰ ਲੈ ਕੇ ਜਾ ਆਤਮਾ ਦੇ ਵਿੱਚ, ਮਨ ਦੇ ਵਿੱਚ ਖੁੱਭ। ਮਨ ਜਿਹੜਾ ਹੈਗਾ ਆਪਣੇ ਆਪ ਜਿਹੜਾ ਹੈਗਾ ਮਨ ਮਾਇਆ ਦੇ ਵਿੱਚ ਭਟਕਣਾ ਬੰਦ ਹੋ ਜਾਏਗਾ। ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਆਇਆ ਕਹਿੰਦੇ ਅੰਮ੍ਰਿਤ ਰਸ ਇਸ ਤਰ੍ਹਾਂ ਨਿਕਲਣਾ ਹੈ ਭਾਈ, ਰਿੜਕਾ ਮਾਰਨਾ ਪੈਣਾ ਹੈ। ਇਹ ਰਿੜਕੇ ਦੇ ਬਗੈਰ ਗੱਲ ਨਹੀਂ ਬਣਨੀ। ਚੇਤਤ ਨਿਕਸਿਓ, ਧਿਆਨ ਸਿਮਰਨ ਦਾ ਰੇੜਕਾ ਮਾਰਨਾ ਪੈਣਾ ਹੈ। ਇਹਦੇ ਨਾਲ ਜਿਹੜਾ ਹੈਗਾ ਮੱਖਣ ਕੱਢਣਾ ਪੈਣਾ ਹੈ, ਉਹ ਨੀਰ ਅੰਮ੍ਰਿਤ। ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਕਹਿੰਦੇ ਉਹ ਨਿਰਮਲ ਚੱਲਿਆ ਭਾਈ, ਪੀਲਾ ਇੱਕ ਬੂੰਦ ਵੀ ਪੀਏਗਾ ਅਮਰ ਹੋ ਜਾਏਗਾ। ਹਾਂਜੀ ਵੀਰ। ਬਿਲਕੁਲ ਠੀਕ ਹੈ ਜੀ। ਯਾਦ ਕਰਨਾ ਪੈਣਾ ਪਰਮਾਤਮਾ ਨੂੰ। ਜਦੋਂ ਉਹਨੂੰ ਯਾਦ ਕਰਾਂਗੇ ਤੇ ਉਹਦੀ ਬੰਦਗੀ ਕਰਾਂਗੇ। ਸਾਡੀ ਯਾਦ ਤੇ ਪਰਮਾਤਮਾ ਨਹੀਂ ਨਾ ਹੈਗਾ, ਪੰਗਾ ਤੇ। ਪਰ ਇੱਕ ਗੱਲ ਹੈਗੀ, ਸਾਧ ਸੰਗਤ ਤੁਸੀਂ ਭਗਤੀ ਕਰਨੀ ਸ਼ੁਰੂ ਕਰ ਦਿਓ, ਤੁਹਾਡੀ ਆਟੋਮੈਟਿਕਲੀ ਤੁਹਾਡੀ ਯਾਦ ਅੰਦਰ ਪੈਦਾ ਹੋ ਜਾਣੀ। ਮੰਨ ਲਓ ਨਹੀਂ ਪੈਦਾ ਹੋ ਰਹੀ, ਅਰਦਾਸ ਕਰੋ ਪਰਮਾਤਮਾ ਦੇ ਗਾੜੀ, ਡੰਡੌਤ ਕਰਕੇ। ਬਾਣੀ 'ਚ ਵੀ ਕਿਹਾ ਗਿਆ ਕਿ ਪਰਮਾਤਮਾ ਤੇਰੀ ਭਗਤੀ ਕਰਾਉਣ ਦੀ ਜਿਹੜੀ ਇੱਛਾ ਵਾ ਉਹ ਤੂੰ ਹੀ ਪੈਦਾ ਕਰ ਮੇਰੇ ਅੰਦਰ। ਇਹ ਨਹੀਂ ਕਹਿੰਦੇ ਮੈਂ ਤੇਰੀ ਭਗਤੀ ਕਰਾਂ, ਉਹ ਕਹਿੰਦੇ ਕਿ ਜਿਹੜੀ ਤੇਰਾ ਨਾਮ ਜਪਣਾ, ਤੇਰੀ ਬੰਦਗੀ ਕਰਨੀ, ਉਹਦੀ ਇੱਛਾ ਵੀ ਜਿਹੜੀ ਤੂੰ ਪੈਦਾ ਕਰ ਮੇਰੇ ਅੰਦਰ। ਬਾਣੀ 'ਚ ਲਿਖਿਆ ਬੜੇ ਕਲੀਅਰਲੀ। ਉਹ ਕਹਿੰਦੇ ਜਦੋਂ ਤੂੰ ਉਸ ਇੱਛਾ ਲਈ ਤੂੰ ਰਿਕੁਆਇਰਮੈਂਟ ਕਰੇਗਾ ਤੇ ਫਿਰ ਤੈਨੂੰ ਚੇਤੇ ਆ ਜਾਣਾ। ਤੇ ਉਹ ਜਿਹੜਾ ਨਿਕਲਿਓ ਨੀਰ, ਤੇ ਜਿਹੜਾ ਉਹ ਨੀਰ ਆ ਨਿਕਲ ਆਏਗਾ ਪਰਮਾਤਮਾ ਦਾ ਜਿਹੜਾ ਅੰਮ੍ਰਿਤ ਹੈ, ਤੈਨੂੰ ਉਹ ਤੇਰੀ ਸ਼ਾਂਤੀ ਬੂੰਦ ਤੇਰੇ ਅੰਦਰ ਪੈਦਾ ਹੋ ਜਾਏਗੀ। ਉਹ ਜਿਹੜਾ ਨਿਰਮਲ ਕਹਿਤ ਕਬੀਰ ਕਥਤ ਕਬੀਰ, ਉਹ ਜਦੋਂ ਤੇਰੇ ਅੰਦਰ ਇੱਛਾ ਪੈਦਾ ਹੋ ਗਈ ਤੇ ਉਹ ਬੂੰਦ ਨਿਜਰ ਸਾਹਿਬ ਅੰਮ੍ਰਿਤ ਵੇਲੇ ਪਪੀਹਾ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਇਆ ਤੇ ਬਰਸੋ ਕਿਰਪਾ ਧਾਰ। ਉਹ ਜਦੋਂ ਆਪਾਂ ਇੱਛਾ ਕਰਦੇ ਹਾਂ, ਇੱਛਾ ਤੇ ਕੋਈ ਕਰਦਾ ਨਹੀਂ ਨਾ ਨਿਜਰ ਸਾਹਿਬ। ਹਾਂ ਬਿਲਕੁਲ। ਇੱਛਾ ਕਰਨੀ ਮਤਲਬ ਹੈ ਕਿ ਮੈਂ ਨਹੀਂ ਕਹਿੰਦਾ ਕਿ ਪਰਮਾਤਮਾ ਦੀ ਗੱਲ ਮੈਂ ਇਹ ਕਹਿਣਾ ਚਾਹੁੰਦਾ, ਪਰਮਾਤਮਾ ਦੇ ਵੱਲ ਚੱਲਣਾ ਇੱਕ ਹੋਰ ਗੱਲ ਆ ਕਿ ਸੱਚੀ ਆਪਾਂ ਉਗਣਾ ਨੂੰ ਛੱਡਣਾ ਚਾਹੁੰਦੇ ਹਾਂ। ਇਹ ਵੀ ਅਰਦਾਸ ਕਰਨੀ ਬੜੀ ਵੱਡੀ ਗੱਲ ਹੈ ਨਿਜਰ ਸਾਹਿਬ। ਇੱਕ ਅਰਦਾਸ ਕਰ ਦੇਣੀ ਕਿ ਮੇਰੇ ਪਿਤਾ ਇਹਨਾਂ ਉਗਣਾ ਤੋਂ ਮੈਨੂੰ ਮੁਕਤ ਕਰ ਦੇ, ਪਰ ਬੰਦਾ ਅਰਦਾਸ ਨਹੀਂ ਜੇ ਕਰਦਾ। ਔਖਾ ਕੰਮ ਹੈ ਨਿਜਰ ਸਾਹਿਬ।
ਤੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਪਰਮਾਤਮਾ ਤੇ ਕਹਿੰਦਾ ਤੂੰ ਅਰਦਾਸ ਕਰਦੇ ਗੱਲ ਖਤਮ, ਮੈਂ ਬੰਦ ਕਰ ਦਿੰਦਾ। ਪਰ ਜਦੋਂ ਬੰਦਾ ਨਹੀਂ ਅਰਦਾਸ ਕਰਦਾ ਭੋਗਾਂ ਚ ਆਨੰਦ ਹੈ ਨਾ, ਪਰ ਇਹਨੂੰ ਇਹ ਨੀ ਪਤਾ ਕਿ ਇਹ ਬਹੁਤ ਛੋਟਾ ਤੇ ਘਟੀਆ ਕਿਸਮ ਦਾ ਆਨੰਦ ਆ। ਤੂੰ ਥੋੜਾ ਜਿਹਾ ਕਿਹਾ ਇਸ ਤੋਂ ਅੱਗੇ ਤੇਰਾ ਪਰਮ ਆਨੰਦ ਇੰਤਜ਼ਾਰ ਕਰ ਰਿਹਾ, ਪਰਮਾਤਮਾ ਇੰਤਜ਼ਾਰ। ਠੀਕ ਹੈ ਨੇਜੋ ਸਾਹਿਬ? ਹਾਂਜੀ ਵੀਰ ਜੀ, ਅੱਜ ਬਸ ਇੰਨਾ ਹੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇੰਨੀ ਵਿਚਾਰ ਕਰਨੀ ਆ। ਤੇ ਅੱਜ ਆਪਾਂ ਹੁਣ ਸਾਧਨਾ ਸ਼ੁਰੂ ਕਰਦੇ ਹਾਂ। 1 ਮਿੰਟ ਵਾਹਿਗੁਰੂ ਦਾ ਜਾਪ ਕਰੂੰਗਾ, ਉਸ ਤੋਂ ਬਾਅਦ ਮੈਂ 2 ਮਿੰਟ ਮੈਂ ਖੁਦ ਬੋਲਾਂਗਾ, ਤੁਸੀਂ ਮੈਨੂੰ ਪਹਿਲਾਂ ਸੁਣਨਾ ਹੀ ਹੈ।